PTN 24 ਨਾਲ ਜੁੜ ਚੁੱਕੇ ਸਾਰੇ ਪਰਿਵਾਰ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24 ਤੇ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਹੈ 905 405 002 905 405 002 ਤੇ ਨਾਲ ਹੀ 905 867 2770 ਟੋਲ ਫ੍ਰੀ ਨੰਬਰ 1866 247 8624। इस प्रोग्राम ਨੂੰ ਜਿਹੜਾ ਸਪਾਂਸਰ ਕੀਤਾ ਜੀ ਆਲ ਲਿੰਕ ਟਰੈਵਲ ਤੋਂ ਸਾਰੀਆਂ ਬ੍ਰਾਂਚਾਂ ਨੇ। ਤੁਸੀਂ ਕਿਸੇ ਵੀ ਕਿਤੋਂ ਦੀ ਵੀ ਜਿਹੜੀ ਹਵਾਈ ਟਿਕਟ ਲੈਣੀ ਚਾਹੁੰਦੇ ਹੋ, ਯਾਤਰਾ ਕਰਨੀ ਚਾਹੁੰਦੇ ਹੋ ਤਾਂ 416 293 8700। ਜੇ ਵਰਲਡ ਵਾਈਡ ਤੁਹਾਨੂੰ ਕੋਈ ਫੋਨ ਚਾਹੀਦੇ ਆ ਜਾਂ ਇੰਟਰਨੈਟ ਦੀਆਂ ਸੇਵਾਵਾਂ ਚਾਹੀਦੀਆਂ, ਤੁਸੀਂ ਨਾਰਥ ਅਮਰੀਕਾ ਨੂੰ, ਕੈਨੇਡਾ ਜਾਂ USA ਟਰੱਕ ਚਲਾਉਂਦੇ ਹੋ ਤਾਂ ਸਸਤੀਆਂ ਜਿਹੜੀਆਂ ਡੀਲਾਂ ਲੈਣ ਵਾਸਤੇ ਸੁਖਦੇਵ ਥਾਪਰ ਦੇ ਨਾਲ ਗੱਲਬਾਤ ਕਰ ਸਕਦੇ ਹੋ। 905 203 3636। ਆਪਣੇ ਨਾਲ ਹੁਣ ਆਪਣੇ ਸੀਨੀਅਰ ਪੱਤਰਕਾਰ ਜੁੜ ਚੁੱਕੇ ਨੇ ਜੀ, ਬਖਤੌਰ ਸਿੰਘ ਜੀ ਢਿੱਲੋਂ। ਨਾਲ ਉਹਨਾਂ ਨੂੰ ਕਰਦੇ ਹਾਂ ਸਵਾਗਤ। ਅਤੇ ਪਹਿਲਾਂ ਉਹਨਾਂ ਦੇ ਕੋਲੋਂ ਖਬਰ ਲੈਂਦੇ ਹਾਂ, ਫਿਰ ਆਪਾਂ ਕਾਲਾਂ ਵੀ ਖੋਲਾਂਗੇ, ਉੱਤੇ ਜਿਹੜੀ ਗੱਲਬਾਤ ਕਰਾਂਗੇ ਜੀ। ਨਾਲ ਕਰੋਨਾ ਵਾਇਰਸ ਦੇ ਉੱਤੇ ਵੀ ਅਪਡੇਟ ਲਵਾਂਗੇ। ਕਰਦੇ ਹਾਂ ਸਵਾਗਤ ਜੀ ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ, ਜਿਹੜੀ ਅੱਜ ਕੱਲ ਲੱਚਰ ਗਾਇਕੀ ਆ, ਹਥਿਆਰਾਂ ਨੂੰ ਲੈ ਕੇ ਪ੍ਰਮੋਟ ਕੀਤੀ ਜਾਂਦੀ ਆ। ਕਿੰਨਾ ਕੁਛ ਹੀ ਹੁੰਦਾ ਆ, ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਬਹੁਤ ਜ਼ਿਆਦਾ ਫੋਲੋ ਕਰਦੀ ਹੈ ਜੀ। ਸਾਡੇ ਜਿਹੜੇ ਗਾਇਕਾਂ ਨੂੰ ਜਾਂ ਐਕਟਰਾਂ ਨੂੰ, ਕਿਸੇ ਨੂੰ ਵੀ ਆ, ਜੇ ਫੈਸ਼ਨ ਆ ਤਾਂ ਵੀ ਸਾਡੇ ਹੀਰੋ ਹੀਰੋਇਨਾਂ ਨੂੰ ਫੋਲੋ ਕਰਦੀ ਹੈ ਨੌਜਵਾਨ ਪੀੜ੍ਹੀ। ਪਰ ਸਾਡੇ ਇੱਥੇ ਟੋਰਾਂਟੋ ਤੋਂ ਆ ਜੀ ਸਿੰਗਰ ਸਿੱਧੂ ਮੂਸੇਵਾਲਾ, ਉਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਆ ਜੀ। ਭਾਵੇਂ ਗੀਤ ਤੇ ਉਹਨਾਂ ਦੇ ਬਹੁਤ ਆਉਂਦੇ ਆ, ਪਰ ਮਾਈ ਭਾਗੋ ਨੂੰ ਲੈ ਕੇ ਉਹਨਾਂ ਨੇ ਇੱਕ ਗੀਤ ਗਾਇਆ ਸੀਗਾ, ਬੜੇ ਵਿਵਾਦਾਂ ਦੇ ਵਿੱਚ ਰਹੇ। ਹੁਣ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਵੀ ਜਿਹੜੀ ਮਾਫੀ ਮੰਗ ਲਈ ਹੈ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਕੱਲੇ ਗੀਤਕਾਰ ਹੀ ਨਹੀਂ, ਗਾਇਕ ਹੀ ਨਹੀਂ, ਹੁਣ ਤਾਂ ਸਾਡੇ ਸਿਆਸਤਦਾਨਾਂ ਦੇ ਵਿੱਚ ਵੀ ਇਹ ਬਿਮਾਰੀ ਫੈਲ ਗਈ ਹੈ ਕਿ ਜੇ ਤੁਸੀਂ ਮਸ਼ਹੂਰੀ ਹਾਸਲ ਕਰਨੀ ਹੈ, ਜੇ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਬਣਨਾ ਹੈ, ਜੇ ਤੁਸੀਂ TV ਤੇ ਆਪਣੇ ਚਿਹਰੇ ਦਿਖਾ ਕੇ ਚਰਚਾ ਕਰਵਾਉਣੀ ਹੈ, ਤਾਂ ਫਿਰ ਅਸਲ ਕੰਮ ਜਿਹੜੀ ਦੇ ਲਈ ਤੁਹਾਨੂੰ ਜਨਤਾ ਨੇ ਚੁਣਿਆ ਉਹ ਛੱਡ ਦਿਓ ਤੇ ਉਹਦੀ ਥਾਂ ਤੇ ਹੁੱਲੜਬਾਜ਼ੀ, ਹੜਦੁੰਗਬਾਜ਼ੀ ਉਹ ਸ਼ੁਰੂ ਕਰ ਦਿਓ ਜੀ। ਸਾਡੀ ਪਾਰਲੀਮੈਂਟ 'ਚ ਅੱਜ ਕੱਲ੍ਹ ਕੀ ਹੋ ਰਿਹਾ ਹੈ? ਇਹੋ ਹੀ ਕੁਛ ਕਿ ਆਪਣੀ ਸਾਰਥਕ ਗੱਲ ਕਹਿਣ ਦੀ ਬਜਾਏ ਕੁਸੁੰਨੀ ਹੋਣ ਤੱਕ ਤੁਰ ਜਾਂਦੇ ਹੈ ਸਾਡੇ ਪਾਰਲੀਮੈਂਟ ਦੇ ਮੈਂਬਰ, ਉਹ ਰਾਜ ਸਭਾ ਹੋਵੇ ਚਾਹੇ ਉਹ ਲੋਕ ਸਭਾ ਹੋਵੇ। ਪੰਜਾਬ ਦੀਆਂ ਜੇ ਆਪਾਂ ਗੱਲਾਂ ਕਰੀਏ, ਕੱਲ ਪੰਜਾਬ ਦੀ ਵਿਧਾਨ ਸਭਾ ਦਾ ਲਾਸਟ ਸੈਸ਼ਨ ਸੀ। ਉਸ ਲਾਸਟ ਸੈਸ਼ਨ ਦੇ ਵਿੱਚ ਜੋ ਕੁਛ ਹੋਇਆ ਵਾਪਰਿਆ, ਇੱਕ ਪੰਜਾਬੀ ਹੋਣ ਦੇ ਨਾਤੇ ਘੱਟੋ ਘੱਟ ਮੈਂ ਸ਼ਰਮਸਾਰ ਹਾਂ। MLA ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ, MLA ਬਾਹਾਂ ਚੜਾਈ ਜਾਂਦੇ, ਬਾਹਾਂ ਫੜੀ ਜਾਂਦੇ ਹੈ। ਇੱਥੋਂ ਤੱਕ ਕਿ ਮਨਪ੍ਰੀਤ ਬਾਦਲ, ਜਿਹਦੀਆਂ ਆਰਥਿਕ ਨੀਤੀਆਂ ਨਾਲ ਬਹੁਤ ਜ਼ਿਆਦਾ ਮਤਭੇਦ ਹੈ, ਜਿਹਦੀ ਰਾਜਨੀਤੀ ਨਾਲ ਬੜੇ ਜ਼ਿਆਦਾ ਮਤਭੇਦ ਹੈ, ਲੇਕਿਨ ਉਹਦੀ ਸ਼ਾਲੀਨਤਾ ਜਿਹੜੀ, ਉਹਦੀ ਸ਼ਾਲੀਨਤਾ ਤੇ ਕੋਈ ਬੰਦਾ ਉਂਗਲ ਨਹੀਂ ਉਠਾ ਸਕਦਾ। ਬੋਲਣ ਦੇ ਮਾਮਲੇ ਦੇ ਵਿੱਚ ਉਹ ਬੜੀ ਤਹਿਜ਼ੀਬ ਨਾਲ ਬੋਲਦਾ ਹੈ। ਤੇ ਇੱਕ ਸ਼ਖਸ ਪਵਨ ਟੀਨੂ ਨਾਂ ਦਾ ਵਿਅਕਤੀ, ਉਹ ਜਾ ਕੇ ਉਹਦੇ ਮੂਹਰੇ ਖੜ ਕੇ ਜਾ ਕੇ ਉਹਨੂੰ ਉਤੇਜਿਤ ਕਰਦਾ ਹੈ, ਮਜਬੂਰ ਕਰਦਾ ਕਿ ਉਹ ਆਪਣੀ ਜ਼ੁਬਾਨੋਂ ਬੋਲੇ, ਤੇ ਸ਼ਾਇਦ ਉਹਦੇ ਮੂੰਹੋਂ ਵੀ ਬਦਜ਼ੁਬਾਨੀ ਹੋ ਗਈ। ਤੇ ਬਾਅਦ ਦੇ ਵਿੱਚ ਫਿਰ ਕੁਲਵੀਰ ਜੀਰੇ ਹੋਰੀ ਬਾਹਾਂ ਚੜਾ ਕੇ ਆ ਗਏ ਤੇ ਉਹਦੀ ਬਾਹ ਨੂੰ ਮਰੋੜਾ ਦਿੰਦੇ ਹੈ। ਭਲਾ ਹੋਵੇ ਪ੍ਰਗਟ ਸਿੰਘ ਦਾ ਕਿ ਉਹਨੇ ਵਿੱਚ ਵੜ ਕੇ ਆ ਕੇ ਉਹਨਾਂ ਨੂੰ ਹਟਾਤਾ। ਇਹੀ ਚੀਜ਼ ਸਾਡੇ ਸਮਾਜ ਦਾ ਜਿਹੜਾ ਰਿਫਲੈਕਸ਼ਨ ਹੈ, ਪਰਛਾਵਾਂ ਜਿਹੜਾ ਸਾਡੇ ਸਾਹਮਣੇ ਆ ਰਿਹਾ ਕਿ ਅਸੀਂ ਗਰ ਕਿੰਨਾ ਗਏ। ਸਾਡੀਆਂ ਕਦਰਾਂ ਕੀਮਤਾਂ ਜੋ ਸਾਨੂੰ ਬਾਬਿਆਂ ਨੇ, ਦਾਦਿਆਂ ਨੇ, ਨਾਨੀਆਂ ਨੇ ਸਿਖਾਈਆਂ ਸੀ, ਉਹ ਜਾ ਕਿੱਧਰ ਨੂੰ ਰਹੀਆਂ, ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ। ਸਾਡੇ ਗਾਇਕ ਹੈ ਜਿਹੜੇ, ਉਹ ਗਾਇਕ ਇਹੋ ਜਿਹੀ ਗਾਇਕੀ ਗਾਉਂਦੇ ਹੈ ਕਿ ਉਹਨੂੰ ਸੁਣ ਕੇ ਸ਼ਰਮ ਆਉਂਦੀ ਹੈ। ਕੋਈ ਜ਼ਮਾਨਾ ਹੁੰਦਾ ਸੀ, ਅਸੀਂ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਉਹੇ ਜਿਹੇ ਗੀਤ ਸੁਣਦੇ ਹੁੰਦੇ ਸੀ। ਉਹ ਫੜੀ ਪੁਲਸੀਏ ਜਾਂਦੇ ਹੰਸਾਂ ਦੀ ਜੋੜੀ ਨੂੰ ਅਸੀਂ ਕਵਿਸ਼ਰੀਆਂ ਸੁਣਦੇ ਹੁੰਦੇ ਸੀ। ਤੇ ਉਹਦੀ ਥਾਂ ਦੇ ਉੱਤੇ ਹੁਣ ਕੀ ਆ ਗਿਆ, ਹੁਣ ਲਾਲਾ ਲਾਲਾ ਦੁੰਗੜ ਹੁੰਦੀ ਪਈ ਜਾ ਰਹੀ ਹੈ। ਤੇ ਫਿਰ ਗੱਲ ਇਹ ਹੈ ਕਿ ਲੜਕੀ ਨੂੰ, ਔਰਤ ਨੂੰ ਇੱਕ ਬਿੰਬ ਬਣਾ ਕੇ, ਉਹਨੂੰ ਇੱਕ ਬਸਤ ਬਣਾ ਕੇ ਉਹਦੇ ਤੇ ਗੀਤ ਗਾਏ ਜਾਂਦੇ ਹੈ। ਤੁਸੀਂ ਗੱਲ ਸਿੱਧੂ ਮੂਸੇ ਵਾਲੇ ਦੀ ਕੀਤੀ ਹੈ। ਮੂਸਾ ਕੋਈ ਬਹੁਤ ਹੀ ਦੂਰ ਨਹੀਂ, ਸਾਡੇ ਜ਼ਿਲ੍ਹੇ 'ਚ ਹੀ ਪੈਂਦਾ, ਪੁਰਾਣੇ ਜ਼ਿਲ੍ਹੇ 'ਚ। ਪਾਰਲੀਮੈਂਟ ਨਹੀਂ ਹਲਕਾ ਇਹੀ ਹੈ।
ਅੱਜ ਕੱਲ ਭਾਵੇਂ ਉਹ ਮਾਨਸਾ ਜ਼ਿਲ੍ਹੇ 'ਚ ਪਰ ਪਹਿਲਾਂ ਬਠਿੰਡੇ 'ਚ ਹੀ ਹੁੰਦਾ ਸੀ। ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਆਮ ਸਧਾਰਨ ਪਿੰਡ ਹੈ ਜੀ। ਉਸ ਪਿੰਡ ਦੇ ਵਿੱਚ ਜਨਮਿਆ ਵਾ, ਪੈਦਾ ਹੋਇਆ ਵਾ ਮੁੰਡਾ, 4 ਜਮਾਤਾਂ ਪੜ੍ਹ ਗਿਆ, ਮਾਪਿਆਂ ਨੇ ਮਿਹਨਤ ਕੀਤੀ, ਉਹਨੂੰ ਵਿਦੇਸ਼ ਭੇਜਤਾ। ਵਿਦੇਸ਼ ਦੇ ਵਿੱਚ ਜਾ ਕੇ ਜਿਹੜੇ ਉਹਨੇ ਗਾਣੇ ਗਾਏ ਆ, ਸਾਡੀ ਨੌਜਵਾਨ ਪੀੜ੍ਹੀ ਉਹਦੇ ਤੋਂ ਪ੍ਰੇਰਨਾ ਕੀ ਲਊਗੀ ਜੀ। ਤੇ ਉਸ ਬੰਦੇ ਦਾ ਦਿਮਾਗ ਇੱਥੋਂ ਤੱਕ ਹੱਲ ਗਿਆ ਕਿ ਉਹ ਇੱਕ ਗੀਤ ਗਾਉਂਦਾ ਹੈ ਉਹ ਜੱਟੀ ਜਿਉਣੇ ਮੌੜ ਵਰਗੀ। ਜੀ। ਜਿਉਣਾ ਮੌੜ ਸਾਡਾ ਹੀਰੋ ਹੈ, ਦੁੱਲਾ ਭੱਟੀ ਸਾਡਾ ਹੀਰੋ ਹੈ। ਇਹ ਲੋਕ ਜਿਹੜੇ ਹੈਗੇ ਸਾਡੀ ਜਿਹੜੀ ਖਾੜਕੂ ਜਿਹੜੀ ਹੈਗੀ ਹੈ ਤਸ਼ਹੀਰ ਆ ਪੰਜਾਬ ਦੀ, ਪੰਜਾਬੀਆਂ ਦੀ ਖਾੜਕੂ ਤਸ਼ਹੀਰ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕ ਹੈ, ਜਿਹੜੇ ਗਰੀਬ ਦੀ ਬਾਹ ਫੜਦੇ ਸੀ ਤੇ ਜਿਹੜੇ ਲੁਟੇਰੇ ਸੀ ਉਹਨਾਂ ਦੇ ਨਾਲ ਲੜਦੇ ਰਹੇ ਹੈ। ਉਹਦੇ ਗੀਤ ਦੇ ਵਿੱਚ ਜੱਟੀ ਜਿਉਣੇ ਮੌੜ ਵਰਗੀ ਦੇ ਵਿੱਚ ਫਿਰ ਕਰਦਾ ਕੀ ਹੈ, ਮਾਈ ਭਾਗੋ ਦਾ ਜ਼ਿਕਰ ਕਰ ਦਿੰਦਾ ਉਸ ਗੀਤ 'ਚ। ਜੀ। ਇਹ ਇੱਕ ਵਾਰੀ ਨਹੀਂ ਹੋਇਆ, 2-3 ਵਾਰੀ ਹੋਇਆ। ਜਦੋਂ ਪਹਿਲੀ ਵਾਰੀ ਇਹਨੇ ਮਾਈ ਭਾਗੋ ਦਾ ਜ਼ਿਕਰ ਕੀਤਾ, ਉਸ ਵੇਲੇ ਪੰਜਾਬ ਦੇ ਵਿੱਚ ਇਹਦਾ ਬੜਾ ਵਿਰੋਧ ਹੋਇਆ ਸੀ। ਕੁਝ ਉਤਸ਼ਾਹੀ ਨੌਜਵਾਨ ਜਿਹੜੇ ਪੰਜਾਬ ਦੇ ਸੱਭਿਆਚਾਰ ਨੂੰ ਪਿਆਰ ਕਰਦੇ ਹੈ, ਜਿਹੜੇ ਪੰਜਾਬ ਦੇ ਵਿਰਸੇ ਨੂੰ ਪਿਆਰ ਕਰਦੇ ਹੈ, ਉਹਨਾਂ ਨੇ ਇਹਦੇ ਖਿਲਾਫ ਮੋਰਚਾ ਖੋਲਿਆ ਤੇ ਫਿਰ ਇਸ ਬੰਦੇ ਨੇ ਮਾਫੀ ਮੰਗ ਲਈ। ਆ ਪਿੱਛੇ ਜੇ ਫਿਰ ਉਹੀ ਗੀਤ ਨੇ ਫਿਰ ਗਾਤਾ। ਔਰ ਉਹ ਗੀਤ ਗਾਉਣ ਤੋਂ ਬਾਅਦ ਫਿਰ ਸਿੱਖ ਸੰਸਥਾਵਾਂ ਨੇ ਇਹਦੇ ਖਿਲਾਫ ਪ੍ਰੋਟੈਸਟ ਕੀਤੇ ਤੇ ਕੱਲ ਫਿਰ ਚੁੱਪ ਚਪੀਤੇ ਚਲਾ ਜਾਂਦਾ ਹੈ ਅੰਮ੍ਰਿਤਸਰ ਸਾਹਿਬ। ਉੱਥੇ ਜਾ ਕੇ ਰਾਤ ਕੱਟਦਾ, ਨਹੀਂ ਕੱਟਦਾ, ਕਿੱਥੇ ਕੱਟਦਾ ਕੋਈ ਪਤਾ ਨਹੀਂ। ਹਰਮੰਦਰ ਸਾਹਿਬ ਦੇ ਵਿੱਚ ਕੰਪਲੈਕਸ ਦੇ ਵਿੱਚ ਅੱਜ ਸੁਬਾਹ ਜਾਂਦਾ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮਿਲਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਲਿਖਤੀ ਮਾਫੀਨਾਮਾ ਦਿੰਦਾ ਹੈ ਕਿ ਸਿੰਘ ਸਾਹਿਬ ਮੈਥੋਂ ਇਹ ਗਲਤੀ ਹੋਈ ਹੈ, ਕਿਰਪਾ ਕਰਕੇ ਮੈਨੂੰ ਮਾਫ ਕੀਤਾ ਜਾਵੇ, ਮੈਂ ਤੋਬਾ ਕਰਦਾ, ਅਗਾਂਹ ਤੋਂ ਗਲਤੀ ਨਹੀਂ ਕਰਦਾ। ਨਾਲ ਇਹ ਕਹਿ ਰਿਹਾ ਹੈ ਕਿ ਜਿਹੜਾ ਮੈਥੋਂ ਆ ਦੁਬਾਰਾ ਫਿਰ ਮਾਈ ਭਾਗੋ ਦਾ ਜ਼ਿਕਰ ਹੋ ਗਿਆ ਇਸ ਗੀਤ ਦੇ ਵਿੱਚ, ਇਹ ਅਣਜਾਣੇ 'ਚ ਹੋ ਗਿਆ। ਮੈਨੂੰ ਚੰਦੀ ਸਾਹਿਬ ਇਹ ਦੱਸੋ ਵੀ ਜਦੋਂ ਪੈਸੇ ਮਿਲਦੇ ਆ ਅਣਜਾਣੇ 'ਚ ਬੰਦਾ ਸੁੱਟ ਕਿਉਂ ਨਹੀਂ ਦਿੰਦਾ? ਬਿਲਕੁਲ। ਉਹ ਪੈਸੇ ਮਿਲਦੇ ਉਹ ਅਣਜਾਣੇ 'ਚ ਸੁੱਟ ਕਿਉਂ ਨਹੀਂ ਦਿੰਦਾ? ਆਪਦੇ ਘਰ ਨੂੰ ਆ ਕੇ ਕਿਉਂ ਨਹੀਂ ਲਾ ਦਿੰਦਾ? ਜੀ। ਉਹ ਤੋਂ ਪਹਿਲਾਂ ਵੀ ਇਸ ਬੰਦੇ ਦੇ ਖਿਲਾਫ ਅਸ਼ਲੀਲ ਗੀਤ ਗਾਉਣ ਦੀ ਵਜ੍ਹਾ ਕਾਰਨ ਮਾਨਸਾ ਪੁਲਿਸ ਨੇ ਵੀ ਕੇਸ ਦਰਜ ਕੀਤਾ ਹੈ। ਇੱਕ ਦੋ ਥਾਵਾਂ ਤੇ ਹੋਰ ਕੇਸ ਦਰਜ ਕੀਤਾ ਹੈ। ਇਹ ਜਿਹੜੇ ਕੇਸ ਦਰਜ ਹੋਣੇ ਆ ਅਸਲ ਦੇ ਵਿੱਚ ਭਲੇ ਬੰਦੇ ਤਾਂ ਇਹ ਸਮਝਦੇ ਆ ਸਾਡੀ ਬਦਨਾਮੀ ਹੁੰਦੀ ਹੈ, ਪਰ ਇਹ ਲੋਕ ਸਮਝਦੇ ਆ ਕਿ ਸਾਡੀ ਨੇਕਨਾਮੀ ਹੁੰਦੀ ਹੈ, ਸਾਡੀ ਪਬਲਿਸਿਟੀ ਹੁੰਦੀ ਹੈ। ਇਹਨੂੰ ਇਹ ਪਬਲਿਸਿਟੀ ਬਣਾਉਂਦੇ। ਮਾਈ ਭਾਗੋ ਸਾਡੀ ਇੱਕ ਨਾਇਕ ਹੈ, ਸਿੱਖ ਇਤਿਹਾਸ ਦੀ ਬਹੁਤ ਵੱਡੀ ਨਾਇਕ ਹੈ। ਮਾਈ ਭਾਗੋ ਉਹ ਹੈ ਜਿਹਨੇ ਆਪਣੇ ਜਿਹੜੇ ਹੈਗੇ ਹੈ ਮਰਦ ਸਾਥੀ ਚੂੜੀਆਂ ਲਾ ਕੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਚੂੜੀਆਂ ਪਾ ਲਓ, ਤੇ ਆਪ ਤਲਵਾਰ ਚੱਕ ਕੇ ਖਿਦਰਾਣੇ ਦੀ ਢਾਬਲ ਤੁਰੀ ਸੀ ਗੁਰੂ ਸਾਹਿਬ ਦਾ ਸਾਥ ਦੇਣ ਵਾਸਤੇ। ਜਿਹੜੀ ਲਾਸਟ ਲੜਾਈ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਹੈ, ਔਰ ਫਿਰ ਉਹਨਾਂ ਜਿਹੜੇ ਛੱਡ ਕੇ ਭੱਜੇ ਸੀ ਤਨਖਾਹਾਂ ਮੰਗਣ ਵਾਲੇ, ਉਹਨਾਂ ਨੂੰ ਆਉਣਾ ਪਿਆ। ਮਾਈ ਭਾਗੋ ਨੇ ਉਹਨਾਂ ਦੀ ਜ਼ਮੀਰ ਨੂੰ ਜਗਾਇਆ, ਆਏ ਤੇ ਉਹਨਾਂ ਨੇ ਆ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਨੂੰ ਜਿਹੜਾ ਬੇਦਾਵਾ ਪਾੜ ਕੇ ਦੇ ਕੇ ਗਏ ਸੀ। ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸੋ ਕੀ ਬਖਸ਼ਿਸ਼ ਦੇਵਾਂ, ਤੇ ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਆ ਬੇਦਾਵਾ ਪਾੜ ਦਿਓ। ਐਡੀ ਮਹਾਨ ਔਰਤ ਅਸੀਂ ਜਦੋਂ ਕਿਸੇ ਬੀਬੀ ਦਾ ਜ਼ਿਕਰ ਕਰਦੇ ਅਸੀਂ ਕਹਿੰਦੇ ਮਾਈ ਭਾਗੋ ਦੀ ਵਾਰਸ ਹੈ, ਤੇ ਮਾਈ ਭਾਗੋ ਦੀ ਤੁਲਨਾ ਦਾ ਜ਼ਿਕਰ ਕੀਤਾ ਇਹਦੇ ਗੀਤ ਵਿੱਚ। ਇਹ ਸਾਡੇ ਲਈ ਸ਼ਰਮਸਾਰ ਹੈ, ਸਾਡੇ ਸਮਾਜ ਲਈ ਸ਼ਰਮਸਾਰ ਹੈ। ਜੇ ਸਾਡੇ ਅਜਿਹੇ ਗਾਇਕ ਹੋਣਗੇ, ਗਾਇਕਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ, ਲੇਕਿਨ ਉਹ ਸਮਾਜ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹੈ? ਇਹ ਤੋਂ ਪਹਿਲਾਂ ਵੀ ਇਹ ਸੋਸ਼ਲ ਮੀਡੀਆ ਤੇ ਵੀ ਮਾਫੀ ਮੰਗ ਚੁੱਕਾ ਹੈ। ਹੁਣ ਫੇਰ ਚਲਾ ਗਿਆ ਅਕਾਲ ਤਖਤ ਸਾਹਿਬ ਤੇ, ਅਕਾਲ ਤਖਤ ਸਾਹਿਬ ਤੇ ਜਾ ਕੇ कहता जी जो सजा देोगे मैं प्रवान करूंगा, मैं एक निमाना सिख हाँ। जथेदार साहब ने ਇਹਦੀ ਐਪਲੀਕੇਸ਼ਨ ਫੜ ਲਈ ਹੈ। ਚਲੋ ਤੇ ਵਿਚਾਰ ਵਟਾਂਦਰਾ ਹੋਊਗਾ, ਸਜ਼ਾ ਕੀ ਮਿਲਦੀ ਹੈ ਇਹ ਤਾਂ ਭਵਿੱਖ ਦੇ ਗਰਭ 'ਚ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਹੁਣ ਸਜ਼ਾ ਜਿਹੜੀ ਪੁਰਾਣੀ ਰਵਾਇਤ ਆ ਉਹ ਤੋੜਨੀ ਚਾਹੀਦੀ ਹੈ ਜੀ। ਇਹੋ ਜਿਹੀ ਸਜ਼ਾ ਨਾ ਹੋਵੇ ਕਿ ਤੁਸੀਂ ਜੀ ਐ ਕਰੋ ਇੰਨੇ ਪੈਸਿਆਂ ਦੀ ਦੇਖ ਕਰਵਾ ਦਿਓ, ਇੱਥੇ ਜੀ ਤੁਸੀਂ 4 ਦਿਨ ਭਾਂਡੇ ਮਾਂਜ ਦਿਓ, ਜੀ 4 ਦਿਨ ਤੁਸੀਂ ਜੋੜੇ ਮਾਂਜ ਦਿਓ, ਸਾਫ਼ ਕਰ ਦਿਓ, ਤੇ ਫਿਰ ਤੁਸੀਂ ਜੀ ਇੱਥੇ ਅਰਦਾਸ ਕਰਾ ਦਿਓ ਤੇ ਅਰਦਾਸ ਕਰਕੇ ਜਾਓ, ਤੁਸੀਂ ਸੁਰਖਰੂ। ਇਹ ਨਹੀਂ ਹੋਵੇ। ਇੱਕ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ। ਇੱਕ ਅੱਧੇ ਬੰਦੇ ਨੂੰ ਸਜ਼ਾ ਦਿੱਤੀ ਹੋਵੇ ਤਾਂ ਘੱਟੋ ਘੱਟ ਇਹ ਪਤਾ ਲੱਗੇ ਕਿ ਹਾਂ ਸਿੱਖਾਂ ਦਾ ਤਖਤ ਵੀ ਕੋਈ ਚੀਜ਼ ਹੈਗਾ, ਤਖਤ ਸ੍ਰੀ ਅਕਾਲ ਤਖਤ ਸਾਹਿਬ ਵੀ ਕੋਈ ਚੀਜ਼ ਹੈ, ਉੱਥੇ ਵੀ ਕੋਈ ਫੈਸਲੇ ਹੁੰਦੇ ਹੈ। ਮਤਲਬ ਅੱਜ ਸਾਡੇ ਸਿੰਘ ਸਾਹਿਬਾਨ ਨੂੰ ਲੋੜ ਹੈ ਅਕਾਲੀ ਫੂਲਾ ਸਿੰਘ ਬਣਨ ਦੀ। ਅੱਜ ਉਹ ਜਥੇਦਾਰ ਚਾਹੀਦੇ ਹੈ ਜਿਹੜੇ ਜਥੇਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਥੰਬਲੇ ਦੇ ਨਾਲ ਬੰਨਿਆ ਸੀ। ਇਸ ਕਿਸਮ ਦੇ ਜਥੇਦਾਰ ਚਾਹੀਦੇ ਹੈ। ਆਹ ਜਥੇਦਾਰ ਜਿਵੇਂ ਸਾਡੇ ਹੁਣ ਕਰਕੇ ਜਿਵੇਂ ਉੱਪਰੋਂ ਕਹਿ ਦਿੰਦੇ ਆ ਜੀ ਚਲੋ ਠੀਕ ਹੈ ਬੰਦਾ ਆਪਣਾ, ਪਹਿਲਾਂ ਵੀ ਸਾਡੇ ਬੜਾ ਕੁਛ ਹੋਇਆ ਹੈ। ਇੱਕ ਵਾਰੀ
ਮਰਦੇ ਮੁਜਾਹਦ ਕਹਿਤਾ ਸੀਗਾ ਬਾਦਲ ਸਾਹਿਬ ਨੂੰ ਭੂਲੜ ਸਾਹਿਬ ਨੇ, ਤੇ ਉਹ ਤੋਂ ਬਾਅਦ ਰੌਲਾ ਪੈਣ ਲੱਗ ਗਿਆ। ਉਹਨੇ ਟੈਲੀਫੋਨ ਤੇ ਮਾਫੀ ਮੰਗ ਲਈ ਸੀ ਤੇ ਸਾਡੇ ਸਿੰਘ ਸਾਹਿਬ ਨੇ ਟੈਲੀਫੋਨ ਤੇ ਮਾਫ ਕਰਤਾ ਸੀ। ਇਹ ਰਵਾਇਤਾਂ ਖਤਮ ਹੋਣੀਆਂ ਚਾਹੀਦੀਆਂ ਤੇ ਹੁਣ ਉਹ ਅਪਰੋਚ ਅਪਣਾਉਣੀ ਚਾਹੀਦੀ ਹੈ ਜਿਹੜੀ ਅਪਰੋਚ ਕਦੇ ਅਕਾਲੀ ਫੂਲਾ ਸਿੰਘ ਹੋਰਾਂ ਦੀ ਹੋਣੀ ਸੀ। ਨਹੀਂ ਤਾਂ ਇਹ ਲੋਕ ਸਾਡੇ ਸਮਾਜ ਦਾ ਬੇੜਾ ਗਰਕ ਕਰ ਦੇਣਗੇ। ਸਾਡੀ ਸਿਆਸਤ ਵੀ ਇਸੇ ਕਰਕੇ ਜਿਹੜੀ ਹੈ ਨਿਵਾਣਾ ਵੱਲ ਜਾ ਰਹੀ ਹੈ, ਸਾਡਾ ਸੱਭਿਆਚਾਰ ਵੀ ਨਿਵਾਣਾ ਵੱਲ ਜਾ ਰਿਹਾ ਹੈ, ਔਰ ਸਾਡਾ ਇਤਿਹਾਸ ਹੈ ਜਿਹੜਾ ਬੜਾ ਗੌਰਵਸ਼ਾਲੀ ਇਤਿਹਾਸ ਹੈ ਉਹ ਵੀ ਕਲੰਕਿਤ ਹੋ ਰਿਹਾ ਹੈ ਜੀ। ਬਿਲਕੁਲ ਢਿੱਲੋਂ ਸਾਹਿਬ, ਵਾਕਿਆ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਲਓ ਜੀ, ਆਪਾਂ ਲਾਈਨਾਂ ਵੀ ਖੋਲ ਦਿੱਤੀਆਂ, ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਕਿਰਨ ਕੌਰ ਪੱਡਾ ਉਹਨਾਂ ਨੇ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਾਰਗੇਜ ਚਾਹੁੰਦੇ ਹੋ, ਫਸਟ ਸੈਕੰਡ ਮਾਰਗੇਜ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਤੁਸੀਂ ਥੱਕ ਹਾਰ ਗਏ ਹੋ ਟੱਕਰਾਂ ਮਾਰ ਕੇ, ਤੇ ਇੱਕ ਵਾਰੀ ਬੇਝਿਜਕ ਹੋ ਕੇ 416 710 20 416 710 2020 ਤੇ ਕਾਲ ਕਰਕੇ ਇਹਦਾ ਨਿਵਾਰਨ ਕਰ ਸਕਦੇ ਹੋ। ਜਿਹੜੀ ਮਾਰਗੇਜ ਦਾ ਤੁਹਾਡਾ ਮਸਲਾ ਹੱਲ ਹੋ ਜਾਊਗਾ ਜੀ। ਤੇ ਨਾਲ ਹੀ ਜੇ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ ਚਾਹੁੰਦੇ ਹੋ ਤੇ ਬੈਸਟ ਕੈਨੇਡੀਅਨ ਰਾਈਡ ਸਰਵਿਸ ਆ, ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਤਿੰਨੇ ਟਾਈਮ ਚੱਲਦੀ ਹੈ ਜੀ। 514 560 6613 514 560 6613। ਤੇ ਨਾਲ ਹੀ ਜੇ ਤੁਸੀਂ ਵਧੀਆ ਘੜੀਆਂ ਲੈਣੀਆਂ ਚਾਹੁੰਦੇ, ਕਿਸੇ ਨੂੰ ਗਿਫਟ ਦੇਣਾ ਜਾਂ ਆਪਣੇ ਨਾਂ ਦਾ ਕਲੌਕ ਬਣਾਉਣਾ ਚਾਹੁੰਦੇ ਹੋ, ਤੇ ਸੋਮਲ ਵਾਚ ਜੇ ਘੜੀ ਠੀਕ ਵੀ ਕਰਾਉਣੀ ਹੈ, ਰਿਪੇਅਰ ਕਰਾਉਣੀ, ਕਿਸੇ ਵੀ ਤਰ੍ਹਾਂ ਦੀ ਰਾਡੋ ਰੋਲੈਕਸ ਕੋਈ ਵੀ ਘੜੀ ਹੋਵੇ, 905 790 2128 ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਕਾਲਰ ਜੁੜ ਚੁੱਕੇ ਆ ਜੀ, ਕਾਲ ਲੈ ਲਈਏ। ਹੈਲੋ, ਹਾਂਜੀ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਜੀ ਸਵਾਗਤ ਹੈ ਵੀਰ ਜੀ, ਸਤਿ ਸ੍ਰੀ ਅਕਾਲ ਧੰਨਵਾਦ ਸਾਹਿਬ। ਹੋਰ ਚੰਦੀ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਕਰੋਨਾ ਵਾਇਰਸ ਦੀ ਇਨਫੋਰਮੇਸ਼ਨ ਦੇਣੀ ਸੀ, ਕਿਉਂਕਿ ਇਹ ਬਹੁਤ ਆਪਣੇ ਹੁਣ ਵੱਧ ਰਿਹਾ ਜੀ। ਕਿਉਂਕਿ ਆਪਣੇ ਜਿਹੜੇ ਲੋਕ ਹੈ ਇੰਨਾ ਧਿਆਨ ਨਹੀਂ ਦਿੰਦੇ। ਮੇਰੇ ਹਿਸਾਬ ਨਾਲ ਹੁਣ ਬਹੁਤ ਧਿਆਨ ਦੇਣ ਦੀ ਲੋੜ ਹੈ। ਜੇ ਮੈਂ ਹੁਣ ਟੋਟਲ ਕੇਸ ਜਿਹੜੇ ਸਾਹਮਣੇ ਆਏ ਆ, ਇਹ ਆਪਣੇ 96,642 ਕੇਸ ਆਏ ਆ। ਇਹਨਾਂ ਦੇ ਵਿੱਚ ਜਿਹੜੀ ਡੈਥ ਦੀ ਰੇਸ਼ੋ ਆ ਜੀ, ਉਹ ਆਪਣੇ 3308 ਜਿਹੜੀਆਂ ਮੌਤਾਂ ਹੋ ਚੁੱਕੀਆਂ ਆ ਜੀ। ਇਹਨਾਂ ਦੇ ਵਿੱਚੋਂ ਜਿਹੜੇ 96,642 ਦੇ ਵਿੱਚੋਂ ਰਿਕਵਰੀ ਚ ਵੀ ਗਏ ਆ 53,953 ਰਿਕਵਰੀ ਹੋਈ ਆ ਇਹਨਾਂ ਦੀ। ਤਾਂ ਸਟਿਲ ਅਜੇ ਵੀ ਐਕਟਿਵ ਕੇਸ ਹੈਗੇ 39,381 ਜੀ। ਤੇ ਇਹ ਬੜਾ ਧਿਆਨ ਦੇਣਾ ਮੰਗਦਾ ਹੈ। 39,381 ਦੇ ਵਿੱਚੋਂ ਜਿਹੜੇ ਮਾਈਲਡ ਆ, ਜਿਨ੍ਹਾਂ ਨੂੰ ਥੋੜੀ ਪ੍ਰੋਬਲਮ ਆ, ਉਹ ਤਾਂ 32,960 ਹੈਗੇ ਆ। ਤੇ ਜਿਹੜੇ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਚ ਆ ਜਾਂ ਬਹੁਤ ਜ਼ਿਆਦਾ ਸੀਰੀਅਸ ਆ, ਉਹ 6421 ਆ। ਜੇ ਆਪਾਂ ਇਹਨਾਂ ਦੇ ਵਿੱਚੋਂ ਜੇ ਆਪਾਂ ਰੇਸ਼ੋ ਕੱਢੀ ਜਾਵੇ ਇਹਨਾਂ ਦੇ 53,000 ਦੇ ਵਿੱਚੋਂ, ਜਾਂ ਜਿਹੜੇ ਹੈਗੇ ਆ ਇਹਨਾਂ ਦੇ ਐਕਟਿਵ ਕੇਸ ਆ ਜਾਂ ਜਿਹੜੇ ਸੀਰੀਅਸ ਕੇਸ ਆ, ਇਹਨਾਂ ਦੀ ਜੇ ਰੇਸ਼ੋ ਕੱਢੀ ਜਾਵੇ ਤਾਂ ਇਹ 16% ਬਣ ਜਾਂਦੀ ਆ ਪੂਰੀ ਇਹ ਜੀ, ਹਨਾ। ਤੇ ਜਿਨ੍ਹਾਂ ਦੀ ਡੈਥ ਹੋਈ ਆ, ਜੇ ਉਹਨਾਂ ਨੂੰ ਵੀ ਐਡ ਕੀਤਾ ਜਾਵੇ 6% ਉਹ ਬਣ ਜਾਂਦੇ, 16 ਤੇ 6 ਇਹ 22% ਹੋ ਜਾਂਦੇ ਆ। ਜੇ ਹੁਣ ਆਪਾਂ ਦੇਖਿਆ ਜਾਵੇ ਕਿ 96,642 ਦੇ ਵਿੱਚੋਂ ਤਾਂ ਜਿਹੜੀ ਆਪਣੇ ਜਿੰਨੇ ਕ੍ਰਿਟੀਕਲ ਤੇ ਜਾਂ ਜਿਹੜੇ ਸੀਰੀਅਸ ਆ, ਉਹਨਾਂ ਨੂੰ ਆਪਾਂ ਐਡ ਕਰ ਦਿੰਦੇ, ਇਹ 22% ਹੋ ਜਾਂਦੇ ਆ। ਸਿੱਧਾ ਹੀ ਹਿਸਾਬ ਹੈ ਜੀ, ਜੇ 4 ਨੂੰ ਕਰੋਨਾ ਵਾਇਰਸ ਹੁੰਦਾ ਤੇ 1 ਦੀ ਮੌਤ ਹੁੰਦੀ ਆ। ਇਹ ਆਪਣੇ ਹੁਣ ਸਾਰਿਆਂ ਨੂੰ ਬਹੁਤ ਸੀਰੀਅਸ ਲੈਣਾ ਪੈਣਾ। ਪਰ ਜਿਨ੍ਹਾਂ ਦੀ ਹੁਣ ਡੈਥ ਹੋ ਚੁੱਕੀ ਆ ਜਾਂ ਜਿਹੜੇ ਕੇਸ ਰਿਕਵਰੀ ਹੋ ਕੇ ਘਰਾਂ ਨੂੰ ਭੇਜ ਦਿੱਤੇ ਆ, ਉਹ 57,261 ਕੇਸ ਜਿਹੜੇ ਆ ਕਲੋਜ਼ ਕਰ ਦਿੱਤੇ ਆ। ਹੁਣ ਤੁਸੀਂ ਇਹ ਦੇਖੋ ਕਿ 24 ਘੰਟਿਆਂ ਦੇ ਵਿੱਚ ਤਬਦੀਲੀ ਕਿੰਨੀ ਆ ਰਹੀ ਆ। ਜੇ ਮੈਂ ਹੁਣ ਚਾਈਨਾ ਦੀ ਗੱਲ ਕਰਾਂ, 160 ਕੇਸ ਉੱਥੇ ਨਵੇਂ ਆਏ ਆ ਤੇ 32 ਦੀ ਮੌਤ ਹੋਈ ਆ ਜੀ। ਏਦਾਂ ਹੀ ਸਾਊਥ ਕੋਰੀਆ ਦੀ ਆਪਾਂ ਗੱਲ ਕਰਦੇ ਆ ਕਿ 467 ਨਵੇਂ ਕੇਸ ਆਏ ਆ ਤੇ 5 ਦੀ ਮੌਤ ਹੋਈ ਆ। ਇਸੇ ਤਰ੍ਹਾਂ ਇਰਾਨ ਦੇ ਵੀ ਆਪਾਂ ਗੱਲ ਕਰੀਏ, 591 ਨਵੇਂ ਕੇਸ ਆਏ ਤੇ 15 ਦੀ ਮੌਤ ਹੋਈ ਆ। ਹੁਣ ਆਪਣਾ ਜੇ ਗੁਆਂਢੀ ਮੁਲਕ USA ਦੀ ਆਪਾਂ ਗੱਲ ਕਰਦੇ ਆ, 160 ਕੇਸ ਹੋਏ ਆ ਤੇ 11 ਦੀ ਇੱਥੇ ਵੀ ਮੌਤ ਹੋਈ ਆ। ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਆ, ਇੱਥੇ ਹੁਣ ਕੇਸ 35 ਕੇਸ ਇੱਥੇ ਵੀ ਹੋ ਗਏ ਆ ਤੇ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਇੰਡੀਆ 'ਚ ਵੀ ਆਪਣੇ 30 ਹੋ ਗਏ ਆ। ਜੇ ਆਪਾਂ ਜਿਨ੍ਹਾਂ ਕੰਟਰੀਆਂ 'ਚ ਹੁਣ ਜ਼ਿਆਦਾ ਡੈਥ ਹੋਈ ਆ, ਟੋਟਲ ਤਾਂ ਆਪਾਂ 3308 ਕਹਿਤੀ ਆ। ਉਹ ਚਾਈਨਾ ਤੋਂ ਬਾਅਦ ਹੁਣ ਇਰਾਨ 'ਚ 107 ਦੀ ਮੌਤ ਹੋ ਚੁੱਕੀ ਆ, ਇਟਲੀ 'ਚ 107 ਦੀ ਹੋ ਚੁੱਕੀ ਆ, ਸਾਊਥ ਕੋਰੀਆ ਦੇ ਵਿੱਚ 40 ਦੀ ਹੋ ਚੁੱਕੀ ਆ। ਚਲੋ ਠੀਕ ਹੈ ਕਿ ਇਹਦੇ ਵਿੱਚ ਅਜੇ ਕੋਈ ਦਵਾਈ ਤਾਂ ਨਹੀਂ ਬਣੀ, ਕੋਈ ਵੈਕਸੀਨ ਬਣੀ ਨਹੀਂ, ਕਿਉਂਕਿ ਜੇ ਬਣੂਗੀ ਤਾਂ ਬਹੁਤ ਟਾਈਮ ਲੱਗ ਕੇ ਬਣੂਗੀ। ਮੈਂ ਤਾਂ ਇਹੀ ਸਾਰੇ ਤੁਹਾਡੇ ਜਿੰਨੇ ਵੀ PTN 24 ਦੇ ਸਰੋਤੇ ਆ ਉਹਨਾਂ ਨੂੰ ਇਹੀ ਕਹਿੰਦਾ ਕਿ ਜਿੰਨੀ ਵੱਧ ਤੋਂ ਵੱਧ ਤੁਸੀਂ ਪ੍ਰੀਕਾਸ਼ਨ ਰੱਖ ਸਕਦੇ ਆ ਉਹ ਸਭ ਤੋਂ ਜ਼ਿਆਦਾ ਬੈਟਰ ਆ। ਜਿਵੇਂ ਕੋਈ ਵੀ ਤੁਸੀਂ ਖਾਣਾ
ਖਾਣਾ ਹੱਥ ਆਪਣੇ ਧੋਤੇ ਜਾਣ ਤੇ ਸਾਫ਼ ਸਫਾਈ ਆਪਣੇ ਰੱਖੀ ਜਾਵੇ। ਜਿਵੇਂ ਆਪਾਂ ਬਹੁਤ ਸਾਰਾ ਕਦੀ ਗੱਲਾਂ ਨੂੰ ਕਦੀ ਮੂੰਹ ਨੂੰ ਆਪਾਂ ਹੱਥ ਲਾ ਲੈਂਦੇ ਆ, ਉਹਦੇ ਤੋਂ ਗਰੇਜ ਕੀਤਾ ਜਾਵੇ। ਕਿਸੇ ਵੇਲੇ ਚੰਦੀ ਸਾਹਿਬ ਜਿੱਦਾਂ ਕਹਿੰਦੇ ਹੁੰਦੇ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆ, ਹਨਾ। ਤੇ ਇਹਦੇ 'ਚ ਜਿੰਨਾ ਵੀ ਪ੍ਰੀਕਾਸ਼ਨ ਆ, ਹਾਂ ਵਿਟਾਮਿਨ ਸੀ ਜੇ ਤੁਸੀਂ ਲੈ ਰਹੇ ਆ ਤਾਂ ਬਹੁਤ ਵਧੀਆ ਜੀ। ਵਿਟਾਮਿਨ ਸੀ ਦੇ ਵਿੱਚ ਫਰੂਟ ਵਗੈਰਾ ਆ ਜਾਂਦੇ ਆ, ਜਿਵੇਂ ਔਰੰਜ, ਗ੍ਰੇਪ ਫਰੂਟ, ਬੈਰੀ ਜਿੰਨੀਆਂ ਵੀ ਹੋ ਗਈਆਂ, ਕੀਵੀ, ਟੋਮੈਟੋ, ਬਰੋਕਲੀ, ਸਪਰਾਊਟ, ਮੈਂਗੋ, ਪਪਾਇਆ, ਪਾਈਨਐਪਲ, ਤੇ ਇਹਦੇ ਸਪਲੀਮੈਂਟ ਵੀ ਮਿਲ ਜਾਂਦੇ ਆ ਜੀ ਆਪਣੇ ਵਿਟਾਮਿਨ ਸੀ ਦੇ, ਉਹ ਵੀ ਲੈ ਜਾ ਸਕਦੇ ਆ ਜੀ, ਹਨਾ। ਤੇ ਇੰਨੀ ਕੁ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ, ਧੰਨਵਾਦ ਤੁਹਾਡਾ। ਤੇ ਮੇਰਾ ਇੱਕ ਢਿੱਲੋਂ ਸਾਹਿਬ ਨੂੰ ਸਵਾਲ ਵੀ ਹੈ ਜੀ। ਜਿੱਦਾਂ ਮੈਂ ਦੇਖ ਰਿਹਾ ਸੀ ਕਿ ਜਿਹੜੇ ਦਿੱਲੀ ਦੇ ਵਿੱਚ ਦੰਗੇ ਹੋਏ ਆ ਤੇ ਉਹਨਾਂ ਦਾ ਜਿਹੜਾ ਨੁਕਸਾਨ ਸੋ ਫਾਰ ਇਹਨਾਂ ਨੇ ਲੱਭਿਆ ਆ ਉਹ 25,000 ਕਰੋੜ ਆ। ਜੇ ਇਹਦੀ ਆਪਾਂ ਮਲਟੀਪਲਾਈ ਇੱਧਰ ਅਮਰੀਕਨ ਡਾਲਰ ਨਾਲ ਕਰਦੇ ਆ ਕਿ ਰਫਲੀ ਥੋੜਾ ਉੱਤੇ ਥੱਲੇ ਵੀ ਹੋ ਸਕਦਾ 5 ਬਿਲੀਅਨ ਬਣ ਜਾਂਦਾ। ਚਲੋ ਠੀਕ ਹੈ, ਕੇਜਰੀਵਾਲ ਤਾਂ ਉਹਨਾਂ ਦੀ ਬਹੁਤ ਮਦਦ ਕਰ ਰਿਹਾ। ਜੇ ਆਪਾਂ ਦੇਖਿਆ ਜਾ ਕੇ 5 ਬਿਲੀਅਨ ਬਹੁਤ ਵੱਡੀ ਰਕਮ ਹੋ ਜਾਂਦੀ ਆ। ਸੈਂਟਰ ਸਰਕਾਰ ਨੇ ਤਾਂ ਇਹਨਾਂ ਜਿੰਨਿਆਂ ਦੀ 48 ਦੀ ਇਸ ਵੇਲੇ ਮੌਤ ਹੋ ਚੁੱਕੀ ਆ, ਉਹਨਾਂ ਦੇ ਕੋਈ ਦੁੱਖ ਪ੍ਰਗਟ ਨਹੀਂ ਕੀਤਾ ਇਹਨਾਂ ਦੇ, ਤਾਂ ਹੈਲਪ ਉਹਨਾਂ ਨੇ ਕੀ ਕਰਨੀ ਆ? ਇਹ ਕਿਵੇਂ ਹੋ ਸਕਦਾ ਹੈ ਕਿ ਦਿੱਲੀ ਸਰਕਾਰ ਤੋਂ ਵੀ ਇੰਨਾ ਪੈਸਾ ਹੈ ਨਹੀਂ ਤੇ ਦਿੱਲੀ ਸਰਕਾਰ ਕਿਵੇਂ ਇੰਨਾ ਨੁਕਸਾਨ ਭਰ ਸਕਦੀ ਹੈ ਜੇ ਸੈਂਟਰ ਸਰਕਾਰ ਨਹੀਂ ਉਹਨਾਂ ਦਾ ਸਾਥ ਦਿੰਦੀ? ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਮੈਂ ਆਖਰੀ ਸੁਣ ਲੈਣਾ ਜੀ। ਧੰਨਵਾਦ। ਹਾਂ, ਧੰਨਵਾਦ ਜੀ, ਇੰਨੀ ਜਾਣਕਾਰੀ ਦੇਣ ਲਈ ਵੀ ਧੰਨਵਾਦ ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਜਿਹੜੀ ਡੈਥ ਦੀ ਗਿਣਤੀ ਹੈ ਉਹ ਵੱਧ ਗਈ ਹੈ, ਉਹ 48 ਤੋਂ ਵੱਧ ਕੇ 53 ਹੋ ਗਈ ਹੈ ਜੀ। ਬਿਲਕੁਲ ਵੀਰ ਜੀ ਨੇ ਜਿਵੇਂ ਕਿਹਾ, ਨੁਕਸਾਨ ਬਹੁਤ ਜ਼ਿਆਦਾ। ਅਜੇ ਤੱਕ ਸੈਂਟਰ ਦੀ ਸਰਕਾਰ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਜੀ। ਕੇਜਰੀਵਾਲ ਦੀ ਸਰਕਾਰ ਦਾ ਜੇ ਆਪਾਂ ਕਹੀਏ ਵੀ ਕੇਜਰੀਵਾਲ ਦੀ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ, ਜਿਵੇਂ ਮਦਦ ਹੋਣੀ ਚਾਹੀਦੀ ਹੈ ਉਵੇਂ ਮਦਦ ਨਹੀਂ ਹੋ ਰਹੀ, ਕਿਉਂਕਿ ਇੱਥੇ ਵੀ ਵੇਖ ਕੇ ਟਿੱਕਾ ਕੱਢਿਆ ਜਾਂਦਾ ਹੈ। ਰਤਨ ਲਾਲ ਕਾਂਸਟੇਬਲ ਦੀ ਹੈਡ ਕਾਂਸਟੇਬਲ ਦੀ ਮੌਤ ਹੁੰਦੀ ਹੈ, ਉਹ ਦਿੱਲੀ ਪੁਲਿਸ ਦਾ ਸਿਪਾਹੀ ਹੈ, ਦਿੱਲੀ ਦਾ ਕਾਡਰ ਹੈ, ਉਹਦਾ ਜੇ 1 ਕਰੋੜ ਰੁਪਈਆ ਮੁਆਵਜ਼ਾ ਦਿੱਤਾ, ਇਹਨਾਂ ਦੀ ਪਾਲਿਸੀ ਆ ਉਹ ਠੀਕ ਹੈ। ਦੂਜੇ ਪਾਸੇ ਅੰਕਿਤ ਸ਼ਰਮਾ ਇੰਟੈਲੀਜੈਂਸ ਬਿਊਰੋ ਦਾ ਕਰਮਚਾਰੀ ਹੈ, ਸੈਂਟਰ ਸਰਕਾਰ ਦਾ ਕਰਮਚਾਰੀ ਹੈ। ਸੈਂਟਰ ਸਰਕਾਰ ਨੇ ਆਪਦੇ ਨਿਯਮਾਂ ਮੁਤਾਬਕ ਉਹਨੂੰ ਦਿੱਤੀ ਹੈ, ਉੱਥੇ ਕੇਜਰੀਵਾਲ ਸਾਹਿਬ ਦੀ ਸਰਕਾਰ ਦਿੰਦੀ ਹੈ ਉਹਨੂੰ ਵੀ 1 ਕਰੋੜ ਰੁਪਈਆ। ਲੇਕਿਨ ਜਿਹੜੇ ਲੋਕ ਦੰਗਿਆਂ ਦੇ ਵਿੱਚ, ਨਹੀਂ ਮੈਂ ਕਹੂੰਗਾ ਕਤਲੇਆਮ ਕਹੂੰਗਾ, ਇਹ ਦੂਜਾ ਮੁਸਲਿਮ ਕਤਲੇਆਮ ਹੈ ਗੁਜਰਾਤ ਤੋਂ ਬਾਅਦ, ਔਰ ਦੂਜਾ ਹੀ ਦਿੱਲੀ ਦਾ ਕਤਲੇਆਮ ਹੈ 1984 ਦੇ ਸਿੱਖ ਕਤਲੇਆਮ ਤੋਂ ਬਾਅਦ। ਇਹਨਾਂ ਨੂੰ ਕਿਹੜੀ ਮਦਦ ਦਿੱਤੀ ਹੈ ਜੀ? ਕਹਿੰਦੇ 10-10 ਲੱਖ ਰੁਪਈਆ ਦੇਵਾਂਗੇ। ਅੱਜ ਦੇ ਜ਼ਮਾਨੇ 'ਚ 10 ਲੱਖ ਰੁਪਈਏ ਨਾਲ ਕੱਖ ਨਹੀਂ ਬਣਦਾ, ਜਿਨ੍ਹਾਂ ਦਾ ਕਾਰੋਬਾਰ ਟੋਟਲ ਤਬਾਹ ਹੋ ਗਿਆ, ਵੱਡੀਆਂ ਵੱਡੀਆਂ ਦੁਕਾਨਾਂ ਤਬਾਹ ਹੋ ਗਈਆਂ, ਸਕੂਲ ਤਬਾਹ ਹੋ ਗਏ। 10 ਲੱਖ ਰੁਪਈਆ ਉੱਥੇ ਮਹੀਨੇ ਕੀ ਰੱਖਦਾ ਹੈ? ਵਿਤਕਰਾਬਾਜ਼ੀ ਕਿਉਂ ਹੋਵੇ ਕਿ ਇੱਕ ਪਾਸੇ ਇੱਕ ਦੇ ਨਾਂ ਨਾਲ ਅੰਕਿਤ ਦੇ ਨਾਲ ਸ਼ਰਮਾ ਲੱਗਦਾ, ਉੱਥੇ 1 ਕਰੋੜ, ਦੂਜੇ ਪਾਸੇ ਜੇ ਕੋਈ ਖਾਨ ਹੈ ਤਾਂ ਕੋਈ ਹਾਂ ਦਾ ਨਾਰਾ ਵੀ ਨਹੀਂ ਮਾਰਦਾ। ਅਜੇ ਤੱਕ ਮਤਲਬ ਕੋਈ ਵੀ ਪੋਲੀਟੀਕਲ ਪਾਰਟੀ, ਨਾ ਆਮ ਆਦਮੀ ਪਾਰਟੀ ਔਰ ਨਾ ਹੀ ਭਾਰਤੀ ਜਨਤਾ ਪਾਰਟੀ, ਇਹਨਾਂ ਦੇ ਲੀਡਰ ਜਿਹੜੇ ਹੈਗੇ ਆ ਉਹਨਾਂ ਦੁਖੀਆਂ ਦੇ ਨਾਲ ਹਾਂ ਦਾ ਨਾਰਾ ਮਾਰਨ ਵਾਸਤੇ ਨਹੀਂ ਗਏ। ਸਿਰਫ ਕੱਲ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਹੈ, ਜਿਹੜੀ ਉਹਦਾ ਮੁੰਡਾ ਸੰਦੀਪ ਦੀਕਸ਼ਿਤ, ਉਹ 2 ਅਲੱਗ-ਅਲੱਗ ਗਰੁੱਪਾਂ ਦੀਆਂ ਸ਼ਕਲਾਂ ਦੇ ਵਿੱਚ ਗਏ ਆ। ਉਹਨਾਂ ਨੇ ਜਾ ਕੇ ਕਿਤੇ ਥੋੜਾ ਬਹੁਤਾ ਲੋਕਾਂ ਦਾ ਹਾਂ ਦਾ ਨਾਰਾ ਮਾਰਿਆ ਔਰ ਇੱਕ ਸਕੂਲ ਨੂੰ ਜਲਿਆ ਹੋਇਆ ਦੇਖ ਕੇ ਜਿਹੜਾ ਰਾਹੁਲ ਗਾਂਧੀ ਨੇ ਠੀਕ ਟਿੱਪਣੀ ਕੀਤੀ ਹੈ ਕਿ ਸਾਡੀ ਸਰਕਾਰ ਜਿਹੜੀ ਹੈਗੀ ਹੈ ਇਹ ਐਡੀ ਪਿਛੜਖੁਰੀ ਸਰਕਾਰ ਹੈ ਕਿ ਸਕੂਲਾਂ ਨੂੰ ਅੱਗ ਲਾਉਣ ਦਾ ਮਤਲਬ ਹੈ ਅਸੀਂ ਆਪਣੇ ਭਵਿੱਖ ਨੂੰ ਸਾੜ ਰਹੇ ਹਾਂ, ਅਸੀਂ ਭਵਿੱਖ ਨੂੰ ਸਾੜਨ ਵਾਲੇ ਪਾਸੇ ਚੱਲਦੇ ਹਾਂ, ਕਿਉਂਕਿ ਸਕੂਲਾਂ ਨੇ ਲੋਕਾਂ ਨੂੰ ਸੰਸਕਾਰ ਦੇਣੇ ਆ, ਵਿੱਦਿਆ ਦੇਣੀ ਹੈ, ਗਿਆਨ ਦੇਣੇ। ਤੇਰੇ ਗਿਆਨ ਦੇ ਮੰਦਰਾਂ ਨੂੰ ਅਸੀਂ ਅੱਗ ਲਾ ਦਾਂਗੇ, ਕੀ ਬਣਾਂਗੇ? ਮੇਰੇ ਖਿਆਲ ਮੁਤਾਬਕ ਜਿਹੜੇ ਵਿਚਾਰੇ ਮਾਰੇ ਗਏ, ਜਿਨ੍ਹਾਂ ਦੇ ਕਾਰੋਬਾਰ ਤਬਾਹ ਹੋ ਗਏ, ਉਹ ਤਬਾਹ ਹੋ ਗਏ। ਉਹ ਬਿਲਕੁਲ ਉਸੇ ਤਰੀਕੇ, ਪਤਾ ਨਹੀਂ ਅਜੇ ਕਿੰਨੇ ਵਰੇ ਕਿੰਨੇ ਦਹਾਕੇ ਉਹਨਾਂ ਨੂੰ ਰੋਣਾ ਪਿੱਟਣਾ ਪਊਗਾ ਉਹਨਾਂ ਦੇ ਪੱਲੇ, ਜਿਵੇਂ 84 ਦੇ ਸਿੱਖ ਕਤਲੇਆਮ ਦੇ ਅੱਜ ਤੱਕ ਪਏ ਹੋਏ ਹੈ। ਕਿਉਂਕਿ ਜਦੋਂ ਦੇਸ਼ ਦਾ ਸ਼ਾਸਕ ਪ੍ਰਜਾ ਨੂੰ ਪ੍ਰਜਾ ਨਾਲ ਸਮਝੇ, ਪ੍ਰਜਾ ਦੇ ਧਰਮ ਦੇ ਉੱਤੇ, ਪ੍ਰਜਾ ਦੀ ਜਾਤ ਦੇ ਉੱਤੇ, ਪ੍ਰਜਾ ਦੇ ਨਾਂ ਦੇ ਉੱਤੇ ਦੇਖ ਕੇ ਵਿਤਕਰੇਬਾਜ਼ੀ ਕਰਨ ਲੱਗ ਜੇ, ਉਦੋਂ ਦੇਸ਼ ਬਹੁਤਾ ਲੰਬਾ ਸਮਾਂ ਚੱਲਦਾ ਨਹੀਂ। ਡਰ ਇਹ ਲੱਗਦਾ ਹੈ ਕਿ ਜਿਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਇਸ ਵੇਲੇ ਦਾਖਲ ਹੋ ਚੁੱਕੇ ਹਾਂ, ਕਿਤੇ ਇਹ ਨਾ ਹੋ ਜੇ ਕਿ ਸਾਡਾ ਦੇਸ਼ ਹੈ ਜਿਹੜਾ ਇਹ ਡਿਸਇੰਟੈਗਰੇਟ ਹੋਣ ਵਾਲੇ ਪਾਸੇ ਨਾ ਵੱਧ ਜੇ। ਅੱਜ ਈਰਾਨ ਦੇ ਧਾਰਮਿਕ ਆਗੂ ਖਮੇਨੀ ਨੇ ਕਿਹਾ ਹੈ ਕਿ ਭਾਰਤ ਦੀ ਸਰਕਾਰ ਤੇ ਭਾਰਤ ਦੇਸ਼ ਹੈ ਜਿਹੜਾ ਉਹ ਦੁਨੀਆ ਵਿੱਚੋਂ ਨਿਖੜਦਾ ਜਾ ਰਿਹਾ ਹੈ। ਔਰ ਅੱਜ ਇਸ ਵਿਸ਼ੇ ਦੇ ਉੱਤੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਜ਼ਿਕਰ ਹੋਇਆ ਹੈ। ਯੂਐਨਓ ਦੇ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਉਹਨਾਂ ਨੇ ਵੀ ਇੱਕ ਜਿਹੜੀ ਹੈਗੀ ਹੈ
ਦਖਲ ਅੰਦਾਜ਼ੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰਤੀ ਹੈ। ਜਿਹੜੇ ਭਾਰਤ ਦੀ ਸਾਰੀ ਦੁਨੀਆ ਦੇ ਵਿੱਚ ਕਿਤੇ ਸਤਿਕਾਰ ਹੁੰਦਾ ਸੀ, ਇੱਜ਼ਤ ਹੁੰਦੀ ਸੀ, ਅੱਜ ਉਸ ਭਾਰਤ ਨੂੰ ਜੇ ਸਮਝੋ ਤੁਸੀਂ, ਮੈਂ ਇਹ ਕਹੂੰਗਾ ਕਿ ਜੇ UN ਦਾ ਹਿਊਮਨ ਰਾਈਟਸ ਕਮਿਸ਼ਨ ਸਾਡੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਂਦਾ ਤਾਂ ਦੁਨੀਆ ਦੀ ਪੰਚਾਇਤ ਆ ਸਾਡੇ ਖਿਲਾਫ। ਇਟ ਮੀਨਸ ਕਿ ਸਾਰੀ ਦੁਨੀਆ ਹੀ ਸਾਡੇ ਜਿਹੜਾ ਹੈਗਾ ਐਕਟ ਹੈ, ਜਿਹੜਾ ਸਾਡਾ ਜਿਹੜਾ ਇਹ ਕਾਰਾ ਹੈ, ਇਸ ਕਾਰਨ ਨੂੰ ਲੈ ਕੇ ਚਿੰਤਤ ਹੈ। ਦੂਜੇ ਪਾਸੇ ਨੂੰ ਜਾ ਰਿਹਾ ਬੜਾ ਖਤਰਨਾਕ ਯੁੱਗ ਦੇ ਵਿੱਚ ਅਸੀਂ ਦਾਖਲ ਹੋ ਰਹੇ ਹਾਂ ਜੀ। ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ, ਤੇ ਇਹ ਪ੍ਰੋਗਰਾਮ ਜਿਹੜਾ ਆ ਨਿਰੰਤਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜੀ। ਮੇਰੇ ਤੋਂ ਬਾਅਦ ਭੱਟੀ ਸਾਹਿਬ ਹੁੰਦੇ, ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਨਿਰੰਤਰ 3 ਵਜੇ ਤੱਕ ਅਮਰ ਸਿੰਘ ਪੱਡਾ ਜਿਹੜਾ ਤਹਿਲਕਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਜੀ। ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਤੇ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਨੈਕਸਟ ਵੀਕ ਮੰਡੇ ਤੋਂ 9:30 ਵਜੇ ਟਿਊਨ ਆਨ ਕਰ ਲੈਣਾ ਜੀ। 9:30 ਤੋਂ ਲੈ ਕੇ ਤੇ 3 ਵਜੇ ਤੱਕ ਪੂਰਾ ਪ੍ਰੋਗਰਾਮ ਚੱਲਿਆ ਕਰੂਗਾ ਜੀ। ਸਵੇਰੇ ਜਿਹੜਾ 9:30 ਤੋਂ ਲੈ ਕੇ 11 ਵਜੇ ਤੱਕ PTN 24, ਉਸ ਤੋਂ ਬਾਅਦ ਭੱਟੀ ਸਾਹਿਬ ਆਉਂਦੇ ਨੇ, ਤੇ ਉਸ ਤੋਂ ਬਾਅਦ ਅਮਰ ਸਿੰਘ ਜੀ ਪੱਡਾ ਤਹਿਲਕਾ ਪ੍ਰੋਗਰਾਮ ਲੈ ਕੇ ਆਉਂਦੇ ਨੇ। ਇਹ ਪ੍ਰੋਗਰਾਮ ਤੁਸੀਂ PTN 24 ਦੇ ਐਪ ਤੇ ਫੋਨ ਲਾਈਨਾਂ ਤੇ ਵੀ ਸੁਣ ਸਕਦੇ ਹੋ, TV ਤੇ ਵੀ ਦੇਖ ਸਕਦੇ ਹੋ, ਤੇ ਨਾਲ ਹੀ ਤਹਿਲਕਾ ਦੇ ਐਪ ਤੇ, ਤਹਿਲਕਾ ਦੇ ਫੋਨਾਂ ਤੇ, ਤੇ ਤਹਿਲਕਾ ਰੇਡੀਓ ਤੇ 1690 AM ਤੇ ਵੀ ਲਗਾਤਾਰ ਤੁਸੀਂ ਸੁਣ ਸਕਦੇ ਹੋ। ਆਪਣੇ ਨਾਲ ਕਾਲਰ ਜੁੜੇ ਹੋਏ ਆ ਜੀ, ਲੰਮੇ ਸਮੇਂ ਤੋਂ ਕਾਲਾਂ ਲਈਏ ਢਿੱਲੋਂ ਸਾਹਿਬ ਪਹਿਲਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮਾਫੀ ਚਾਹੁੰਦੇ ਪਹਿਲਾਂ ਤਾਂ ਉਹਨੂੰ ਕਾਫੀ ਲੰਮਾ ਸਮਾਂ ਹੋਲਡ ਕਰਨਾ ਪਿਆ ਜੀ। ਕੋਈ ਗੱਲ ਨਹੀਂ, ਸੁਣ ਚ ਵੀ ਕੁਝ ਪਤਾ ਲੱਗਦਾ ਜੀ। ਜੀ ਤੇ ਦੇਖੋ ਜੀ, ਪਹਿਲਾਂ ਤਾਂ ਤੁਸੀਂ ਇਹ ਗੱਲ ਕੀਤੀ ਹੈ ਕਰੋਨਾ ਵਾਇਰਸ ਦੀ ਜੀ। ਇੱਕ ਗੱਲ ਕਰਨੀ ਹਰ ਇੱਕ ਬੰਦਾ ਭੁੱਲ ਜਾਂਦਾ, ਜਿਹੜੀ ਬਹੁਤ ਜ਼ਰੂਰੀ ਆ। ਹੱਥ ਧੋਣੇ ਦਾ ਹਰੇਕ ਬੰਦਾ ਕਹੀ ਜਾਂਦਾ, ਪਰ ਇਹਨਾਂ ਕੰਟਰੀਆਂ 'ਚ ਰਿਵਾਜ ਆ ਕਿਸ ਕਰਨੇ ਦਾ। ਜਦੋਂ ਵੀ ਕੋਈ ਮਿਲਦਾ ਕਿਸੇ ਨੂੰ ਮੋਢੇ ਨਾਲ ਕਿਸ ਕਰਦਾ, ਕਿਸੇ ਨੂੰ ਕਿਸ ਤਰ੍ਹਾਂ ਕਰਦਾ, ਇਹ ਬਹੁਤ ਡੇਂਜਰਸ ਆ, ਕਿਉਂਕਿ ਉਹ ਸਿੱਧੇ ਵਿਅਕਤੀ ਦੀ ਤੁਹਾਡੇ ਅੰਦਰ ਜਾਂਦੇ ਜੇ ਤੁਸੀਂ ਕਿਸੇ ਦੇ ਮੂੰਹ ਦੇ ਨਾਲ ਮੂੰਹ ਲਾਣੇ ਆ। ਇਹ ਤੋਂ ਪਰਹੇਜ਼ ਕਰਨਾ ਚਾਹੀਦਾ, ਜਿਹੜਾ ਕਿ ਅੱਜ ਤੱਕ ਕਿਸੇ ਨੇ ਨਹੀਂ ਕਿਹਾ। ਤੇ ਦੂਸਰੀ ਗੱਲ, ਜਾਪਾਨ ਵਾਲੇ ਨੇ ਇੰਨਾ ਪ੍ਰੀਕਾਸ਼ਨ ਵਰਤਿਆ, ਉਹ ਕਹਿੰਦੇ ਕਿਸੇ ਵੀ ਮੁਲਕ ਦੇ ਵਿੱਚੋਂ ਕੋਈ ਵੀ ਬੰਦਾ ਸਾਡੇ ਆਂਦਾ, ਪਹਿਲਾਂ ਉਹ ਕੁਆਰੰਟਾਈਨ ਜਿਹੜੀ 2 ਵੀਕ ਦੀ ਆ ਉਹਦੇ ਥਰੂ ਜਾਊਗਾ। ਜਦ ਕਿ ਕੈਨੇਡਾ ਗੌਰਮੈਂਟ ਨੇ ਇਦਾਂ ਦਾ ਕੁਛ ਨਹੀਂ ਕੀਤਾ। ਇਹ ਕਹਿੰਦੇ ਜਿਹੜਾ ਬੰਦਾ ਘਰ ਚੱਲ ਜਾਵੇ, ਜੇ ਉਹ ਬਿਮਾਰ ਹੋਵੇ ਤਾਂ ਸਾਨੂੰ ਦੱਸੇ। ਇੱਥੇ ਇੰਨਾ ਖੋਲ੍ਹ ਦਿੱਤੀ ਉਹ ਇਹਨਾਂ ਨੇ ਇਸ ਕੋਰੋਨਾ ਵਾਇਰਸ ਨੂੰ, ਕੁਛ ਨਹੀਂ ਕਰਦੇ, ਰੌਲਾ ਵੱਧ ਪਾਉਂਦੇ ਆ। ਲੇਕਿਨ ਜਿਹੜੀ ਮੁੱਢਲੀ ਕਾਰਵਾਈ ਆ, ਜਦੋਂ ਚੋਰ ਆਦਾ ਘਰ 'ਚ ਵੜਨ ਤੋਂ ਪਹਿਲਾਂ ਜੇ ਤਾਂ ਫੜ ਹੋ ਗਿਆ, ਜੇ ਘਰ 'ਚ ਵੜ ਗਿਆ ਉਹਨੇ ਕੁਛ ਨਾ ਕੁਛ ਜ਼ਰੂਰ ਉੱਥੇ ਅਤਿਆਚਾਰ ਕਰਨਾ ਆ। ਇਹ ਘਰ ਤੋਂ ਬਣਨੇ ਤੋਂ ਪਹਿਲਾਂ ਰੁਕ ਲੈਣ। ਜਦੋਂ ਅੰਦਰ ਆ ਜਾਂਦੇ ਫਿਰ ਉਹ ਬੱਸਾਂ ਨੂੰ ਚੈੱਕ ਕਰਦੇ ਆ, ਉਹਨਾਂ ਜਹਾਜ਼ਾਂ ਨੂੰ ਚੈੱਕ ਕਰਦੇ ਆ, ਉਸ ਏਰੀਏ ਨੂੰ ਚੈੱਕ ਕਰਦੇ ਆ। ਇਹ ਬਹੁਤ ਖਤਰਨਾਕ ਗੱਲ ਹੈਗੀ ਆ। ਇਹਨਾਂ ਨੂੰ ਗੌਰਮੈਂਟ ਨੂੰ ਅਵੇਅਰ ਹੋਣਾ ਚਾਹੀਦਾ ਸਭ ਤੋਂ ਪਹਿਲਾਂ, ਫਿਰ ਇਹ ਤੇ ਠੱਲ ਪਾ ਸਕਦੇ ਆ। ਕੋਈ ਵੀ ਬੰਦਾ ਐਂਟਰ ਨਾ ਹੋਵੇ। ਜਦ ਕਹਿਤਾ ਉਹਨਾਂ ਮੁਲਕਾਂ ਦੇ ਵਿੱਚ ਵਾਇਰਸ ਹੈਗਾ ਆ, ਜਿਹੜਾ ਉੱਥੇ ਨੂੰ ਜਾਂਦਾ 15 ਦਿਨ ਬਾਹਰ ਰਹੇ। ਜੇ ਗੌਰਮੈਂਟ ਕੋਲ ਪੈਸੇ ਹੈ ਨਹੀਂ, ਉਹ ਆਪਣੇ ਖਰਚੇ ਤੇ ਰਹੇ, ਫਿਰ ਲੋਕ ਬਾਹਰ ਨਹੀਂ ਜਾਓਗੇ। ਇਹ ਚਾਹੀਦਾ। ਦੂਸਰੀ ਗੱਲ ਜਿਹੜੀ ਆ, ਮੂਸੇ ਦੀ ਗੱਲ ਇਹਨਾਂ ਨੇ ਕਹੀ, ਮਾਤਾ ਭਾਗੋ ਦੇ ਖਿਲਾਫ ਉਹਨੇ ਕੁਛ ਗਾਇਆ, ਮਾਫੀਆਂ ਵੀ ਮੰਗੀਆਂ। ਇਹਨਾਂ ਲੋਕਾਂ ਨੂੰ ਮਾਫੀ ਦਾ ਕੋਈ ਅਸਰ ਨਹੀਂ, ਸਿਰਫ ਟਾਈਮ ਪਾਸ ਕਰਦੇ ਆ। ਮਾਈ ਭਾਗੋ ਜੀ ਦਾ ਨਾਂ ਸਾਡੇ ਇਤਿਹਾਸ ਵਿੱਚ ਇੰਨਾ ਉੱਚਾ ਤੇ ਸੁੱਚਾ ਆ, ਜਿਹੜਾ ਹੋਰ ਕੋਈ ਉਹ ਜਗ੍ਹਾ ਨਹੀਂ ਲੈ ਸਕਦਾ। ਜੇ ਮਾਧੋ ਭਾਗੋ ਜੀ ਬਹਾਦਰੀ ਨਾ ਕਰਦੇ, ਸਾਡੇ ਦੇ ਉੱਤੇ ਜਿਹੜਾ ਕਲੰਕ ਲੱਗ ਗਿਆ ਸੀਗਾ ਨਾ, ਜਿਹੜੀ ਕਹਾਵਤ ਵੀ ਬਣ ਗਈ ਸੀਗੀ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਭੱਜ ਗਏ ਮੈਦਾਨ ਛੱਡ ਕੇ, ਉਹ ਸਾਨੂੰ ਬਹਾਦਰ ਸਿੱਖ ਕਹਿੰਦੀ ਹੈ ਕੌਮ, ਨਹੀਂ ਤਾਂ ਸਾਨੂੰ ਡਰਪੋਕ ਤੇ ਭਗੌੜੇ ਗਿੱਦੜ ਕਹਿਣਾ ਸੀ ਲੋਕਾਂ ਨੇ। ਜੇ ਮਾਤਾ ਭਾਗੋ ਜੀ ਬਹਾਦਰੀ ਨਾ ਦਿਖਾਲਦੇ, ਉਹਨਾਂ ਨੇ ਸਾਡਾ ਕਲੰਕ ਧੋਤਾ, ਉਹ ਪੂਜਣ ਯੋਗ ਹੈਗੇ ਆ। ਉਹ ਤੋਂ ਖਿਲਾਫ ਨਾ ਕੋਈ ਸੁਣੇ ਤੇ ਨਾ ਕੋਈ ਕੁਛ ਕਹੇ। ਮੈਂ ਤਾਂ ਇਹ ਕਹਿਣਾ ਆ। ਹਾਂ, ਦੂਸਰੀ ਗੱਲ ਇਹ ਹੈਗੀ ਲੱਚਰ ਗੀਚਾਂ ਦੀ, ਜੇ ਸਾਡੇ ਜਿਹੜੇ ਮਿਨਿਸਟਰ ਹੈਗੇ ਉਹ ਲੱਚਰਪੁਣਾ ਧਾਰਨਗੇ, ਇਹਨਾਂ ਨੂੰ ਸ਼ਹਿ ਮਿਲਦੀ ਆ। ਸਾਡੇ ਉੱਥੇ ਮਿਨਿਸਟਰ ਕੀ ਕਰ ਰਹੇ ਆ, ਪਾਕਿਸਤਾਨ ਤੋਂ ਦੂਸਰੇ ਕੰਟਰੀ ਤੋਂ ਲਿਆ ਕੇ ਗਰਲਫ੍ਰੈਂਡ ਬਣਾਉਣੀਆਂ। ਇਹ ਲੱਚਰਪੁਣਾ ਨਹੀਂ ਹੈਗਾ। ਉਹ ਕਿਉਂ ਨੇ ਉਹ ਸਿੱਖ ਹੋ ਕੇ ਏਦਾਂ ਦੇ ਕੰਮ ਕਰਦੇ? ਕਿਉਂ ਨੇ ਅਕਾਲ ਤਖ਼ਤ ਵਾਲੇ ਕਹਿੰਦੇ ਉਹਨਾਂ ਨੂੰ ਆ ਕੇ ਮਾਫੀ ਮੰਗੋ? ਇੱਥੇ ਵੀ ਇੱਕ ਬੰਦਾ ਏਦਾਂ ਦਾ ਹੈਗਾ, ਗੁਰੂ ਨਾਨਕ ਦੇਵ ਜੀ ਦੇ ਖਿਲਾਫ ਬੋਲ ਗਿਆ। ਮੋਦੀ ਜੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੀਤੀ। ਉਹ ਕਹਿੰਦੇ ਮੋਦੀ ਜੀ ਆਪ ਉਹੀ ਮੁਸਲਮਾਨਾਂ ਦਾ ਕਰ ਰਿਹਾ ਜੋ ਗੁਰੂ ਗੋਬਿੰਦ ਸਿੰਘ ਕਰਦਾ ਸੀ। ਉਹ ਤਾਂ ਅਤਿਆਚਾਰ ਨੂੰ ਮਿਟਾਉਂਦੇ ਸੀ ਤੇ ਮੋਦੀ ਅਤਿਆਚਾਰ ਮਚਾਉਂਦਾ ਆ। ਕਿੱਦਾਂ ਉਹਦੇ ਨਾਲ ਮਿਲਾ ਸਕਦੇ? ਇੱਥੇ ਵੀ ਹੈਗੇ ਆ ਇੱਕ ਬੰਦਾ ਜਿਹੜਾ ਤੁਹਾਡੇ ਪ੍ਰੋਗਰਾਮ ਦੇ ਉੱਤੇ ਇਹ ਆ ਕੇ ਇੰਨੀ ਗੱਲ ਕਹਿ ਗਿਆ। ਉਹਨੂੰ ਅਕਾਲ ਤਖ਼ਤ ਵਾਲੇ ਕੁਛ ਨਹੀਂ ਕਹਿੰਦੇ, ਇੱਥੇ ਧਾਰਮਿਕ ਸੰਸਥਾ ਬੈਠੀਆਂ ਕੁਛ ਨਹੀਂ ਕਹਿੰਦੀ। ਉਹ ਸਰੇਆਮ ਮੈਂ ਕਹਿ ਕੇ ਗਿਆ ਗੁਰੂ ਨਾਨਕ ਦੇਵ ਜੀ ਨੂੰ ਵੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ। ਲੋਕਾਂ ਨੂੰ ਇਹਨਾਂ ਵੱਲ ਵੀ ਧਿਆਨ ਰੱਖਣਾ ਚਾਹੀਦਾ, ਜਿਹੜੇ ਕੈਨੇਡਾ ਵਿੱਚ ਬੈਠ ਕੇ ਏਦਾਂ ਦੀਆਂ ਗੱਲਾਂ ਕਰਦੇ ਆ। ਧੰਨਵਾਦ ਵੀਰ ਜੀ। ਆਪਾਂ ਲੈਣੇ ਢਿੱਲੋਂ ਸਾਹਿਬ ਉਹਨਾਂ ਕੋਲੋਂ ਗੱਲਾਂ ਬਾਤਾਂ ਕਰਦੇ। ਇੱਕ ਕਾਲ ਹੋਰ ਲੈ ਲਈਏ ਜੀ। ਧੰਨਵਾਦ। ਹੈਲੋ, ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਢਿੱਲੋਂ ਸਾਹਿਬ, ਮੇਰਾ ਤਾਂ ਕੁਐਸਚਨ ਹੀ ਆ ਇੱਕ ਦਿੱਲੀ ਬਾਰੇ ਪੁੱਛਣਾ ਸੀਗਾ। ਕੋਈ ਨਵੇਂ ਕੋਈ ਕਾਫੀ ਅਫਵਾਹਾਂ ਜਿਹੀਆਂ ਆ ਰਹੀਆਂ, ਕੋਈ ਉੱਥੇ ਨਵਾਂ ਵੀ ਕੁਝ ਸਾੜ ਫੂਕ ਹੋਇਆ? ਦੂਸਰਾ ਇੱਕ ਹੈਗਾ ਜਿਹੜਾ ਪੰਜਾਬੀ ਨੂੰ ਲੈ ਕੇ ਹੈ, ਕਹਿੰਦੇ ਪੰਜਾਬੀ ਦਾ ਜਿਹੜਾ ਪੰਜਾਬ ਸਿੱਖਿਆ ਬੋਰਡ ਦਾ 8ਵੀਂ ਦਾ ਪੇਪਰ ਸੀਗਾ, ਉਹਦੇ ਵਿੱਚ ਕੁਐਸਚਨ ਪੇਪਰ ਦੇ ਵਿੱਚ 28 ਗਲਤੀਆਂ ਕੱਢੀਆਂ ਗਈਆਂ। ਇੱਕ ਤਾਂ ਇਹ ਦੱਸੋ, ਜਿਹੜੇ ਪੰਜਾਬੀ ਦਾ ਪੇਪਰ ਤਿਆਰ ਕਰਦੇ ਆ, ਪਹਿਲੀ ਗੱਲ ਤਾਂ ਜਿਹੜੇ 28 ਗਲਤੀਆਂ ਕੁਐਸਚਨ ਪੇਪਰ 'ਚ ਕਰ ਰਿਹਾ ਆ, ਉਹ ਜਿਹੜਾ ਪੇਪਰ ਤਿਆਰ ਕਰ ਰਿਹਾ, ਉਹ ਇਹਦਾ ਮਤਲਬ ਉਹਨੂੰ ਪੰਜਾਬੀ ਬਾਰੇ ਕੋਈ ਨੌਲੇਜ ਨਹੀਂ ਹੈਗੀ। ਠੀਕ ਹੈ ਜੀ। ਇੱਕ ਤਾਂ ਇਹਦੇ ਬਾਰੇ ਦੱਸੋ ਵੀ ਜਿਹੜੇ ਪੇਪਰ ਉੱਪਰ ਤਿਆਰ ਕਰਦੇ ਆ, ਕੀ ਇਹ ਪੰਜਾਬੀ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਜਾਂ ਕੀ, ਜਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹਦੇ ਬਾਰੇ ਕੁਛ? ਦੂਸਰਾ, ਹਰਿਆਣੇ ਦੇ ਵਿੱਚ ਵੀ ਉਹਨੇ ਪੰਜਾਬੀ ਨੂੰ ਸੈਕੰਡ ਭਾਸ਼ਾ ਦਾ ਦਰਜਾ ਦਿੱਤਾ ਹੈ। ਉਹ ਵੀ ਕਹਿੰਦੇ ਜੀ ਪਹਿਲੀ ਜਿਹੜੀ ਹਿੰਦੀ 'ਚ ਜਿਹੜੇ ਸਾਈਨ ਬੋਰਡ ਵੀ ਪਹਿਲੇ ਹਿੰਦੀ 'ਚ ਲਿਖੇ ਜਾਣਗੇ, ਸੈਕੰਡ ਜਿਹੜੇ ਆ ਪੰਜਾਬੀ 'ਚ, ਫਿਰ ਇੰਗਲਿਸ਼ ਵਿੱਚ ਆ ਜੀ। ਉਹ ਬਹੁਤ ਖੁਸ਼ੀ ਦੀ ਗੱਲ ਹੈ। ਤੁਸੀਂ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਦੇ? ਮੈਂ ਆਪਦੀ ਸੁਣ ਲੈਣਾ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਸਾਡੀ ਮਾਂ ਬੋਲੀ ਪੰਜਾਬੀ ਹੈ। ਤੁਸੀਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਰਹਿੰਦੇ ਹੋ, ਇੱਥੋਂ ਦੀ ਮਾਂ ਬੋਲੀ ਅੰਗਰੇਜ਼ੀ ਜਾਂ ਜੋ ਵੀ ਇੱਥੋਂ ਦੀ ਲੋਕਲ ਭਾਸ਼ਾ ਹੁੰਦੀ ਹੈ ਉਹ ਹੈ। ਲੇਕਿਨ ਇੱਕ ਗੱਲ, ਅਸੀਂ ਜਿੰਨੇ ਮਰਜ਼ੀ ਹੈ ਅੰਗਰੇਜ਼ੀ ਬੋਲਣ ਲੱਗ ਜਾਈਏ, ਜੋ ਮਰਜ਼ੀ ਹੈ ਕਹਿ ਦਈਏ, ਜਦੋਂ ਮੁਸੀਬਤ ਪੈਂਦੀ ਹੈ, ਜਦੋਂ ਅਸੀਂ ਖੁਸ਼ੀ ਦੇ ਮੌਕੇ ਤੇ ਹੁੰਦੇ ਆ, ਗਾਉਂਦੇ ਆ, ਤਾਂ ਅਸੀਂ ਪੰਜਾਬੀ ਗੀਤ ਹੀ ਗਾਉਂਦੇ ਆ। ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਤੇ ਫਿਰ ਅਸੀਂ ਆਪਦੇ ਰੋਂਦੇ ਆ, ਬੈਨ ਪਾਉਂਦੇ ਆ, ਤਾਂ ਉਹ ਆਪਦੀ ਮਾਂ ਬੋਲੀ ਪੰਜਾਬੀ 'ਚ ਹੀ ਪਾਏ ਜਾ ਸਕਦੇ ਹੈ। ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਆਪਦੇ ਦਿਲ ਦਾ ਜਿਹੜਾ ਦਰਦ ਹੈ ਉਹਦਾ ਇਜ਼ਹਾਰ ਕੀਤਾ ਜਾਂਦਾ, ਉਹਦਾ ਜ਼ਿਕਰ ਕੀਤਾ ਜਾਂਦਾ ਕਿ ਅਸੀਂ ਕਿੰਨੇ ਦੁਖੀ ਹਾਂ। ਇਸ ਲਈ ਕੋਈ ਵੀ ਪੰਜਾਬੀ ਪਿਆਰਾ ਕਿਤੇ ਵੀ ਬੈਠਾ, ਉਹ ਆਪਦੀ ਮਾਂ ਬੋਲੀ ਨੂੰ ਭੁੱਲ ਨਹੀਂ ਸਕਦਾ। ਤੇ ਮੈਂ ਉਹਨਾਂ ਨੂੰ ਤਾਂ ਪੁੱਤ ਨਹੀਂ ਕਪੁੱਤ ਹੀ ਕਹੂੰਗਾ ਜਿਹੜੇ ਇਸ ਚੀਜ਼ ਨੂੰ ਭੁੱਲਦੇ ਹੋਣ। ਲੇਕਿਨ ਬਦਕਿਸਮਤੀ ਹੈ ਸਾਡੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੇਪਰ ਦੇ ਵਿੱਚ 28 ਗਲਤੀਆਂ, ਇਹ ਹੋ ਕਿਵੇਂ ਗਈਆਂ? ਆਮ ਤੌਰ ਤੇ ਜਿਹੜੇ ਬੋਰਡ ਵੱਲੋਂ ਪੇਪਰ ਸੈੱਟ ਕਰਾਉਣ ਵਾਸਤੇ ਜਿਹੜੇ ਅਧਿਆਪਕ ਰੱਖੇ ਜਾਂਦੇ ਆ, ਟੀਚਰ ਰੱਖੇ ਜਾਂਦੇ ਆ, ਉਹਨਾਂ ਨੂੰ ਵਿਸ਼ੇ ਦਾ ਮਾਹਰ ਸਮਝਿਆ ਜਾਂਦਾ ਹੈ ਕਿ ਉਹ ਵਿਸ਼ਾ ਮਾਹਰ ਹੈ। ਉੱਥੇ ਕਾਮੇ ਬਿੰਦੀ ਟਿੱਪੀ ਦਾ ਵੀ ਇੱਧਰ ਉੱਧਰ ਨਹੀਂ ਹੋਣੀ ਚਾਹੀਦੀ, ਹੁੰਦੀ ਰਹੀ ਨਹੀਂ। ਪਰ ਹੁਣ ਕੀ ਹੋਇਆ, ਹੁਣ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਵੀ ਵਪਾਰ ਸ਼ੁਰੂ ਹੋ ਗਿਆ ਹੈ। ਬੋਰਡ ਦੇ ਜਿਹੜੇ ਸਿਖਰਲੇ ਅਧਿਕਾਰੀ ਹੈ, ਉੱਪਰਲੇ ਅਧਿਕਾਰੀ ਹੈ, ਉਹ ਫਿਰ ਦੇਖਦੇ ਆ, ਲਿਹਾਜ਼ਾ ਪਾਲਦੇ ਹੈ। ਕਈ ਵਾਰੀ ਟੀਚਰ ਹਿੰਦੀ ਦਾ ਹੁੰਦਾ ਹੈ ਤੇ ਉਹਨੂੰ ਕਹਿੰਦੇ ਜੀ ਤੁਸੀਂ ਪੰਜਾਬੀ ਦਾ ਪੇਪਰ ਸੈੱਟ ਕਰ ਦਿਓ। ਉਹ ਹਿੰਦੀ ਵਾਲਾ ਪੰਜਾਬੀ ਦਾ ਪੇਪਰ ਸੈੱਟ ਕਿਵੇਂ ਕਰ ਦੂ? ਜਾਂ ਇਹ ਹੁੰਦੀ ਹੈ ਕਿ ਬੰਦੇ ਤੇ ਜ਼ਿੰਮੇਵਾਰੀਆਂ ਇੰਨੀਆਂ ਪਾ ਦਿੰਦੇ ਕਿ ਤੇਰੀ ਆਹ ਵੀ ਜ਼ਿੰਮੇਵਾਰੀ ਹੈ, ਤੇਰੀ ਆਹ ਵੀ ਜ਼ਿੰਮੇਵਾਰੀ ਹੈ। ਜਿਵੇਂ ਕਿ ਸਾਡੇ ਟੀਚਰਾਂ ਤੇ ਹੁੰਦਾ ਹੈ, ਟੀਚਰਾਂ ਦਾ ਕੰਮ ਹੈ ਪੜ੍ਹਾਉਣਾ। ਕੋਈ ਵੀ ਕਿਸੇ ਕਿਸਮ ਦਾ ਕੰਮ ਆ ਜਾਏ, ਮੂਹਰੇ ਟੀਚਰਾਂ ਨੂੰ ਵੋਟਾਂ ਬਣਾਉਣੀਆਂ ਤਾਂ ਟੀਚਰ, ਜੇ ਮਰਦਮਸ਼ੁਮਾਰੀ ਕਰਨੀ ਹੈ ਤਾਂ ਟੀਚਰ। ਜਿਹੜਾ ਉਹਨਾਂ ਦਾ ਕੰਮ ਨਹੀਂ, ਉਹਨਾਂ ਨੂੰ ਉਹ ਕੰਮ ਦਿੱਤਾ ਜਾਂਦਾ ਤੇ ਫਿਰ ਉਹ ਆਪਣਾ ਕੰਮ ਜਿਹੜਾ ਅੱਗੇ ਠੇਕੇ ਤੇ ਦੇ ਦਿੰਦੇ ਹੈ। ਕਿਸੇ ਨੂੰ ਦਿੱਤੇ 4 ਪੈਸੇ ਕਿ ਮੇਰਾ ਕੰਮ ਤੂੰ ਆ ਕਰਨੀ, ਤੇ ਉਹਦਾ ਨਤੀਜਾ ਹੈ ਜਿਹੜਾ ਆਹ ਕੁਛ ਹੋ ਰਿਹਾ ਹੈ। ਹਰਿਆਣਾ ਸਰਕਾਰ ਨੇ ਬਹੁਤ ਵਧੀਆ ਗੱਲ ਕੀਤੀ ਹੈ, ਅਸੀਂ ਸ਼ਲਾਘਾ ਕਰਦੇ ਹਾਂ ਹਰਿਆਣਾ ਸਰਕਾਰ ਦੀ, ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਕਿਉਂਕਿ ਜਦੋਂ ਹਰਿਆਣਾ ਤੇ ਪੰਜਾਬ 2 ਹੋਏ ਹੈ, ਹਰਿਆਣਾ ਦਾ ਕਿਸੇ ਨੇ ਮੰਗਿਆ ਨਹੀਂ ਸੀ। ਪੰਜਾਬੀ ਸੂਬਾ ਲੈਣ ਵਾਸਤੇ ਅਸੀਂ ਮੋਰਚੇ ਲਾਏ, ਜੇਲ੍ਹਾਂ ਕੱਟੀਆਂ ਸਾਡੇ ਵੱਡੇ ਵਡੇਰਿਆਂ ਨੇ, ਕਈ ਮਾਰੇ ਵੀ ਗਏ। ਬਠਿੰਡਾ ਜੇਲ੍ਹ ਦੇ ਵਿੱਚ ਵੀ 5 ਸਿੰਘ ਮਾਰੇ ਗਏ ਸੀ। ਸੋ ਉਹ ਇੱਕ ਕੁਰਬਾਨੀਆਂ ਨਾਲ ਲਿਆ ਗਿਆ ਪੰਜਾਬੀ ਸੂਬਾ ਸੀ, ਉਹ ਬਿਨ ਮੰਗਿਆ ਅਸੀਂ ਉਹਨਾਂ ਨੂੰ ਦੇਤਾ। ਪਰ ਉੱਥੇ ਵੀ ਸਾਡੇ ਨਾਲ ਵਿਤਕਰਾ ਹੋਇਆ, ਸਾਡੀ ਰਾਜਧਾਨੀ ਖੋਹੀ ਗਈ, ਸਾਡੇ ਜਿਹੜੇ ਹੈਗੇ ਆ ਡੈਮ ਖੋਹੇ ਗਏ, ਸਾਡੇ ਪਾਣੀ ਖੋਹੇ ਗਏ, ਬਹੁਤ ਕੁਝ ਖੋਹਿਆ ਗਿਆ। ਤੇ ਸਭ ਤੋਂ ਵੱਡਾ ਜਿਹੜਾ ਸਾਨੂੰ ਦਰਦਨਾਕ ਜਿਹੜਾ ਸੱਲ ਹੈ, ਉਹ ਦਰਦਨਾਕ ਸੱਲ ਇਹ ਹੈ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਬੋਲਦੇ ਹਰਿਆਣਾ ਵਿੱਚ ਰਹਿੰਦੇ ਹੈ, ਅੱਜ ਉਹਨਾਂ ਦੇ ਬੱਚਿਆਂ ਨਾਲ ਜਾ ਕੇ ਤੁਸੀਂ ਗੱਲ ਕਰਕੇ ਦੇਖੋ ਜਾਂ ਜਵਾਨਾਂ ਨਾਲ ਕਰਕੇ ਗੱਲ ਦੇਖੋ, ਉਹ ਤੁਹਾਡੇ ਨਾਲ ਬੜੀ ਸੋਹਣੀ ਪੰਜਾਬੀ 'ਚ ਗੱਲ ਕਰਨਗੇ। ਉਹਨਾਂ ਨੂੰ ਕਹਿ ਦਿਓ ਜੀ ਆ ਪੰਜਾਬੀ ਦੇ ਵਿੱਚ 10 ਅੱਖਰ ਲਿਖ ਕੇ ਦਿਖਾ ਦਿਓ, ਨਹੀਂ ਲਿਖ ਸਕਦੇ, ਕਿਉਂਕਿ ਵਿਚਾਰਿਆਂ ਨੂੰ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਸੀ। ਪਹਿਲਾਂ ਹਰਿਆਣਾ ਦੇ ਵਿੱਚ ਦੂਜੀ ਭਾਸ਼ਾ ਸੈਕੰਡ ਲੈਂਗੁਏਜ ਹੈ ਜਿਹੜੀ ਉਹ ਤੇਲਗੂ ਰੱਖੀ ਗਈ ਸੀ, ਪੰਜਾਬੀ ਤਾਂ ਉੱਥੇ ਹੈ ਹੀ ਨਹੀਂ ਸੀ। ਹੁਣ ਅਸੀਂ ਸ਼ੁਕਰਗੁਜ਼ਾਰ ਹਾਂ ਜੇ ਇਹਨੂੰ ਸਰਕਾਰੀ ਤੌਰ ਤੇ ਉਹਨਾਂ ਨੇ ਦੂਜੀ ਭਾਸ਼ਾ ਕਰਾਰ ਦਿੱਤਾ, ਵਧੀਆ ਗੱਲ ਹੈ। ਉੱਤਰੀ ਭਾਰਤ ਦਾ ਜਿਹੜਾ ਇਹ ਇਲਾਕਾ ਹੈ, ਦਿੱਲੀ ਤੋਂ ਲੈ ਕੇ ਆਪਾਂ ਸਗੋਂ ਕੁਛ ਹਿੱਸਾ ਯੂਪੀ ਦਾ ਵੀ, ਇੱਥੇ ਅੱਜ ਵੀ ਤੁਸੀਂ ਦੇਖੋ ਲੋਕ ਪੰਜਾਬੀ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਹੈ। ਮੈਂ ਤਾਂ ਸਗੋਂ ਇਹ ਕਹੂੰਗਾ ਕਿ ਦੱਖਣੀ ਭਾਰਤ ਦੇ ਜਿਹੜੇ ਲੋਕ ਪੰਜਾਬੀ ਨੂੰ ਸਮਝਦੇ ਵੀ ਨਹੀਂ, ਤੁਸੀਂ ਉਹਨਾਂ ਇਲਾਕਿਆਂ 'ਚ ਜਾ ਕੇ ਦੇਖੋਗੇ, ਉੱਥੇ ਤੁਹਾਨੂੰ ਢਾਬਿਆਂ ਦੇ ਉੱਤੇ, ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਵਿਆਹਾਂ 'ਚ ਪੰਜਾਬੀ ਧੁਨ ਦੇ ਗਾਣੇ ਸੁਣਦੇ ਆ ਔਰ ਉਹਨਾਂ ਧੁਨਾਂ ਦੇ ਉੱਤੇ ਲੋਕ ਡਾਂਸ ਕਰਦੇ ਆ। ਸਾਡੇ ਕਲਚਰ ਨੂੰ ਲੋਕ ਇੰਨਾ ਪਿਆਰ ਕਰਦੇ ਆ, ਲੇਕਿਨ ਅਫਸੋਸ ਹੈ ਕਿ ਆਪਣੇ ਰਾਜ ਦੇ ਵਿੱਚ ਸਾਨੂੰ ਪੰਜਾਬ ਵਰਗੇ ਪੰਜਾਬੀ ਸੂਬਾ ਰਾਜ ਹੈ ਤੇ ਸਾਡੇ ਹੁਣ ਅਸੀਂ ਮਤਾ ਲੈ ਕੇ ਆਏ ਆ, ਪੰਜਾਬ ਵਿਧਾਨ ਸਭਾ ਦੇ ਵਿੱਚੋਂ ਐਕਟ ਬਣਾਇਆ ਕਿ ਸਾਰਾ ਕੰਮ ਪੰਜਾਬੀ ਭਾਸ਼ਾ 'ਚ ਹੋਣਾ ਚਾਹੀਦਾ ਹੈ। ਪਹਿਲਾਂ ਵੀ ਬੜੇ ਵਾਰੀ ਇਹ ਹੁਕਮ ਹੋਏ ਹੈ,
ਲੇਕਿਨ ਸਾਡੇ ਤੇ ਇੰਨੀ ਅੰਗਰੇਜ਼ੀ ਭਾਰੂ ਹੈ ਕਿ ਸਾਡੇ ਅਫਸਰ ਅੰਗਰੇਜ਼ੀ 'ਚ ਕੰਮ ਕਰਦੇ ਆ, ਸਾਡੇ ਲੀਡਰ ਪੰਜਾਬੀ ਦੇ ਅਖਬਾਰ ਨਹੀਂ ਪੜ੍ਹਦੇ, ਅੰਗਰੇਜ਼ੀ ਦੇ ਅਖਬਾਰ ਪੜ੍ਹਦੇ ਹੈ। ਔਰ ਪੰਜਾਬੀ ਬੋਲਣ ਵਾਲਿਆਂ ਦੀ ਕੋਈ ਗੱਲ ਨਹੀਂ ਸੁਣਦਾ, ਕਹਿੰਦੇ ਸਾਡੇ ਨਾਲ ਅੰਗਰੇਜ਼ੀ 'ਚ ਗੱਲ ਕਰੋ। ਆਹ ਸਾਡਾ ਬੇੜਾ ਗਰਕ ਹੋਇਆ ਪਿਆ। ਔਰ ਜਦੋਂ ਅਸੀਂ ਆਪਣੀ ਬੋਲੀ ਨਾਲ ਧਰੋ ਕਮਾਉਂਦੇ ਤਾਂ ਇਹਦਾ ਮਤਲਬ ਹੈ ਵੀ ਅਸੀਂ ਆਪਣੀ ਹੋਂਦ ਨਾਲ ਧਰੋ ਕਮਾ ਰਹੇ ਹਾਂ ਜੀ। ਬਿਲਕੁਲ ਜੀ, ਆਪਾਂ ਕਾਲ ਲੈ ਲਈਏ ਢਿੱਲੋਂ ਸਾਹਿਬ। ਹੈਲੋ ਹੈਲੋ ਹਾਂਜੀ ਚੰਦੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸੁਖਦੇਵ ਥਾਪਰ ਗੱਲ ਕਰ ਜੀ ਜੀ ਥਾਪਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ ਸ਼ੁਕਰੀਆ ਜੀ। ਔਰ ਆਪਾਂ ਜਿਹੜੇ ਵੀ ਸਰੋਤੇ ਉਹਨਾਂ ਨੂੰ ਡੀਲ ਦੱਸ ਦਈਏ, ਸੈੱਲ ਫੋਨ ਦੇ ਬਹੁਤ ਵਧੀਆ ਪਲਾਨ ਸਾਡੇ ਕੋਲ ਪਹੁੰਚੇ ਹੋਏ ਨੇ ਜੀ। ਸੋ 25 ਦਾ ਹੈ ਜਿਸ ਵਿੱਚ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ ਤੇ ਵਧੀਆ ਗੱਲ ਹੈ ਕਿ ਉਹਦੇ ਵਿੱਚ 1 GB ਦਾ ਡਾਟਾ ਦਾ ਇੰਟਰਨੈਟ ਵੀ ਪ੍ਰੋਵਾਈਡ ਕੀਤਾ ਜਾਂਦਾ ਸਿਰਫ $25 ਦੇ ਵਿੱਚ। ਸੋ ਸਰੋਤੇ ਆਪਣਾ ਜਿਹੜਾ ਪੁਰਾਣਾ ਨੰਬਰ ਹੈ ਉਹ ਵੀ ਇਸ ਡੀਲ ਦੇ ਵਿੱਚ ਰੱਖ ਸਕਦੇ ਨੇ ਜੀ। ਤੇ ਜਾਂ ਫਿਰ ਆਪਾਂ ਇੱਕ ਡੀਲ ਅਨਾਉਂਸ ਕਰਦੇ ਹੁੰਦੇ ਆ ਜੀ, ਜਿਹਦੇ ਦੇ ਵਿੱਚ US ਐਂਡ ਕੈਨੇਡਾ ਦੇ ਜਿਹੜੇ ਵੀ ਸਪੈਸ਼ਲੀ ਟਰੱਕ ਚਲਾਉਂਦੇ ਨੇ, USA ਨੂੰ ਟਰੈਵਲ ਕਰਦੇ ਨੇ ਜੀ, ਉਹਨਾਂ ਦੇ ਵਾਸਤੇ ਕੈਨੇਡੀਅਨ ਨੰਬਰ ਦੇ ਉੱਤੇ ਅਨਲਿਮਿਟਡ ਡਾਟਾ ਭਾਵ ਕਿ 50 GB ਤੱਕ ਦਾ LTE ਨੈਟਵਰਕ ਰਹੂਗਾ। ਉਸ ਤੋਂ ਬਾਅਦ ਡਾਟਾ ਜਿਹੜਾ ਥੋੜਾ ਔਰ $101 ਪਲੱਸ ਟੈਕਸ ਦੀ ਇਹ ਡੀਲ ਅਵੇਲੇਬਲ ਹੈ ਜੀ ਸਾਡੇ ਕੋਲ। ਔਰ ਇੱਕ ਡੀਲ ਆਪਾਂ ਦੱਸਾਂਗੇ ਜਿਹੜਾ ਹੋਮ ਫੋਨ ਦੀ। ਸੋ ਜਿੱਥੋਂ ਤੱਕ ਵੀ ਸਰੋਤੇ ਸੁਣਦੇ ਨੇ ਕਿਸੇ ਵੀ ਪ੍ਰੋਵਿੰਸ ਤੋਂ, ਚਾਹੇ ਓਨਟਾਰੀਓ ਆ ਜਾਂ BC ਆ, ਸੋ ਉਹਨਾਂ ਵਾਸਤੇ ਡੀਲ ਹੈ ਜੀ ਸਾਡੇ ਕੋਲ ਘਰ ਦਾ ਫੋਨ ਲੌਂਗ ਡਿਸਟੈਂਸ, ਜਿੱਥੇ ਇੰਡੀਆ ਦੇ ਨਾਲ ਨਾਲ ਯੂਰਪ ਦੀਆਂ ਕੰਟਰੀਆਂ ਇਟਲੀ, ਇੰਗਲੈਂਡ, ਜਰਮਨੀ, ਫਰਾਂਸ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲ ਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਉਹ ਕਾਲ ਕਰ ਸਕਦੇ ਨੇ। ਸੋ ਕਿਸੇ ਵੀ ਸਰੋਤੇ ਨੇ ਇਹ ਡੀਲ ਲੈਣੀ ਹੈ ਜੀ, ਜਾਂ ਫਿਰ ਡੀਲ ਪਹਿਲਾਂ ਲੱਗੀ ਹੋਈ ਹੈ ਲੌਂਗ ਡਿਸਟੈਂਸ ਦੀ, ਅਗਰ ਉਹਨਾਂ ਦਾ ਬਿੱਲ $20 ਤੋਂ ਜ਼ਿਆਦਾ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ। ਤੇ ਜਿਹੜੇ ਆਊਟ ਆਫ ਪ੍ਰੋਵਿੰਸ ਹੈਗੇ ਉਹਨਾਂ ਨੂੰ ਅਸੀਂ ਜਿਹੜਾ ਫੋਨ ਦਾ ਬਾਕਸ ਹੈ ਉਹ ਸ਼ਿਪ ਵੀ ਕਰ ਦੇਵਾਂਗੇ, ਤੇ ਨਾਲ ਦੀ ਨਾਲ ਜਿਹੜਾ ਜੀ ਨੰਬਰ ਪੋਰਟ ਵੀ ਅਸੀਂ ਕਰਕੇ ਦੇਵਾਂਗੇ, ਤੇ ਨਾਲ ਸੈੱਲ ਫੋਨ ਦੇ ਉੱਤੇ ਐਪ ਡਾਊਨਲੋਡ ਕਰਕੇ ਵੀ ਸਰੋਤੇ ਜਿਹੜੀਆਂ ਨੇ ਵਰਲਡ ਵਾਈਡ ਉਹ ਗੱਲਾਂ ਬਾਤਾਂ ਕਰ ਸਕਦੇ ਨੇ। ਸੋ ਕੋਈ ਵੀ ਸਰੋਤਾ ਅਗਰ ਜ਼ਿਆਦਾ ਬਿੱਲ ਦੇ ਰਿਹਾ ਤੇ ਇਹ ਲੌਂਗ ਡਿਸਟੈਂਸ ਦਾ ਪਲਾਨ ਸਾਡੇ ਕੋਲ ਸਰੋਤੇ ਲੈ ਸਕਦੇ ਨੇ ਜੀ। ਘਰ ਦੇ ਵਿੱਚ ਇੰਟਰਨੈਟ ਲੈਣੀ ਹੋਵੇ ਤਾਂ ਪਲਾਨ ਸਾਡੇ ਕੋਲ ਜਿਹੜਾ ਜੀ $35 ਤੋਂ ਚਾਲੂ ਹੋ ਜਾਂਦਾ। ਸਾਰੇ ਦੇ ਸਾਰੇ ਪਲਾਨ $60 ਤੱਕ ਜਿਹੜੇ ਸਰੋਤੇ ਨੇ ਅਵੇਲੇਬਲ ਨੇ ਜੀ, ਚਾਹੇ ਉਹ ਫਾਈਬਰ ਇੰਟਰਨੈਟ ਹੋਵੇ ਜਾਂ ਫਿਰ ਰੈਗੂਲਰ ਹੋਵੇ। ਘਰ ਦੇ ਉੱਤੇ ਬਿਜ਼ਨਸ ਦੇ ਉੱਤੇ ਸਿਕਿਉਰਿਟੀ ਦੇ ਕੈਮਰੇ ਇੰਸਟਾਲ ਕਰਵਾਉਣਾ ਚਾਹੁੰਦੇ ਤਾਂ ਵਧੀਆ ਪੈਕੇਜ ਆਫਰ ਕੀਤਾ ਜਾ ਰਿਹਾ। ਔਰ ਬਿਜ਼ਨਸ ਵਾਸਤੇ ਜਿੰਨੇ ਵੀ ਬਿਜ਼ਨਸ ਅਦਾਰੇ ਜੁੜੇ ਹੋਏ ਜੀ, ਬਿਜ਼ਨਸ ਇੰਟਰਨੈਟ $40 ਤੋਂ ਪਲਾਨ ਹੈ, ਤੇ ਬਿਜ਼ਨਸ ਫੋਨ ਲਾਈਨ ਨਾਰਥ ਅਮਰੀਕਾ ਸਾਰੇ ਕਾਲਿੰਗ ਫੀਚਰ ਨਾਲ $19 ਤੇ 95 ਸੈਂਟ। ਪਹੁੰਚਣਾ ਕਿੱਥੇ ਹੈ ਜੀ? ਬਰੈਂਪਟਨ ਦੇ ਵਿੱਚ 8 ਨੰਬਰ ਮੈਲਨੀ ਡਰਾਈਵ ਯੂਨਿਟ 203 ਦੇ ਉੱਤੇ। ਜਾਣਕਾਰੀ ਵਾਸਤੇ ਨੰਬਰ ਬਹੁਤ ਆਸਾਨ ਜਿਹਾ ਹੈ, 905 203 3636 905 203 3636 905 203 3636 ਤੇ ਸੰਪਰਕ ਕੀਤਾ ਜਾ ਸਕਦਾ ਜੀ। ਸੁਖਿੰਦਰ ਜੀ ਸਮਾਂ ਦੇ ਲਈ ਬਹੁਤ ਸ਼ੁਕਰੀਆ। ਧੰਨਵਾਦ ਵੀਰ ਜੀ, ਧੰਨਵਾਦ। 905 203 3636 ਤੇ ਤੁਸੀਂ ਸੁਖਦੇਵ ਥਾਪਰ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਆਪਾਂ ਚੱਲਦੇ ਹਾਂ ਜੀ ਨੈਕਸਟ ਕਾਲ ਤੇ। ਹੈਲੋ 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 ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਇਹ ਕਹਿਣਾ ਸੀਗਾ ਬਈ ਜਿਹੜਾ ਆਪਣੇ ਸਿੱਧੂ ਸਾਹਿਬ ਨੇ ਮਾਫੀ ਮੰਗੀ ਆ, ਬਹੁਤ ਹੀ ਅੱਛੀ ਗੱਲ ਕਰੀ ਆ ਉਹਨਾਂ ਨੇ, ਮਤਲਬ ਉਹ ਵਧਾਈ ਦੇ ਪਾਤਰ ਆ। ਉਹਨਾਂ ਨੇ ਅਕਾਲ ਤਖਤ ਦੇ ਡਿੱਗੇ ਹੋਏ ਮਿਆਰ ਨੂੰ ਬਹੁਤ ਉੱਚਾ ਕਰਿਆ ਔਰ ਉਹਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖਿਆ। ਬਾਕੀ ਗੱਲ ਇਹ ਆ ਵੀ ਉੱਥੇ ਜਿਹੜੀ ਜਾ ਕੇ ਮਾਫੀ ਮੰਗਣੀ ਆ ਇਹ ਇੱਕ ਅਹਿਮੀਅਤ ਰਖਾਉਂਦੀ ਆ। ਲੋਕ ਤਾਂ ਘਰੇ ਬੈਠੇ ਮਾਫੀਆਂ ਮੰਗਦੇ ਆ ਵੀ ਅਸੀਂ ਟੈਲੀਫੋਨਾਂ ਤੇ ਹੀ ਅਸੀਂ ਗੱਲਬਾਤ ਕਰ ਲੈਂਦੇ, ਲੇਕਿਨ ਉਹਨੇ ਬਰਕਰਾਰ ਰੱਖਿਆ। ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਬਹੁਤ ਉੱਚਾ ਰੱਖਿਆ, ਉਹ ਵਧਾਈ ਦਾ ਪਾਤਰ ਆ। ਨਹੀਂ ਤਾਂ ਤੁਸੀਂ ਦੇਖ ਲਓ ਜਿਹੜੇ ਵੱਡੇ ਵੱਡੇ ਪ੍ਰਚਾਰਕ ਆ ਜਿਹੜੇ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ, ਉਹ ਕਹਿੰਦੇ ਅਕਾਲ ਤਖਤ ਹੁੰਦਾ ਕੀ, ਅਸੀਂ ਤਾਂ ਜਾਣਾ ਹੀ ਨਹੀਂ ਉੱਥੇ। ਗੱਲ ਇਹ ਆ ਵੀ ਉੱਥੇ ਇਹ ਨਹੀਂ ਹੈ ਵੀ ਉੱਥੇ ਜਥੇਦਾਰ ਕੌਣ ਬੈਠਾ ਜਾਂ ਕੀ ਆ, ਉਹ ਅਕਾਲ ਤਖਤ ਦੀ ਜਗ੍ਹਾ ਦੀ ਹੀ ਅਹਿਮੀਅਤ ਆ। ਉਹ ਅਕਾਲ ਤਖਤ ਦੇ ਉੱਤੇ ਚਾਹੇ ਕੋਈ ਬੰਦਾ ਬੈਠੇ ਚਾਹੇ ਨਾ ਬੈਠੇ, ਅਕਾਲ ਤਖਤ ਨੇ ਤਾਂ ਫੇਰ ਵੀ ਮੰਗਾ ਲੈਣਾ ਉਹ ਆਪਦੇ ਕੋਲੇ। ਤੋ ਇਹ ਮਤਲਬ ਆ ਵੀ ਇਹ ਜਿਹੜਾ ਸਿੱਧੂ ਮੂਸੇਵਾਲੇ ਨੇ ਇਹ ਕੰਮ ਕਰਿਆ, ਮਾਫੀ ਮੰਗੀ ਆ, ਬਹੁਤ ਵੱਡੀ ਗੱਲ ਆ। ਔਰ ਸਿੱਖਾਂ ਦੇ ਵਾਸਤੇ ਬਹੁਤ ਹੀ ਮਾਣ ਮਰਿਆਦਾ ਵਾਲੀ ਇਹ ਉਹਨੇ ਬਰਕਰਾਰ ਰੱਖੀ ਆ। ਬਾਕੀ ਜਿਹੜੀ ਹੈਗੀ ਆ, ਜਿਹੜੇ ਕਹਿੰਦੇ ਆ ਵੀ ਉਹਨੂੰ ਸਜ਼ਾ ਇੰਨੀ ਆ ਚਾਹੀਦੀ ਆ, ਕੋਰੜੇ ਮਾਰਨੇ ਚਾਹੀਦੇ ਫਲਾਨਾ, ਉਹ ਪੁਰਾਣਾ ਵੇਲਾ ਸੀ। ਹੁਣ ਅੱਜ ਕੱਲ ਨਹੀਂ, ਅੱਜ ਕੱਲ ਤਾਂ ਸੇਵਾ ਹੀ ਕਰਨੀ ਆ। ਤੇ ਨਾਲੇ ਗੱਲ ਇਹ ਆ ਵੀ ਹੁਣ ਡੈਮੋਕ੍ਰੇਸੀ ਹੈ, ਤੇ ਉਦੋਂ ਤਾਂ ਜਿਹੜਾ ਰਾਜ ਸੀ ਉਹ ਸਿੱਖਾਂ ਦਾ ਹੁੰਦਾ ਸੀ, ਉਦੋਂ ਕੋਰੜੇ ਮਾਰਦੇ ਹੁੰਦੇ ਸੀ। ਅੱਜ ਕੱਲ ਨਹੀਂ, ਅੱਜ ਕੱਲ ਤਾਂ ਜਿਹੜੀ ਇਹ ਕੋਰੜੇ ਮਾਰਨ ਵਾਲਾ ਕੰਮ ਤਾਂ ਜਿਹੜੀ ਹੈ ਉਹ ਗੌਰਮੈਂਟ ਕੋਲੇ ਆ। ਤੋ ਇਸ ਕਰਕੇ ਇਹ ਗੱਲ ਦੂਜਾ ਕਰਨੀ ਜਿਹੜੀ ਆ ਬਹੁਤ ਮਾੜੀ ਗੱਲ ਆ ਜਿਹੜੀ ਇਸ ਤਰ੍ਹਾਂ ਕਹਿੰਦੇ ਆ। ਬਾਕੀ ਮੈਂ ਸਿੱਧਾ ਆਪਣੇ ਸਿੱਧੂ
ਮੂਸੇ ਵਾਲੇ ਨੂੰ ਇੱਕ ਵਾਰੀ ਫੇਰ ਵਧਾਈ ਦਿੰਦੇ ਆ ਕਿ ਉਹਨੇ ਬਹੁਤ ਵੱਡਾ ਕੰਮ ਕਰਿਆ ਔਰ ਐਡਾ ਕੰਮ ਕੋਈ ਨਹੀਂ ਕਰ ਸਕਦਾ। ਜਿਹੜੀ ਅਕਾਲ ਤਖਤ ਦੀ ਡਿੱਗੀ ਹੋਈ ਜਿਹੜੀ ਸੀਗੀ ਉਹਦੀ ਧਾਕ ਉਹਨੂੰ ਮਤਲਬ ਉੱਚਾ ਕੀਤਾ, ਮਾਨ ਮਰਿਆਦਾ ਨੂੰ ਬਹਾਲ ਰੱਖਿਆ ਜੀ। ਧੰਨਵਾਦ ਵੀਰ ਜੀ। ਜਿਹੜੀ ਅਕਾਲ ਤਖਤ ਦੀ ਮਰਿਆਦਾ ਕਦੇ ਵੀ ਡਿੱਗੀ ਨਹੀਂ ਹੋ ਸਕਦੀ, ਮਾਫ ਕਰਨਾ ਤੁਸੀਂ। ਅਕਾਲ ਤਖਤ ਸਰਵਉੱਚ ਹੈ ਜੀ ਸਿੱਖਾਂ ਦੇ ਵਾਸਤੇ। ਕੋਈ ਵੀ ਜਦੋਂ ਵੀ ਕਿਤੇ ਅਕਾਲ ਤਖਤ ਦੀ ਗੱਲ ਹੁੰਦੀ ਹੈ, ਵੈਸੇ ਆਪਣੇ ਵਿੱਚ ਕੌਮ 'ਚ ਮਤਭੇਦ ਹੋ ਸਕਦੇ ਆ, ਪਰ ਅਕਾਲ ਤਖਤ ਜਦੋਂ ਉੱਥੇ ਗੱਲ ਹੁੰਦੀ ਹਰ ਬੰਦੇ ਦਾ ਸਿਰ ਜਿਹੜਾ ਸਤਿਕਾਰ ਨਾਲ ਝੁਕ ਜਾਂਦਾ। ਕਦੇ ਵੀ ਅਕਾਲ ਤਖਤ ਦੀ ਜਿਹੜੀ ਮਰਿਆਦਾ ਆ ਉਹ ਡਿੱਗਦੀ ਨਹੀਂ ਹੁੰਦੀ, ਮਾਫ ਕਰਨਾ ਵੀਰ ਜੀ। ਅਕਾਲ ਤਖਤ ਜਿਹੜਾ ਸਰਵਉੱਚ ਆ, ਅਕਾਲ ਤਖਤ ਤੇ ਬੈਠੇ ਜਥੇਦਾਰਾਂ ਦੇ ਨਾਲ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਕਿਉਂਕਿ ਉਹ ਇੱਕ ਬੰਦੇ ਦੀ ਜੇਬ ਦੇ ਵਿੱਚੋਂ ਨਿਕਲਦੇ ਆ, ਪਰ ਅਕਾਲ ਤਖਤ ਕਦੇ ਵੀ ਉਹਦੀ ਮਰਿਆਦਾ ਨਹੀਂ ਡਿੱਗ ਸਕਦੀ। ਅਕਾਲ ਤਖਤ ਸਰਵਉੱਚ ਆ ਜੀ। ਜਦੋਂ ਅਕਾਲ ਤਖਤ ਦਾ ਨਾਂ ਆਉਂਦਾ ਆ ਤੇ ਸਾਡਾ ਸਿਰ ਜਿਹੜਾ ਆਪਣੇ ਆਪ ਸਤਿਕਾਰ ਦੇ ਨਾਲ ਝੁਕ ਜਾਂਦਾ। ਅਕਾਲ ਤਖਤ ਦੀ ਮਰਿਆਦਾ ਕਦੇ ਨਹੀਂ ਝੁਕਦੀ ਹੁੰਦੀ ਵੀਰ ਜੀ, ਮਾਫ ਕਰਨਾ। ਥੋੜੀ ਜਿਹੀ ਸ਼ਬਦਾਂ ਦੀ ਚੋਣ ਜਿਹੜੀ ਆ ਸਹੀ ਕਰਿਆ ਕਰੋ ਕਿਉਂਕਿ ਬਹੁਤ ਵੱਡਾ ਤਖਤ ਆ ਜੀ, ਤੇ ਆਪਾਂ ਉਹਦੇ ਲਈ ਜਿਹੜੇ ਸ਼ਬਦ ਆ ਥੋੜੇ ਸਤਿਕਾਰ ਦੇ ਨਾਲ ਨਾਂ ਲਿਆ ਕਰੀਏ। ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ ਜੀ। ਹੈਲੋ, ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ ਜੀ। ਹੁਣ ਆ ਰਹੀ ਹੈ ਭਾਈ? ਜੀ ਆ ਰਹੀ ਹੈ। ਹਾਂਜੀ ਅੱਛਾ ਭਾਈ, ਦੇਖੋ ਆ ਪੰਜਾਬੀ ਬੋਲੀ ਦੀ ਆਪਾਂ ਗੱਲ ਕਰ ਰਹੇ ਸੀਗੇ, ਚਲੋ ਹਰਿਆਣੇ ਵਿੱਚ ਦੂਜੇ ਨੰਬਰ ਤੇ ਚਲੋ ਇਹਨਾਂ ਦੇਤਾ ਨਾ ਮਾਨਤਾ ਜੀ। ਤੇ ਭਾਈ ਤੁਸੀਂ ਪੰਜਾਬ ਦੇ ਵਿੱਚ ਦੇਖੋ, ਇੱਕ ਆਪਣੇ ਬਾਦਲ ਸਾਹਿਬ ਜਿਹੜੇ ਕਹਿੰਦੇ ਆ ਵੀ ਇਹਨਾਂ ਫਕਰੇ ਕੌਮ ਆ ਨਾ, ਹੁਣ ਥੋੜਾ ਇਹਨਾਂ ਦੇ ਪਿੱਛੇ ਬਿਆਨ ਵੀ ਦਿੱਤਾ ਵੀ ਘੱਟ ਗਿਣਤੀਆਂ ਨੂੰ ਜਿਵੇਂ ਚਲੋ ਵੀ ਬੀਜੇਪੀ ਵੀ ਧੱਕਾ ਕਰ ਰਹੀ ਹੈ ਵੜੇਵਰ ਨਾ, ਕੁਛ ਹੈ ਜੇ ਦਿੱਤਾ ਸੀਗਾ ਵੀ ਭਾਈ ਦੇਖੋ ਇਹਨਾਂ ਨੇ ਕਿੰਨਾ ਕੁ ਮਤਲਬ ਦੇਖੋ ਪੰਜਾਬੀ ਸੂਬਾ ਬਣਾਇਆ ਸੀਗਾ। ਦੇਖੋ ਇਹਨਾਂ ਨੇ ਕਿੱਥੇ ਪੰਜਾਬੀ ਜਾ ਕੇ ਰਾਜ ਪੀ ਨਾ, ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ ਜੀ ਆਪਣਾ ਮਤਲਬ ਜਿਹੜੇ ਹੁਣ ਬੱਚੇ ਉਹ ਇੰਗਲਿਸ਼ ਨੂੰ ਜ਼ਿਆਦਾ ਮਤਲਬ ਪੈਂਦੇ ਆ ਨਾ, ਕਿਉਂਕਿ ਆਇਲਸ ਕਰਕੇ ਜਦੋਂ ਬਾਹਰਲੇ ਵੀ ਹਨਾ ਵੀ ਇਹਨਾਂ ਨੇ ਪੰਜਾਬ ਦਾ ਭਾਈ ਪੱਠਾ ਬਿਠਾ ਕੇ ਰੱਖਦਾ ਨਾ। ਤੇ ਬਾਕੀ ਆਪਣੇ ਆ ਕੈਪਟਨ ਸਾਹਿਬ ਦਾ ਸਹੁੰ ਵੀ ਅੰਗਰੇਜ਼ੀ ਦੇ ਵਿੱਚ ਚੱਕਦੇ ਆ ਨਾ ਜੀ। ਤੇ ਮਤਲਬ ਜੇ ਆਪਣੇ ਮੂਰਲੇ ਬੰਦੇ ਜਿਹੜੇ ਲੀਡਰ ਹੋਣ ਇਹੀ ਮਤਲਬ ਅੰਗਰੇਜ਼ੀ ਵਿੱਚ ਐਵੇਂ ਸਹੁੰ ਚੱਕਣ, ਉਹ ਮੈਸੇਜ ਵਧੀਆ ਨਹੀਂ ਆਉਂਦਾ ਹੈਗਾ ਨਾ ਜੀ। ਤੇ ਭਾਈ ਬਾਕੀ ਨਾ ਮੈਂ ਗੱਲ ਕਰਨੀ ਸੀ ਭਗਵੰਤ ਮਾਨ ਬਾਰੇ ਨਾ ਭਾਈ, ਜਿਵੇਂ ਹੁਣ ਮੈਂ ਕਈ ਵਾਰ ਦੇਖਦਾ ਹੁੰਦਾ ਕਈ ਬੰਦੇ ਕਾਲਾਂ ਵੀ ਕਰਦੇ ਹੁੰਦੇ ਆ, ਚਲੋ ਹੋਰ ਪ੍ਰੋਗਰਾਮਾਂ 'ਚ ਵੀ ਚਲੋ ਨਾ, ਉਹ ਕਹਿੰਦਾ ਵੀ ਭਗਵੰਤ ਮਾਨ ਚਲੋ ਵੀ ਲੀਡਰ ਨਹੀਂ ਬਣ ਸਕਦਾ ਹੈਗਾ, ਵੀ ਉਹ ਅੱਗੇ ਮੂਹਰੇ ਰੱਖ ਕੇ ਨਹੀਂ ਹਨਾ। ਭਾਈ ਜਿਹੜੇ ਆਪਾਂ ਆਹ ਲੀਡਰ ਬਣਾਏ ਸੀਗੇ, ਹੁਣ ਕੈਪਟਨ ਸਾਹਿਬ ਹੋ ਗਏ, ਆ ਬਾਦਲ ਸਾਹਿਬ ਹੋ ਗਏ, 5 ਵਾਰ ਬਾਦਲ ਸਾਹਿਬ ਨੂੰ ਬਣਾਤਾ ਤੇ ਕੈਪਟਨ ਸਾਹਿਬ ਵੀ ਦੂਜੀ ਤੀਜਾ ਬਣੇ ਹਨਾ। ਆਪਾਂ ਇਹਨਾਂ ਤੋਂ ਕੀ ਖੱਟਿਆ ਭਾਈ ਇਹਨਾਂ ਨੂੰ ਬਣਾ ਕੇ ਨਾ, ਜੇ ਆਪਾਂ ਦੇਖੀਏ ਤਾਂ ਮੇਰੇ ਹਿਸਾਬ ਨਾਲ ਭਾਈ ਇੱਕ ਵਾਰ ਦਾ ਮੌਕਾ, ਚਲੋ ਜੇ ਭਗਵੰਤ ਮਾਨ ਹੁਣ ਅੱਗੇ ਕੋਈ ਬੰਦਾ ਹੋਰ ਨਹੀਂ ਆਉਂਦਾ ਸਿੱਧੂ ਵਰਗਾ, ਤਾਂ ਭਗਵੰਤ ਮਾਨ ਨੂੰ ਸ਼ਾਇਦ ਚਲੋ ਜਿਹੜਾ ਹੀ ਆਮ ਆਦਮੀ ਦਾ ਹੁੰਦਾ ਇੱਕ ਵਾਰ ਮੌਕਾ ਦੇਣਾ ਚਾਹੀਦਾ, ਤਾਂ ਹੀ ਆਪਾਂ ਨੂੰ ਭਾਈ ਇਹਨਾਂ ਤੋਂ ਛੁਟਕਾਰਾ ਮਿਲੂਗਾ ਆਹ ਕੈਪਟਨ ਸਾਹਿਬ ਤੋਂ ਤੇ ਬਾਦਲ ਸਾਹਿਬ ਤੋਂ। ਨਹੀਂ ਤਾਂ ਭਾਈ ਏਦਾਂ ਹੀ ਚੱਲੀ ਜਾਣਾ ਹਨਾ, ਪੰਜਾਬ ਵਾਲੇ ਕਹੀ ਜਾਣਗੇ ਨਹੀਂ ਇਹ 'ਚ ਕਾਬਲਤਾ ਨਹੀਂ ਹੈਗੀ, ਇਹਨਾਂ ਨੇ ਬਾਰ ਆਈ ਜਾਣਾ ਜੀ, ਤੇ ਤਾਂ ਹੀ ਆਪਣਾ ਜੀ ਇੰਨਾ ਮਾੜਾ ਹਾਲ ਹੋਇਆ ਜੀ ਪੰਜਾਬ ਦਾ ਮੇਰੇ ਹਿਸਾਬ ਨਾਲ। ਬਾਕੀ ਮੈਂ ਢਿੱਲੋਂ ਸਾਹਿਬ ਦਾ ਵਿਚਾਰ ਲਊਂਗਾ ਜੀ ਇੱਥੇ। ਧੰਨਵਾਦ ਵੀਰ ਜੀ, ਧੰਨਵਾਦ ਜੀ। ਤੇ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ? ਨਾਲ ਹੀ ਮੈਂ ਇੱਕ ਜਾਣਕਾਰੀ ਦੇ ਦਾਂ ਜੀ, ਜੇ ਤੁਸੀਂ ਸਸਤੀ ਗਰੋਸਰੀ ਕਰਨੀ ਹੈ GTA ਦੇ ਵਿੱਚ ਤੇ ਹਮੇਸ਼ਾ ਯਾਦ ਰੱਖੋ ਏਸ਼ੀਅਨ ਫੂਡ ਤੋਂ ਆਪਣੇ ਨੇੜੇ ਦੀ ਲੋਕੇਸ਼ਨ ਤੇ ਜਾ ਸਕਦੇ ਆ। ਜੇ ਹੋਰ ਕੋਈ ਜਾਣਕਾਰੀ ਲੈਣੀ ਹੈ ਤੇ ਮੇਜਰ ਸਿੰਘ ਨੱਤ ਹੋਣਾ ਦੇ ਨਾਲ 416 543 7107 ਤੇ ਸਸਤੀਆਂ ਹਵਾਈ ਟਿਕਟਾਂ ਲੈਣ ਲਈ ਆਲ ਲਿੰਕ ਟਰੈਵਲ ਦੀ ਕਿਸੇ ਵੀ ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹੋ, ਜਾਂ ਹੈੱਡ ਆਫਿਸ ਦੇ ਨਾਲ ਬੱਲਾ ਦਸਾਂਝ ਦੇ ਨਾਲ ਗੱਲ 416 293 8700। ਜੇ ਤੁਹਾਡਾ ਟਰੱਕ ਟ੍ਰੇਲਰ ਨਾਰਥ ਅਮਰੀਕਾ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆ ਗਈ ਆ ਤੇ ਕਿੰਗ ਟੋਇੰਗ ਨੂੰ ਹਮੇਸ਼ਾ ਯਾਦ ਰੱਖੋ, PTN 24 ਦਾ ਹਵਾਲਾ ਦਿਓਗੇ ਤਾਂ ਭਾਰੀ ਡਿਸਕਾਊਂਟ ਦਿੱਤਾ ਜਾਊਗਾ। ਸੁੱਖੇ ਢੇਸੀ ਨੂੰ ਗੱਲ ਕਰ ਲਓ ਜੀ ਤੁਸੀਂ, 416 677 2222 ਤੇ ਵਧੀਆ ਜਿਹੜਾ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤੁਸੀਂ GTA ਦੇ ਵਿੱਚ ਕਿਤੇ ਵੀ ਹੋ, ਤੇ 12 ਟਰੱਕ ਹੈ ਜੀ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਦੇ ਕੋਲ। 416 670 3173 ਦੇ ਉੱਤੇ ਭਾਈ ਕਰਨੈਲ ਸਿੰਘ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ? ਸ਼ਾਰਟ ਦੇ ਵਿੱਚ ਰੱਖਿਓ, ਆਪਣੀਆਂ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ। ਬਿਲਕੁਲ ਜੀ, ਮੈਂ ਤਾਂ ਇਹੀ ਗੱਲ ਕਹਿਣੂ ਜੋ ਭਾਜੀ ਨੇ ਗੱਲ ਕਹੀ ਆ, ਸਾਡੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਭੇਡਾਂ ਤੇ ਉੱਨ ਕਿਸੇ ਨੇ ਨਹੀਂ ਛੱਡਣੀ, ਕੋਈ ਵੀ ਆ ਜਾਵੇ ਜੀ। ਕੋਈ ਇਹ ਆਮ ਸਾਡੇ ਕਹਾਵਤ ਆ, ਪਰ ਮੈਂ ਨਹੀਂ ਇਹ ਆਸ ਕਰਦਾ, ਉਮੀਦ ਕਰਦਾ ਕਿ ਸਾਡੇ ਜਿਹੜੇ ਨਵੇਂ ਹਾਕਮ ਹੋਣਗੇ ਉਹ ਵੀ ਇਹੋ ਜਿਹੇ ਹੋਣ। ਮੈਂ ਕਹਿੰਦਾ ਉਹ ਚੰਗੇ ਹੋਣ। ਭਗਵੰਤ ਮਾਨ ਪੰਜਾਬ ਦਾ ਚੀਫ ਮਿਨਿਸਟਰ ਬਣਨਾ ਚਾਹੀਦਾ ਨਹੀਂ ਬਣਨਾ ਚਾਹੀਦਾ, ਇਹਦਾ ਫੈਸਲਾ ਕਰਨਾ ਜੀ ਲੋਕਾਂ ਨੇ ਜੀ। ਜੇ ਆਪਾਂ ਇੱਥੇ ਕਹੀਏ ਕਿ ਉਹ ਬਣੇ ਨਾ ਬਣੇ ਤਾਂ ਫਿਰ ਕਈ ਵਾਰੀ ਇਹ ਹੁੰਦਾ ਕਿ ਇਹ ਇੱਕ ਤਰਫਾ ਗੱਲ ਕਰਦੇ, ਇੱਕ ਪਾਰਟੀ ਦੀ ਕੰਪੇਨ ਕਰਦੇ ਹੈ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਮੇਰੀ ਰਾਜਸੀ ਵਿਚਾਰਧਾਰਾ ਕੋਈ ਵੀ ਹੋਵੇ, ਮੈਨੂੰ ਕੋਈ ਵੀ ਲੀਡਰ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਲੱਗਦਾ ਹੋਵੇ, ਜਦੋਂ ਮੈਂ ਮਾਈਕ ਤੇ ਹੁੰਦਾ ਜਾਂ ਮੇਰੇ ਹੱਥ ਵਿੱਚ ਕਲਮ ਹੁੰਦੀ ਹੈ,
ਉਦੋਂ ਮੇਰੇ ਵੱਲੋਂ ਯਤਨ ਹੁੰਦਾ ਕਿ ਨਿਰਪੱਖ ਰਿਹਾ ਜਾਵੇ। ਇਸ ਕਰਕੇ ਮੈਂ ਇਸ ਮੁੱਦੇ ਤੇ ਕਿ ਪੰਜਾਬ ਦਾ ਚੀਫ ਮਿਨਿਸਟਰ ਬਾਦਲ ਹੋਵੇ, ਕੈਪਟਨ ਹੋਵੇ, ਭਗਵੰਤ ਮਾਨ ਹੋਵੇ ਜਾਂ ਕੋਈ ਹੋਰ ਹੋਵੇ, ਇਹ ਨਹੀਂ ਮੈਂ ਕਹਿਣਾ ਚਾਹੀਦਾ, ਲੇਕਿਨ ਮੈਂ ਕਹਿ ਸਕਦਾ, ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜਾ ਵੀ ਲੀਡਰ ਹੋਵੇ ਘੱਟੋ ਘੱਟ ਉਹ ਪੁਰਾਣਿਆਂ ਨੂੰ ਚੰਗੇ ਨਾ ਕਹਾਵੇ, ਪੁਰਾਣਿਆਂ ਤੋਂ ਆਪਣੇ ਆਪ ਨੂੰ ਚੰਗਾ ਕਹਾਵੇ, ਤਾਂ ਲੋਕਾਂ ਦਾ ਬਸ ਇਹਦੇ ਨਾਲ ਕੋਈ ਥੋੜਾ ਬਹੁਤਾ ਭਲਾ ਹੋ ਸਕਦਾ ਹੈ। ਉਹ ਲੋਕਾਂ ਨੇ ਫੈਸਲਾ ਕਰਨਾ ਕਿ ਉਹਨਾਂ ਨੂੰ ਚੰਗਾ ਕੌਣ ਲੱਗਦਾ ਹੈ। ਜੀ ਜੀ ਬਿਲਕੁਲ ਜੀ, ਆਪਣੀਆਂ ਲਾਈਨਾਂ ਜਿਹੜੀਆਂ ਸਾਰੀਆਂ ਫਲੈਸ਼ ਕਰ ਰਹੀਆਂ। ਮੈਂ ਸਿਰਫ 1-2 ਕਮਰਸ਼ੀਅਲ ਬ੍ਰੇਕ ਲੈ ਲਾਂ ਜੀ। ਸੋਮਲ ਵਾਚ ਦਾ ਸੁਨੇਹਾ ਜੀ, ਤੁਸੀਂ ਆਪਣੇ ਨਾਂ ਦਾ ਜਿਹੜਾ ਵਾਲ ਕਲੌਕ ਬਣਾ ਸਕਦੇ ਹੋ। ਕਿਸੇ ਦੇ ਘਰ ਲਿਆ ਤੁਸੀਂ ਗਿਫਟ ਦੇਣਾ ਆ ਤੇ ਤੁਸੀਂ ਆਪਣਾ ਨਾਂ ਲਿਖਾ ਕੇ ਆਪਣੀ ਕੰਪਨੀ ਦਾ ਨਾਂ, ਆਪਣੀ ਟਰਾਂਸਪੋਰਟ ਦਾ ਨਾਂ, ਆਪਣੀ ਗਰਾਜ ਦਾ ਨਾਂ ਕਰ ਸਕਦੇ ਹੋ। ਤੁਹਾਡੀ ਕਿਸੇ ਵੀ ਤਰ੍ਹਾਂ ਦੀ ਘੜੀ ਹੈ ਜੇ ਖਰਾਬ ਹੋਈ ਹੈ ਜਾਂ ਤੁਸੀਂ ਨਵੀਆਂ ਘੜੀਆਂ ਲੈਣੀਆਂ, ਰਾਡੋ, ਰੋਲੈਕਸ, ਕਿਸੇ ਵੀ ਤਰ੍ਹਾਂ ਦੀ ਕੀਮਤੀ ਘੜੀ 905 790 2188 ਤੇ ਜੇ ਤੁਸੀਂ ਟੋਰਾਂਟੋ ਤੋਂ ਮੌਂਟਰੀਅਲ ਜਾਂ ਮੌਂਟਰੀਅਲ ਤੋਂ ਟੋਰਾਂਟੋ ਜਾਣਾ, ਸਵੇਰੇ ਦੁਪਹਿਰੇ ਸ਼ਾਮੀ, ਤੇ ਇੱਕੋ ਇੱਕ ਨੰਬਰ ਯਾਦ ਰੱਖੋ 514 560 6613। ਤੇ ਜੇ ਤੁਹਾਨੂੰ ਮੌਰਗੇਜ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਫਸਟ ਜਾਂ ਸੈਕੰਡ ਮੌਰਗੇਜ, ਤੁਸੀਂ ਥੱਕ ਹਾਰ ਗਏ ਹੋ, ਟੱਕਰਾਂ ਮਾਰ ਰਹੇ ਹੋ, ਤੁਹਾਨੂੰ ਕੋਈ ਚੰਗਾ ਰੇਟ ਨਹੀਂ ਮਿਲ ਰਿਹਾ ਮੌਰਗੇਜ ਦੇ ਵਿੱਚ, ਕਿਰਨ ਕੌਰ ਪੱਡਾ ਨਾਲ ਗੱਲਬਾਤ ਕਰ ਸਕਦੇ ਹੋ 416 710 2020 ਤੇ 416 710 2020 ਤੇ। ਆਪਾਂ ਕਾਲਾਂ ਤੇ ਚੱਲਦੇ ਹਾਂ ਜੀ। ਪਹਿਲਾਂ ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਮੇਰਾ ਸਵਾਲ ਮੀਡੀਆ ਦਾ ਜੀ ਜਿਹੜਾ ਜੀ ਗੋਦੀ ਮੀਡੀਆ, ਹੁਣ ਦਿੱਲੀ ਦੇ ਵਿੱਚ 20 ਸਾਲ ਤੋਂ ਲੈ ਕੇ 40 ਸਾਲ ਤੱਕ ਮੁੰਡੇ ਮਰੇ ਆ ਜੀ ਗੋਲੀਆਂ ਨਾਲ। ਬਿਲਕੁਲ ਜੀ। ਉਹ ਕਿਹਨੇ ਮਾਰਿਆ? ਪੁਲਿਸ ਨੇ ਮਾਰਿਆ ਜਾਂ ਮੁੰਡਾ ਜਿਹੜਾ ਆਪਣੇ ਸ਼ਾਹਰੂਖ ਯੂਪੀ ਚੋਂ ਫੜਿਆ ਨਾ ਹਿੰਦੂ ਤਬਕੇ ਦਾ, ਉਹ ਇੰਡੀਆ ਵਾਲਾ ਮੀਡੀਆ ਮੰਨੇ ਨਹੀਂ ਰਿਹਾ ਕਿ ਹਾਲੇ ਵੀ ਮੋਦੀ ਗੋਦੀ ਮੀਡੀਆ ਕਹਿੰਦੇ ਅਸੀਂ ਉਹਨੂੰ, ਕਿ ਉਹ ਮੰਨੇ ਨਹੀਂ ਰਿਹਾ ਕਿ ਇਹਦੀ ਬੀਜੇਪੀ ਨੇ ਕਰਾਇਆ। ਉਹ ਕਹਿੰਦਾ ਜੀ ਨਹੀਂ, ਇਹ ਤਾਂ ਮੁਸਲਮਾਨਾਂ ਨੇ ਮਾਰਿਆ। ਦੱਸੋ ਉਹਨਾਂ ਕੋਲ ਹਥਿਆਰ ਕਿੱਥੋਂ ਆ ਗਏ? ਹਿੰਦੂਆਂ ਦੀਆਂ ਸ਼ਰੇਆਮ ਫੋਟੋਆਂ ਆ ਰਹੀਆਂ, ਵੀਡੀਓ ਆ ਰਹੀਆਂ ਬਾਹਰ ਸੋਸ਼ਲ ਮੀਡੀਆ ਤੇ, ਉਹ ਬਾਹਰ ਹੀ ਨਹੀਂ ਆ ਰਿਹਾ। ਇਹਨਾਂ ਨੂੰ ਮੜੀਏ ਨੱਥ ਪਾਓ ਜੀ। ਇਹ ਦੱਸੋ ਕੀ ਕਰ ਰਹੇ ਆ? ਸ਼ਰੇਆਮ ਝੂਠ ਮਾਰ ਰਿਹਾ। ਇੰਨਾ ਝੂਠ ਦੁਨੀਆ 'ਚ ਕਦੇ ਨਹੀਂ ਕਿਸੇ ਨੇ ਬੋਲਿਆ ਹੋਣਾ। 53 ਬੰਦੇ ਮਰਾ ਤੇ ਫੇਰ ਵੀ ਝੂਠ ਮਾਰੀ ਜਾਂਦੇ ਆ ਜੀ। ਢਿੱਲੋਂ ਸਾਹਿਬ ਦੇ ਵਿਚਾਰ ਲਿਓ ਜੀ। ਧੰਨਵਾਦ ਵੀਰ ਜੀ, ਵਿਚਾਰ ਤੁਹਾਡੇ ਵੀ ਸਾਡੇ ਵਾਲੇ ਹੀ। ਅਸੀਂ ਤਾਂ ਆਲਰੇਡੀ 6 ਸਾਲ ਤੋਂ ਕਹੀ ਜਾਂਦੇ ਆ ਜੀ, ਜਿਹੜਾ ਇੰਡੀਆ ਦਾ ਗੋਦੀ ਮੀਡੀਆ, ਚਲੋ ਅਸੀਂ ਸਾਰੇ ਨੂੰ ਨਹੀਂ ਕਹਿੰਦੇ, ਪਰ ਆਲਮੋਸਟ 95% ਜਿਹੜਾ ਇੰਡੀਆ ਦੇ ਵਿੱਚ ਗੋਦੀ ਮੀਡੀਆ। ਢਿੱਲੋਂ ਸਾਹਿਬ ਨੋਟ ਕਰ ਲਿਓ, ਇੱਕ ਕਾਲ ਆਪਾਂ ਹੋਰ ਲੈਣੇ ਆ, ਦੋਨਾਂ ਦਾ ਇਕੱਠਾ ਆਨਸਰ ਦੇ ਦਿਓ। ਲਾਈਨਾਂ ਫਲੈਸ਼ ਕਰ ਰਹੀਆਂ ਸਾਰੀਆਂ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। 7141। ਹਾਂਜੀ ਸਤਿ ਸ਼੍ਰੀ ਅਕਾਲ ਜੀ, ਟਾਂਡੀ ਮੰਗਦਾ ਬੋਲਦਾ ਮੈਂ ਜੀ। ਟਾਂਡੀ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਿੱਧੂ ਮੂਸੇਵਾਲੇ ਦੀ ਗੱਲ ਹੋਈ ਸੀਗੀ ਤੇ ਮੈਂ ਕਹਿੰਦਾ ਵੀ ਇਹ ਨਾ ਜਿੱਦਾਂ ਕਾਲ ਤਖਤ ਨੂੰ, ਜਿੱਦਾਂ ਹੁਣ ਕਾਲੀਏ ਵੀ ਪਹਿਲਾਂ ਚੱਲ ਗਏ ਸੀ ਉੱਥੇ ਭਾਂਡੇ ਮਾਂਜਣ, ਸੁਖਬੀਰ ਬਾਦਲ ਹੁਣ ਚਿੱਟੇ ਸ਼ੂਆਂ ਨੂੰ ਮਤਲਬ ਪਾਲਿਸ਼ ਕਰੀ ਜਾਂਦੇ ਸੀ ਜੀ, ਬੜੀ ਸੋਸ਼ਲ ਮੀਡੀਆ ਤੇ ਹੋਈ ਸੀ ਵੀ ਜਿੱਦਾਂ ਕਹਿ ਲਓ ਵੀ ਕਾਲ ਤਖਤ ਨੂੰ ਵਰਤ ਲੈਂਦੇ ਆ, ਜਿੱਦਾਂ ਕਹਿ ਲਓ ਲੋਕ, ਜਿੱਦਾਂ ਮੈਂ ਸਮਝਦਾ ਕਿ ਇਹ ਸਿੱਧੂ ਮੂਸੇਵਾਲੇ ਨੇ ਜਿੱਦਾਂ ਲੋਕ ਉਹਨੂੰ ਟਿਕਣ ਨਹੀਂ ਦਿੰਦੇ ਸੀ। ਪਹਿਲਾਂ ਗਲਤੀਆਂ ਕਰਦੇ ਕਾਹਦੇ ਆ? ਹੁਣ ਬਿਕਰਮ ਸਿੰਘ ਮਜੀਠੀਏ ਨੇ ਵੀ ਸ਼ਬਦ 2 ਲਾਈਨਾਂ ਕਹੀਆਂ ਸੀ, ਉਹਨੇ ਵੀ ਮਾਫੀ ਮੰਗੀ। ਵੀ ਜਿੱਦਾਂ ਕਹਿ ਲਓ ਵੀ ਇਹ ਲੀਡਰ ਵੀ ਇਹ ਕਿਉਂ ਗਲਤੀਆਂ ਕਰਦੀਆਂ, ਕਿਉਂ ਮਤਲਬ ਰੱਬ ਨੂੰ ਮਾੜਾ ਕਹਿੰਦੇ ਆ, ਅਕਾਲ ਤਖਤ ਨੂੰ ਬਹੁਤ ਉੱਚੀ ਸੁੱਚੀ ਜਗ੍ਹਾ ਆ ਉਹ, ਤੇ ਪਹਿਲਾਂ ਕਿਉਂ ਇਹ ਕਈ ਫਿਰ ਮਾਫੀਆਂ ਮੰਗਣ ਉੱਥੇ ਨੂੰ ਚਲ ਜਾਂਦੇ ਆ, ਤੇ ਉਹ ਕਿਉਂ ਪਹਿਲਾਂ ਕਰਦੇ ਕਾਹਦੇ ਆ? ਇਹ ਪਹਿਲੀ ਤਾਂ ਗੱਲ ਤਾਂ ਇਹ ਹੀ ਆ। ਤੇ ਫਿਰ ਇਹ ਵੀ ਮੂਸੇ ਵਾਲੇ ਨੇ ਮਾਫੀ ਦਿਲੋਂ ਨਹੀਂ ਮੰਗੀ ਹੈ, ਇਹ ਲੋਕਾਂ ਲਈ ਮੰਗੀ ਆ। ਜਿੱਦਾਂ ਲੋਕ ਕੁਐਸਚਨ ਕਰਦੇ ਸੀ ਸਟੇਜਾਂ ਤੇ ਜਾ ਕੇ, ਬਾਹਰ ਮੁਲਕ ਗੇੜੀ ਲਾਉਣੀ ਹੋਣੀ ਉਹਨੇ ਬਾਹਰਲੇ ਮੁਲਕਾਂ ਦੇ ਵਿੱਚ, ਕਿਉਂਕਿ ਬਾਹਰਲੇ ਜਾਗਰਤ ਸਿੱਖ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਬੈਠੇ ਆ, ਉੱਥੇ ਤਾਂ ਭੇਡ ਚਾਲ ਆ ਜਿੱਦਾਂ ਕਹਿ ਲਓ ਵੀ ਉੱਥੇ ਦੇ ਲੋਕਾਂ ਦੇ ਵਿੱਚ। ਬਾਕੀ ਆ ਥੋੜੀ ਜਿਹੀ ਮੀਡੀਆ ਦੀ ਗੱਲ ਹੋਈ ਸੀ, ਮੋਦੀ ਭਗਤ ਜਿਹੜੇ ਆ ਉਹ ਜਿੱਦਾਂ ਕਹਿ ਲਓ ਉਹਨਾਂ ਦੇ ਚੈਨਲ ਹੈਗੇ ਜ਼ਿਆਦਾ, ਉਹ ਸਿਰਫ ਉਹਨੀ ਜਿੱਦਾਂ ਹੋਈ ਤਾਂ ਨਸਲਕੁਸ਼ੀ ਆ, ਹੁਣ ਵੀ ਮੈਂ ਕਹਿੰਦਾ ਨਸਲਕੁਸ਼ੀ ਹੋਈ, ਪਹਿਲਾਂ ਸਿੱਖਾਂ ਦੀ ਵੀ ਹੋਈ ਆ, ਮੂੰਹ ਦੇ ਵਿੱਚ ਲਫ਼ਜ਼ ਪਾਉਂਦੇ ਆ ਜਿੱਦਾਂ ਮੀਡੀਆ ਦੇ ਵਿੱਚ। ਉੱਥੇ ਦਾ ਜਿਹੜਾ ਮੀਡੀਆ ਵੀ ਆ, ਭਾਈ ਸਾਹਿਬ ਢਿੱਲੋਂ ਸਾਹਿਬ ਵੀ ਆਏ ਆ, ਇਹਨਾਂ ਦੇ ਮੂੰਹ ਚੋਂ ਵੀ ਨਿਕਲ ਜਾਂਦਾ ਕਈ ਵਾਰੀ ਦੰਗੇ, ਜਿੱਦਾਂ ਕਹਿ ਲਓ ਇਹ ਦੰਗੇ ਸ਼ਬਦ। ਇੱਥੇ ਸਾਡੀਆਂ ਖਬਰਾਂ ਆਉਂਦੀਆਂ ਇੱਥੇ ਕੌਮੀ ਨਿਊਜ਼, ਉਹਦੇ ਉੱਤੇ ਵੀ ਉਹ ਦੰਗੇ ਹੀ ਕਹਿੰਦੇ ਆ। ਨਸਲਕੁਸ਼ੀ ਤਾਂ ਲਫ਼ਜ਼ ਗੌਰਮੈਂਟ ਨੇ ਪਾ ਦਿੱਤਾ ਆ, ਜਿੱਦਾਂ ਹਨਾ, ਜਿੱਦਾਂ ਕਹਿ ਲਓ ਵੀ ਗੋਲਡਨ ਟੈਂਪਲ ਉਹ ਕਹਿੰਦੇ ਆ, ਜਿੱਦਾਂ ਵੀ ਸਾਡੇ ਸ਼ਬਦ ਪਾਤੇ ਉਹ ਜਿੱਦਾਂ ਗੁਰੂ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਹਿੰਦੇ, ਉਹ ਵੀ ਸ਼ਬਦ ਪਾਇਆ ਗਿਆ। ਏਦਾਂ ਮੀਡੀਆ ਦੇ ਵਿੱਚ ਮੀਡੀਆ ਨੂੰ ਵੀ ਸੋਧ ਲੈਣੀ ਚਾਹੀਦੀ ਆ ਵੀ ਪੀਲੀ ਪੱਤਰਕਾਰੀ ਨਾ ਕਰਨ ਮੀਡੀਆ, ਜਾਣ ਬੁੱਝ ਕੇ ਦੰਗੇ ਕਹਿਣਾ ਇਹ ਗੱਲ ਵੀ, ਇਹ ਵੀ ਇੱਕ ਕੁਐਸਚਨ ਬਣਦਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਟਾਂਡੀ ਸਾਹਿਬ। ਨਹੀਂ, ਢਿੱਲੋਂ ਸਾਹਿਬ ਹੋਣਾ ਨੇ ਨਾ ਮਾਫ ਕਰਨਾ, ਅੱਜ ਤੱਕ ਨਹੀਂ ਕਿਹਾ ਜੀ, ਹਮੇਸ਼ਾ ਹੀ ਗੋਦੀ ਮੀਡੀਆ ਕਹਿੰਦੇ ਆ ਤੇ ਕਦੇ ਵੀ ਦੰਗੇ ਨਹੀਂ ਕਹਿੰਦੇ।
ਹਮੇਸ਼ਾ ਹੀ ਸਾਡੇ ਨਾਲ ਜੁੜਿਆ ਨੂੰ ਉਹਨਾਂ ਨੂੰ 1.5 ਸਾਲ ਹੋ ਗਿਆ। ਹਮੇਸ਼ਾ ਹੀ ਉਹ ਸਿੱਖ ਕਤਲੇਆਮ ਕਹਿੰਦੇ ਆ ਜੀ, ਜਾਂ ਸਿੱਖ ਨਸਲਕੁਸ਼ੀ ਕਹਿੰਦੇ ਆ। ਹੁਣ ਵੀ ਉਹਨਾਂ ਨੇ ਕਦੇ ਵੀ ਦੰਗੇ ਨਹੀਂ ਕਿਹਾ ਜੀ ਢਿੱਲੋਂ ਸਾਹਿਬ? ਨਹੀਂ, ਜਦੋਂ ਮੈਂ ਕਈ ਵਾਰੀ ਕਿਸੇ ਖਬਰ ਦਾ ਜ਼ਿਕਰ ਕਰਦਾ ਉਹਦੇ ਵਿੱਚ ਦੰਗਾ ਸ਼ਬਦ ਲਿਖਿਆ ਹੁੰਦਾ ਤਾਂ ਮੈਨੂੰ ਉਹ ਖਬਰ ਵਾਲੀ ਦੰਗਾ ਕਹਿਣਾ ਪੈ ਜਾਂਦਾ ਹੈ ਜੀ। ਲੇਕਿਨ ਮੇਰੀ ਸ਼ੁਰੂ ਤੋਂ ਹੀ ਸਮਝ ਇਹ ਹੈ ਕਿ ਦੰਗਾ ਉਹ ਹੁੰਦਾ ਜਿੱਥੇ ਦੋ ਧਿਰਾਂ ਬਰਾਬਰ ਲੜਦੀਆਂ ਹੋਣ। ਜੇ ਇੱਕ ਧਿਰ ਨੂੰ ਸੁੱਤਿਆ ਪਿਆ ਨੂੰ ਦੱਬ ਕੇ ਤੁਸੀਂ ਮਾਰ ਦਿਓ, ਸਾਰੇ ਘੇਰਾ ਪਾ ਕੇ ਮਾਰੋਗੇ ਤਾਂ ਉਹ ਵਾਕਈ ਕਤਲੇਆਮ ਹੈ, ਉਹਨੂੰ ਨਹੀਂ ਅਸੀਂ ਕਹਿ ਸਕਦੇ। ਔਰ ਜਿਵੇਂ ਦੋਨਾਂ ਸਰਦਾਰ ਸਾਹਿਬ ਜੀ ਦੀ ਤੇ ਭਾਈ ਸਾਹਿਬ ਦੀ ਪਹਿਲਾਂ ਜਿਹੜੀ ਇਹਨਾਂ ਦੀ ਗੱਲ ਹੈ, ਗੱਲ ਇਹਨਾਂ ਦੀ ਰਲਵੀਂ ਮਿਲਵੀਂ ਹੈ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਮੀਡੀਆ ਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਾਰਪੋਰੇਟ ਦੁਨੀਆ ਦਾ ਕਬਜ਼ਾ ਹੈ ਤੇ ਕਾਰਪੋਰੇਟ ਦੁਨੀਆ ਦੀ ਕਿਰਪਾ ਦੇ ਨਾਲ ਹੀ ਨਰਿੰਦਰ ਮੋਦੀ ਸਾਹਿਬ ਆਏ ਹੋਏ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨਰਿੰਦਰ ਮੋਦੀ ਸਾਹਿਬ ਕਾਰਪੋਰੇਟ ਜਗਤ ਨੂੰ ਲੁੱਟ ਦੀ ਪੂਰੀ ਜਿਹੜੀ ਹੈ ਖੁੱਲ੍ਹ ਦੇ ਰਹੇ ਹੈ। ਚਾਹੇ ਅਸੀਂ ਰਫਾਲ ਸਮਝੌਤੇ ਦੀ ਗੱਲ ਕਰ ਲਈਏ, ਚਾਹੇ ਅਸੀਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੋਲੇ ਦੀ ਖਾਨ ਅਦਾਨੀ ਹੋਰਾਂ ਨੂੰ ਆਈ ਹੈ ਉਹਦੀ ਗੱਲ ਕਰ ਲਈ ਹੈ, ਹਮੇਸ਼ਾ ਉਹ ਪੂਰਤੀ ਉਹਨਾਂ ਦੀ ਕਰਦੇ ਹੈ। ਉਹਨਾਂ ਕੋਲੇ ਮੀਡੀਆ ਤੇ ਮੀਡੀਆ ਸਾਰਾ ਕੁਝ ਉਹੀ ਕਰਦਾ। ਪਰ ਇਹਦੇ ਬਾਵਜੂਦ ਵੀ ਮੈਂ ਕਹੂੰਗਾ ਕਿ ਭਾਰਤ ਦੇ ਵਿੱਚੋਂ ਅਜੇ ਮੁਕੰਮਲ ਤੌਰ ਤੇ ਨਿਰਪੱਖ ਮੀਡੀਆ ਦਾ ਵਿਨਾਸ਼ ਨਹੀਂ ਹੋਇਆ। ਅੱਜ ਸਵੇਰ ਤੋਂ NDTV ਦੇ ਉੱਤੇ ਇੱਕ ਜਿਹੜੀ ਹੈਗੀ CCTV ਕੈਮਰਿਆਂ ਦੀ ਫੁਟੇਜ ਚੱਲ ਰਹੀ ਹੈ। ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਪੱਤਰਕਾਰਾਂ ਨੇ ਉਹ ਫੁਟੇਜ ਹਾਸਲ ਕੀਤੀ ਹੈ ਤੇ ਉਸ ਫੁਟੇਜ ਨੇ ਬਿਲਕੁਲ ਜਿਹੜਾ ਸ਼ੀਸ਼ਾ ਦੁਨੀਆ ਨੂੰ ਦਿਖਾਤਾ ਕਿ ਅਸਲ 'ਚ ਹੋਇਆ ਕੀ ਸੀ। 24 ਤਾਰੀਖ ਨੂੰ ਜਦੋਂ ਹੌਲਦਾਰ ਰਤਨ ਲਾਲ ਗੋਲੀ ਨਾਲ ਮਾਰਿਆ ਜਾਂਦਾ ਹੈ, ਉਸ ਵੇਲੇ ਵੱਡੇ ਪੁਲਿਸ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਘੇਰੇ 'ਚ ਲੈ ਲਿਆ। ਇੱਕ ਪਾਸੇ ਲੋਕ ਧਰਨੇ ਵਾਲੇ ਬੈਠੇ ਆ, ਦੂਜੇ ਉਹਨਾਂ ਦੇ ਖਿਲਾਫ ਵਾਇਲੈਂਟ ਹੋਏ ਵੀ ਉਹਨਾਂ ਵੱਲ ਵੱਧਦੇ ਆ। ਪੁਲਿਸ ਆ ਕੇ ਰੋਕਦੀ ਹੈ, ਸਮਝਾਉਂਦੀ ਹੈ। ਵੱਡੇ ਅਫਸਰ DCP ਤੇ ACP ਸਮਝਾਉਂਦੇ ਆ ਕਿ ਭਾਈ ਇਹ ਨਾ ਕਰੋ। ਉਹਨਾਂ ਤੇ ਪੱਥਰਬਾਜ਼ੀ ਸ਼ੁਰੂ ਹੁੰਦੀ ਹੈ, ਉਹ ਪਿਛਾਂਹ ਨੂੰ ਮੁੜਦੇ ਹੈ। ਅਗਾਂਹ ਡਿਵਾਈਡਰ ਲੱਗਿਆ ਹੋਇਆ ਸੜਕ ਦੇ ਦਰਮਿਆਨ, ਉਹਦੇ ਉੱਤੇ ਗ੍ਰਿਲਿੰਗ ਹੋਈ ਵੀ ਹੈ। ਕੁਛ ਪੁਲਿਸ ਵਾਲੇ ਟੱਪ ਗਏ, ACP ਤੇ DCP ਜਿਹੜੇ ਹੈਗੇ ਉਹ ਟੱਪ ਨਹੀਂ ਸਕੇ। ਸੱਟਾਂ ਵੱਜਦੀਆਂ ਬੜੀ ਮੁਸ਼ਕਲ ਦੇ ਨਾਲ। ਕੁਛ ਪੁਲਿਸ ਵਾਲੇ DCP ਨੂੰ ਚੱਕ ਕੇ ਲੈ ਜਾਂਦੇ ਆ, ਸ਼ਾਹਦਰਾ ਦਾ DCP ਸੀ, ਔਰ ਉਹਦੀ ਜਾਨ ਬਚਦੀ ਹੈ। ਅਜੇ ਤੱਕ ਵੀ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਦੱਸਦੀਆਂ ਵੀ ਉਹਨਾਂ ਦੀ ਹਾਲਤ ਕੀ ਹੈ। ਉਹਨਾਂ ਲੋਕਾਂ ਦੇ ਕੱਲੇ ਦੀ ਸ਼ਨਾਖਤ ਦਿਖਾਈ ਜਾਂਦੇ ਹੈ। ਮੇਰੇ ਸਾਹਮਣੇ ਜਦੋਂ ਮੈਂ ਆ ਪ੍ਰੋਗਰਾਮ ਕਰ ਰਿਹਾ, ਰਵੀਸ਼ ਕੁਮਾਰ ਜਿਹੜਾ ਪ੍ਰਾਈਮ ਟਾਈਮ ਦੇ ਵਿੱਚ ਦੱਸ ਰਿਹਾ ਕਿ ਕਿਵੇਂ ਮੋਹਨ ਹਸਪੀਟਲ ਦੇ ਉੱਪਰੋਂ ਸ਼ਰੇਆਮ ਲੋਕ ਜਿਹੜੇ ਪੱਥਰਬਾਜ਼ੀ ਕਰਦੇ ਹੈ, ਹੇਠਾਂ ਆ ਕੇ ਲੋਕ ਜਿਹੜੇ ਉਹਨਾਂ ਦੇ ਵਿੱਚੋਂ ਫਿਰ ਪੱਥਰਬਾਜ਼ੀ ਕਰਦੇ ਆ। ਉੱਪਰਲੇ ਤੇ ਹੇਠਲੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਉਹ ਦਿਖਾਉਂਦੇ ਆ ਕਿ ਆਹ ਬੰਦਾ ਉੱਪਰੋਂ ਵੀ ਪੱਥਰਬਾਜ਼ੀ ਕਰਦਾ ਹੈ, ਆਹ ਥੱਲਿਓਂ ਵੀ ਪੱਥਰਬਾਜ਼ੀ ਕਰਦਾ ਹੈ। ਲੇਕਿਨ ਪੁਲਿਸ ਨੂੰ ਉਹ ਦਿਖਦੇ ਨਹੀਂ, ਉਹਨਾਂ ਨੂੰ ਕੋਈ ਫੜ ਨਹੀਂ ਰਿਹਾ। ਫੜ ਕਿਹਨੂੰ ਰਿਹਾ ਜੀ? ਫੜ ਫਿਰ ਮੁਸਲਮਾਨਾਂ ਨੂੰ ਰਹੇ। ਉਹ ਮਾਰੇ ਵੀ ਗਏ, ਉਹ ਕੁੱਟੇ ਵੀ ਗਏ, ਉਹ ਲੁੱਟੇ ਵੀ ਗਏ, ਉਹ ਬਰਬਾਦ ਵੀ ਹੋ ਗਏ ਤੇ ਫੜੇ ਫੇਰ ਵੀ ਹੋ ਜਾਂਦੇ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਹੀਏ, ਚਾਹੇ ਗੋਦੀ ਮੀਡੀਆ ਚਾਹੇ ਕੁਛ ਵੀ ਹੈ, ਇਸ ਵੇਲੇ ਜੋ ਭਾਰਤ ਦੀ ਹਾਲਤ ਹੈ, ਉਹ ਭਾਰਤ ਦੀ ਹਾਲਤ ਘੱਟ ਗਿਣਤੀਆਂ ਨੂੰ ਹਜ਼ਮ ਕਰਨ ਵਾਲੀ ਹੈ। ਘੱਟ ਗਿਣਤੀਆਂ ਨੂੰ ਖਾਣਾ ਚਾਹੁੰਦੇ ਹੈ, ਖਤਮ ਕਰਨਾ ਚਾਹੁੰਦੇ ਹੈ। ਔਰ ਮੈਨੂੰ ਕੋਈ ਇਹਦੇ ਵਿੱਚ ਗੁਰੇਜ਼ ਨਹੀਂ ਕਹਿਣ ਦੇ ਉੱਤੇ। ਜਿਵੇਂ ਵੀਰ ਜੀ ਨੇ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਨੇ, ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਦੇ 'ਚ ਕੋਈ ਗੱਲ ਕਰਾਂ, ਕਿ ਸਿੱਧੂ ਮੂਸੇਵਾਲੇ ਨੇ ਮਾਫੀ ਇੱਕ ਵਾਰੀ ਨਹੀਂ ਮੰਗੀ। ਇੱਕ ਵਾਰੀ ਮਾਫੀ ਮੰਗ ਲਈ, ਮਾਫੀ ਮੰਗਣ ਤੋਂ ਬਾਅਦ ਬੰਦਾ ਦੁਬਾਰਾ ਗਲਤੀ ਨਾ ਕਰੇ, ਉਹ ਦੁਬਾਰਾ ਗਲਤੀ ਫੇਰ ਕਰਦਾ। ਤੀਜੀ ਵਾਰੀ ਗਲਤੀ ਫੇਰ ਕਰਦਾ, ਫੇਰ ਕਹਿੰਦਾ ਜੀ ਮੈਂ ਇੱਕ ਨਿਮਾਣੇ ਸਿੱਖ ਵਜੋਂ ਮੈਂ ਮਾਫੀ ਮੰਗਦਾ। ਅਚਨਚੇਤ ਗਲਤੀ ਮੈਥੋਂ ਵੀ ਹੋ ਸਕਦੀ ਹੈ, ਕਿਸੇ ਤੋਂ ਗਲਤੀ ਹੁੰਦੀ ਹੈ। ਜਦੋਂ ਤੁਸੀਂ ਮਾਫੀ ਮੰਗ ਲਈ, ਮਾਫੀ ਸਿੱਧੇ ਤਰੀਕੇ ਨਾਲ ਮੰਨੋ। ਪਰ ਮਾਫੀ ਮੰਗਣ ਦਾ ਮਤਲਬ ਜਾਂ ਮਾਫੀ ਮੰਨਣ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਆਪਦੀ ਦੁਕਾਨਦਾਰੀ ਵੀ ਚਲਾਉਣੀ ਹੈ। ਔਰ ਮੈਂ ਇਹ ਵੀ ਮੰਨਦਾ, ਇਹ ਮੈਂ ਸੱਚ ਮੰਨਦਾ, ਮੈਂ ਤੁਹਾਨੂੰ ਸਲਾਮ ਕਰਦਾ ਸਾਰੇ ਲੋਕਾਂ ਨੂੰ, ਕਿ ਜੇ ਸਿੱਖੀ ਨੂੰ ਬਚਾ ਕੇ ਰੱਖਿਆ ਤਾਂ ਉਹ ਸਿਰਫ ਤੇ ਸਿਰਫ ਜਿਹੜੇ ਬਾਹਰ ਲੋਕ ਬੈਠੇ ਆ ਉਹਨਾਂ ਨੇ ਬਚਾ ਕੇ ਰੱਖਿਆ। ਪੰਜਾਬ ਦੇ ਵਿੱਚ ਸਿੱਖੀ ਦਾ ਕਾਨ, ਸਿੱਖੀ ਦੇ ਜਿਹੜੇ ਆਪਣੇ ਆਪ ਨੂੰ ਵਾਰਸ ਕਹਾਉਂਦੇ ਆ, ਉਹਨਾਂ ਨੇ ਕੀਤੇ ਤੇ ਦੁਸ਼ਮਣਾਂ ਨੇ ਤਾਂ ਕਰਨਾ ਹੀ ਕਰਨਾ ਸੀ ਜੀ। ਬਿਲਕੁਲ ਜੀ। ਢਿੱਲੋਂ ਸਾਹਿਬ ਸੰਖੇਪ 'ਚ ਰੱਖਿਓ, ਤਾਂ ਆਪਾਂ ਕਾਲਰ ਵੀਰਾਂ ਨੂੰ ਵੀ ਕਹਿੰਦੇ ਸੰਖੇਪ 'ਚ ਰੱਖਿਓ, ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ 2831 ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਰਨੀਆਂ ਦੋ ਗੱਲਾਂ ਜੀ, ਪਰ ਚਲੋ ਇੱਕ ਕਰ ਲੈਣਾ ਕਿਉਂਕਿ ਟਾਈਮ ਨਹੀਂ ਕਰ ਲਓ, ਦੋ ਕਰ ਲਓ, ਕੋਈ ਗੱਲ ਨਹੀਂ ਜੀ। ਹਾਂਜੀ, ਜਿਹੜੀ ਭਾਸ਼ਾ ਦੀ ਗੱਲ ਹੈ ਢਿੱਲੋਂ ਸਾਹਿਬ, ਜਦੋਂ ਤੱਕ ਭਾਸ਼ਾ ਦੇ ਨਾਲ ਆਪਾਂ ਹੁਣ ਅਸੀਂ ਇੱਥੇ ਵੀ ਦੇਖਦੇ ਹਾਂ, ਕਿਬਕ ਦੇ ਵਿੱਚ ਵੀ ਇਹਨਾਂ ਨੇ ਫਰੈਂਚ ਨੂੰ ਸਰਕਾਰ ਨੇ ਪਹਿਲੀ ਭਾਸ਼ਾ ਰੱਖਿਆ। ਜਦੋਂ ਤੱਕ ਭਾਸ਼ਾ ਨੂੰ ਤੁਸੀਂ ਇੱਕ ਜਿਹੜਾ ਕਮਰਸ਼ਲ ਕੀਤਾ ਜਾਂ ਬਿਜ਼ਨਸ ਹੈ, ਵਪਾਰ ਦੇ ਨਾਲ ਨਹੀਂ ਜੋੜਦੇ ਨਾ, ਕੋਈ ਵੀ ਬੰਦਾ ਨਹੀਂ ਉਹਦੇ ਨਾਲ ਜੁੜਦਾ। ਕਿਉਂਕਿ ਹੁਣ ਅਸੀਂ ਧੱਕੇ ਨਾਲ ਇੱਕ ਪਰਚਾ ਤਾਂ ਕੱਢ ਦਿੰਦੇ ਹਾਂ, ਪਰ ਉਹ ਪੰਜਾਬੀ ਨੋਟਿਸ ਨੂੰ ਕੋਈ ਨਹੀਂ ਪੜ੍ਹਦਾ ਹੈਗਾ। ਪੰਜਾਬ ਦੇ ਵਿੱਚ ਅਸੀਂ
ਵੀ ਦਫ਼ਤਰਾਂ ਦੇ ਵਿੱਚ ਦੇਖਿਆ ਹੈ ਨਾ। ਤੇ ਦੂਜੀ ਗੱਲ, ਜੇ ਹੁਣ ਤੁਸੀਂ ਬੱਚਿਆਂ ਦੇ ਵਿੱਚ ਆਪਣਾ ਇੰਟਰਸਟ ਰੱਖਣਾ ਚਾਹੁੰਦੇ ਹੋ ਭਾਸ਼ਾ ਦੇ ਨਾਲ, ਜਦੋਂ ਤੱਕ ਕੋਈ ਨਵੀਨੀਕਰਨ, ਹੁਣ ਤੁਸੀਂ ਦੇਖ ਲਓ ਜਦ ਅਸੀਂ ਪੜ੍ਹਦੇ ਹਾਂ, ਮੈਨੂੰ ਨਹੀਂ ਲੱਗਦਾ ਕੋਈ ਵਿਆਕਰਣ 'ਚ ਕੋਈ ਨਵੀਂ ਖੋਜ ਹੋਈ ਹੋਵੇ, ਕੋਈ ਨਵੇਂ ਸ਼ਬਦ ਜੁੜੇ ਹੋਣ। ਤੇ ਜਿਹੜੀ ਅੰਗਰੇਜ਼ੀ ਦੀ ਭਾਸ਼ਾ ਇਹਦੇ ਪਸਾਰ ਹੋਣ ਦਾ ਕਾਰਨ ਵੀ ਇਹ ਹੈ ਕਿ ਇਹ ਹਰੇਕ ਥੋੜੇ ਸਾਲਾਂ ਬਾਅਦ ਇਹ ਆਪਣੀ ਨਵੀਂ ਡਿਕਸ਼ਨਰੀ ਬਣਾਉਂਦੇ ਨੇ ਤੇ ਉਹਦੇ ਵਿੱਚ ਇਹ ਸ਼ਬਦ ਵਿੱਚ ਜੋੜਦੇ ਜਾ ਰਹੇ ਨੇ। ਸੋ ਇਸ ਗੱਲ ਕਰਕੇ ਕੋਈ ਵੀ ਭਾਸ਼ਾ ਨੂੰ ਜੇ ਜਿਉਂਦੇ ਰੱਖਣਾ, ਉਹਦਾ ਨਵੀਨੀਕਰਨ, ਉਹਦੇ ਉੱਪਰ ਕੋਈ ਖੋਜ ਕਰੇ, ਕੋਈ ਨਵੀਆਂ ਚੀਜ਼ਾਂ ਆਉਣ। ਨਾ ਹੀ ਮਤਲਬ ਸਾਡੇ ਸਾਹਿਤਕਾਰ ਨੇ ਜਿਨ੍ਹਾਂ ਨੂੰ ਅਸੀਂ ਸਪੋਰਟ ਕਰ ਸਕੇ ਆਪਣੇ ਪਿਛਲੇ, ਤੇ ਰਹਿੰਦੀ ਖੂੰਹਦੀ ਕਸਰ ਹੁਣ ਜਿਹੜਾ ਇਹ PDF ਫਾਈਲਾਂ ਆ ਗਈਆਂ ਜਾਂ ਹੋਰ ਕਿਤਾਬਾਂ ਨਾ ਪੜ੍ਹਨ ਦਾ ਸ਼ੌਂਕ, ਕੋਈ ਖਰੀਦਦਾ ਹੀ ਨਹੀਂ ਹੈਗਾ ਕਿਤਾਬਾਂ। ਲੇਖਕ ਹੀ ਵੀ ਵਿਚਾਰੇ ਕਿੱਥੋਂ ਰੋਟੀ ਖਾਣਗੇ? ਜੇ ਹੁਣ ਉਹਦੀ ਕਿਤਾਬ ਵਿਕੂਗੀ ਤਾਂ ਉਹਨਾਂ ਨੂੰ ਰਾਇਲਟੀ ਮਿਲਦੀ ਹੈ। ਸੋ ਇਹ ਕਾਫੀ ਚੀਜ਼ਾਂ ਦੇ ਉੱਪਰ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਪੁਰਾਣੇ ਲੇਖਕ ਨੇ ਧਰਮ ਦੇ ਨਾਲ ਨਾਲ ਹੋਰ ਸੱਭਿਆਚਾਰ ਤੇ ਵੀ ਥੋੜਾ ਬਹੁਤਾ, ਕੋਈ ਵੀ ਬੰਦਾ ਐਫਰਟ, ਜੇ ਆਪਾਂ ਹੁਣ ਦੇਖੀਏ ਮਤਲਬ ਮੁੱਠੀ ਭਰ ਨਾਮ ਨੇ ਜਿਹੜੇ ਗਿਣੇ ਜਾ ਸਕਦੇ ਨੇ, ਆਪਾਂ ਸਾਹਿਤਕਾਰਾਂ ਦੇ ਨਾਮ ਪਤਾ ਹੀ ਆਪਾਂ ਨੂੰ ਕਿ ਕੌਣ ਕੌਣ ਜ਼ਿਆਦਾ ਮਤਲਬ ਮਕਬੂਲ ਆ। ਸੋ ਇਹਦੇ ਉੱਪਰ ਜੇ ਇੱਦਾਂ ਹੀ ਰਿਹਾ ਤਾਂ ਸਾਡੇ ਤੱਕ ਤਾਂ ਭਾਸ਼ਾ ਚਲੋ ਠੀਕ ਆ, ਅਸੀਂ ਤਾਂ ਠੇਠ ਵੀ ਬੋਲਦੇ ਹਾਂ, ਆਪਣੇ ਘਰਾਂ ਦੀ ਭਾਸ਼ਾ ਵੀ ਬੋਲਦੇ ਹਾਂ ਬੱਚਿਆਂ ਤੱਕ, ਪਰ ਉਸ ਤੋਂ ਅੱਗੇ ਅੱਗੇ ਬੱਚਿਆਂ ਦੇ ਜੇ ਆਪਣਾ ਪਿਆਰ ਹੋਊਗਾ ਤਾਂ ਭਾਸ਼ਾ ਬਚੂਗੀ ਜੀ, ਨਹੀਂ ਫਿਰ ਮੁਸ਼ਕਿਲ ਹੀ ਲੱਗਦਾ ਬਾਈ ਜੀ। ਧੰਨਵਾਦ। ਧੰਨਵਾਦ ਵੀਰ ਜੀ। ਢਿੱਲੋਂ ਸਾਹਿਬ ਨੋਟ ਕਰ ਲਓ ਜੀ, ਇੱਕ ਕਾਲ ਆਪਾਂ ਹੋਰ ਲੈ ਲਈਏ। ਹਾਂਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ 8416। ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਢਿੱਲੋਂ ਸਾਹਿਬ, ਮੇਰੇ ਵਿਧਾਨ ਸਭਾ ਸੈਸ਼ਨ ਦੇ ਰਿਲੇਟਡ ਦੋ ਛੋਟੇ ਛੋਟੇ ਕੁਐਸਚਨ ਆ ਜੀ ਵੀਰ ਜੀ। ਆਮ ਆਦਮੀ ਪਾਰਟੀ ਵਾਲਿਆਂ ਨੇ ਸਪੀਕਰ ਨੂੰ ਮਿਲ ਕੇ ਵਿਧਾਨ ਸਭਾ ਦਾ ਸੈਸ਼ਨ ਵਧਾਉਣ ਦੀ ਰਿਕੁਐਸਟ ਕੀਤੀ ਸੀ ਵੀ ਸੈਸ਼ਨ ਵਧਾਓ, ਤੇ ਸੈਸ਼ਨ ਵਧਾ ਵੀ ਦਿੱਤਾ ਗਿਆ। ਉਦੋਂ ਬਾਅਦ ਉੱਤੇ ਉਹ ਗੁਬਾਰੇ ਵੇਚ ਲਓ, ਛਣਕਣੇ ਵੇਚ ਲਓ, ਜਾਂ ਵਿਧਾਨ ਸਭਾ ਦੇ ਵਿੱਚ ਅੰਦਰ ਕੋ ਵੜ ਕੇ ਉਹਨਾਂ ਨੇ ਕੋਈ ਗੱਲ ਤਾਂ ਕੀਤੀ ਨਹੀਂ ਗੀ, ਸਿਰਫ ਭੱਤੇ ਹੀ ਲੈਣ ਤੱਕ ਸੀਮਤ ਸੀਗਾ ਕੰਮ। ਨੰਬਰ 2 ਦੇ ਉੱਤੇ ਬਾਦਲ ਸਾਹਿਬ ਨੇ ਥਾਣੇ ਦੇ ਵਿੱਚ ਬਹਿ ਕੇ ਤੇ ਸਟੇਟਮੈਂਟ ਦੇ ਦਿੱਤੀ ਤੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਖਤਮ ਹੋ ਰਹੀ ਹੈ। ਮੈਨੂੰ ਐਵੇਂ ਲੱਗਦਾ ਕਿ ਉਹਨਾਂ ਨੇ ਡੈਮੋਕ੍ਰੇਸੀ ਇੰਡੀਆ ਦੀ ਬਾਰੇ ਗੱਲ ਨਹੀਂ ਕੀਤੀ। ਉਹਨਾਂ ਨੂੰ ਦੁੱਖ ਬਹੁਤ ਲੱਗਾ ਤੇ ਜਦੋਂ ਉਹਨਾਂ ਦੇ ਪੁੱਤਰ ਦਾ ਸਾਲਾ ਮਨਪ੍ਰੀਤ ਬਾਦਲ ਨੂੰ ਘਰੇ ਹੀ ਘੇਰ ਲਿੱਤਾ। ਇਹ ਡੈਮੋਕ੍ਰੇਸੀ ਸੀਗੀ ਤੇ ਉਹਨੂੰ ਬਜਟ ਪੇਸ਼ ਨਹੀਂ ਕਰਨ ਦੇਣਾ, ਉਹਨੂੰ ਘਰੇ ਹੀ ਘੇਰ ਦੇਣਾ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨੂੰ ਚੱਕ ਕੇ ਤੇ ਥਾਣੇ 'ਚ ਖੜਿਆ ਗਿਆ, ਉਹ ਡੈਮੋਕ੍ਰੇਸੀ ਮੈਨੂੰ ਲੱਗਦਾ ਬਾਦਲ ਸਾਹਿਬ ਉਸ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਕਿ ਮੇਰੇ ਮੁੰਡੇ ਦੇ ਸਾਲੇ ਨੂੰ ਥਾਣੇ 'ਚ ਡੱਕ ਦਿੱਤਾ ਤੇ ਇਹਦੇ ਕਹਿਣ ਦੇ ਉੱਤੇ ਬਜਟ ਮਤਲਬ ਪੇਸ਼ ਹੋ ਜਾਂਦਾ, ਇਹਦੇ ਕਹਿਣ ਦੇ ਉੱਤੇ ਬਜਟ ਪੇਸ਼ ਨਹੀਂ ਹੋ ਸਕਿਆ। ਮੈਨੂੰ ਵਿਚਾਰ ਦਿਆ ਜੀ ਆਪਣਾ। ਧੰਨਵਾਦ ਵੀਰ ਜੀ। ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ? ਬਿਲਕੁਲ, ਮੇਰਾ ਖਿਆਲ ਹੈ ਵੀ ਡੈਮੋਕ੍ਰੇਸੀ ਦਾ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਸੀ ਨਾ, ਅਸਲ ਦੇ ਵਿੱਚ ਇਹ ਇਲਜ਼ਾਮ ਲੱਗਦਾ ਬੜੇ ਲੰਬੇ ਸਮੇਂ ਦਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਗੰਢ ਚਿਤਰਾਵਾ ਹੋਇਆ ਉਹ ਟੁੱਟ ਸਕਦਾ, ਪਰ ਪ੍ਰਕਾਸ਼ ਸਿੰਘ ਬਾਦਲ ਟੁੱਟਣ ਨਹੀਂ ਦਿੰਦੇ। ਹੁਣ ਜਿਵੇਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਟ੍ਰੀਟ ਕੀਤਾ ਹੈ, ਉਹ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਵੀ ਉਹ 50 ਸੀਟਾਂ ਮੰਗਦੇ ਆ ਤੇ ਅਕਾਲੀ ਦਲ 50 ਸੀਟਾਂ ਦੇਣ ਦੇ ਲਈ ਤਿਆਰ ਨਹੀਂ। ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇੱਕ ਨਵਾਂ ਫਰੰਟ ਬਣ ਰਿਹਾ ਤੇ ਭਾਰਤੀ ਜਨਤਾ ਪਾਰਟੀ ਨਵੇਂ ਘੋੜਿਆਂ ਨੂੰ ਸ਼ਿੰਗਾਰ ਰਹੀ ਹੈ। ਬਾਦਲ ਵਾਲੇ ਘੋੜੇ ਤਾਂ ਹੁਣ ਪੁਰਾਣੇ ਹੋ ਗਏ। ਉਹਦੇ ਤੋਂ ਹੁਣ ਕਿਉਂਕਿ ਲੋਕਾਂ ਦੇ ਵਿੱਚ ਆਪਦਾ ਅੱਖ ਬਣਾਉਣਾ ਕਿ ਜੀ ਅਸੀਂ ਵੀ ਹੁਣ ਘੱਟ ਗਿਣਤੀਆਂ ਦੇ ਹਮਾਇਤੀ, ਲੋਕਤੰਤਰ ਤਾਂ ਚਲੋ ਜਿਹੜਾ ਕਹਿੰਦੇ ਆ ਬਾਦਲ ਸਾਹਿਬ ਕਹਿੰਦੇ ਤੁਹਾਨੂੰ ਵੋਟਾਂ ਮਿਲ ਹੀ ਰਹਿ ਗਿਆ, ਜੋ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਉਹਨਾਂ ਕੀ ਰਹਿ ਗਿਆ। ਸਮਾਜਵਾਦ ਵੀ ਖਤਮ ਹੈ ਤੇ ਸੈਕੂਲਰਵਾਦ ਵੀ ਖਤਮ ਹੈ, ਵਿਧਾਨ ਦੇ ਵਿੱਚ ਇਹ ਚੀਜ਼ਾਂ ਉੱਡ ਚੁੱਕੀਆਂ। ਇਹ ਗੱਲ ਤਾਂ ਉਹ ਥੋੜਾ ਜਿਹਾ ਬਖਰੇਵਾ ਕਰਨ ਦੀ ਗੱਲ ਕਰਦੇ ਆ। ਸੁਖਵੀਰ ਨੇ ਤੇ ਅਕਾਲੀ ਦਲ ਦੇ ਥਿੰਕ ਟੈਂਕ ਨੇ ਜਿਹੜੀਆਂ ਗੱਲਾਂ ਆਪ ਕਹਿਣੀਆਂ ਸੀ ਉਹ ਬਾਦਲ ਸਾਹਿਬ ਤੋਂ ਕਹਾ ਰਹੇ ਹੈ। ਜਿੱਥੋਂ ਤੱਕ ਥਾਣੇ 'ਚ ਬੈਠ ਕੇ ਉਹਨਾਂ ਨੂੰ ਕੋਈ ਵੀ ਡਰਦਾ ਹੈ ਵਿਕਰਮ ਮਜੀਠੀਆ ਦਾ, ਮੈਂ ਇਹਦੇ ਨਾਲ ਸਹਿਮਤ ਨਹੀਂ, ਕਿਉਂਕਿ ਵਿਕਰਮ ਮਜੀਠੀਆ ਜਿਹੜਾ ਹੈ ਉਹ ਉਸ ਥਾਣੇ ਵਿੱਚ ਸੈਕਟਰ 3 ਵਾਲੇ ਥਾਣੇ 'ਚ ਉਹਨੂੰ ਬੰਦ ਨਹੀਂ ਕੀਤਾ ਸੀ। ਵਿਕਰਮ ਮਜੀਠੀਏ ਨੂੰ ਲੈ ਗਏ ਸੀ ਚੱਕ ਕੇ ਸੈਕਟਰ 17 ਵਾਲੇ ਥਾਣੇ 'ਚ। ਪ੍ਰਕਾਸ਼ ਸਿੰਘ ਬਾਦਲ ਸੈਕਟਰ 17 ਵਾਲੇ ਥਾਣੇ 'ਚ ਨਹੀਂ ਗਿਆ। ਇਹ ਵਿਕਰਮ ਮਜੀਠੀਆ ਨੂੰ ਜੇ ਅੱਗੇ ਲਾਇਆ ਤਾਂ ਇਹ ਸੁਖਵੀਰ ਬਾਦਲ ਨੇ ਤੇ ਉਹਦੀ ਵਾਈਫ ਨੇ ਹਰਸਿਮਰਤ ਨੇ ਧੱਕੇ ਨਾਲ ਬਾਦਲ ਦੇ ਉੱਪਰ ਵੀ ਉੱਠ ਕੇ ਲਵਾਇਆ। ਮੈਨੂੰ ਕੋਈ ਅੰਦਰਲੀਆਂ ਗੱਲਾਂ ਦਾ ਪਤਾ ਲੱਗ ਜਾਂਦਾ, ਕੋਈ ਪਰਿਵਾਰਕ ਸਾਂਝਾ ਹੁੰਦੀਆਂ ਉਹਦਾ ਕਰਕੇ, ਕਿ ਜਦੋਂ ਸਰਵਨ ਸਿੰਘ ਫਲੌਰ ਦਾ ਪੱਤਾ ਕਟਾ ਕੇ ਮਜੀਠੀਏ ਨੂੰ ਮੰਤਰੀ ਬਣਾਇਆ, ਉਦੋਂ ਬਾਦਲ ਸਾਹਿਬ ਨੇ ਸੁਖਵੀਰ ਨੂੰ ਕਿਹਾ ਸੀ ਕਾਕਾ ਤੂੰ ਕਾਲੀ ਨਾ ਕਰ, ਤੇਰੇ ਮਾਮੇ 2 ਸੀ ਤੇ ਤੇਰੀ ਮਾਂ ਕਹਿੰਦੀ ਸੀ ਮੇਰੇ ਭਰਾ ਨੂੰ ਸਰਪੰਚ ਬਣਾ ਦੇ, ਮੈਂ ਸਰਪੰਚ ਹੀ ਨਹੀਂ ਦਿੱਤੀ ਸੀ। ਤੇ ਜਦੋਂ ਤੇਰੀ ਮਾਂ ਜ਼ਿਆਦਾ ਮੇਰੇ ਤੇ ਦਬਾਅ ਪਾਉਣ ਲੱਗ ਗਈ, ਮੈਂ ਪਿੰਡ ਦੇ 2 ਟੁਕੜੇ ਕਰਕੇ ਤੇ 2 ਸਰਪੰਚ ਬਣਾਤੇ ਸੀ। ਉਹ ਆਪਸ ਵਿੱਚ ਲੜੀ ਗਏ, ਉਹਨਾਂ ਨੇ ਮੈਥੋਂ ਰਾਜ ਭਾਗ ਚੋਂ ਹਿੱਸਾ ਨਹੀਂ ਪਾਲਿਆ
ਤੇ ਤੂੰ ਪਹਿਲੇ ਦਿਨ ਹੀ ਆਪਦੇ ਸਾਲੇ ਨੂੰ ਲਿਆ ਕੇ ਜੇ ਪਾਏਗਾ ਤਾਂ ਭਾਈ ਕੱਲ ਨੂੰ ਸਾਡੇ ਲਈ ਖਤਰਾ ਪੈਦਾ ਹੋਊਗਾ। ਪ੍ਰਕਾਸ਼ ਸਿੰਘ ਬਾਦਲ ਇਹ ਨੋਟ ਕਰ ਰਿਹਾ ਹੈ ਕਿ ਇਹ ਜਿਹੜੀ ਉਹਨਾਂ ਦੀ ਸਲਤਨਤ ਹੈ ਇਹ ਉਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਉਹ ਖੁਦ ਜਿਉਂਦੇ ਬੈਠੇ ਹੈ। ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਨਾ ਰਹੇ, ਨੋਟ ਕਰ ਲਓ ਉਸ ਦਿਨ ਅਕਾਲੀ ਦਲ ਦਾ ਜਿਹੜਾ ਬਾਦਲ ਅਕਾਲੀ ਦਲ ਹੈ ਇਹਦਾ ਵਜੂਦ ਆ ਜਿਹੜਾ ਇਹਦੇ ਵਜੂਦ ਦੇ ਉੱਤੇ ਕਾਬਜ਼ ਜਿਹੜਾ ਹੈਗਾ ਉਹ ਮਜੀਠੀਆ ਪਰਿਵਾਰ ਨੇ ਹੋਣਾ ਹੈ। ਸਮਝਦੇ ਹੋ ਤੁਸੀਂ, ਪਰਿਵਾਰ ਦੇ ਵਿੱਚ ਭੈਣ ਭਰਾ ਹੀ ਆ ਗਏ। ਸੋ ਇਹ ਬਾਦਲ ਇਸ ਗੱਲ ਤੋਂ ਸੁਚੇਤ ਆ, ਉਹਨੂੰ ਉਹਦਾ ਕੋਈ ਦਰਦ ਨਹੀਂ ਹੈ। ਜਿਹੜੀ ਗੱਲ ਕੀਤੀ ਹੈ ਵੀਰ ਜੀ ਨੇ ਭਾਸ਼ਾ ਦੇ ਨਵੀਨੀਕਰਨ ਵਾਲੀ ਗੱਲ ਬਿਲਕੁਲ ਠੀਕ ਹੈ, ਨਵੀਨੀਕਰਨ ਹੋਣਾ ਚਾਹੀਦਾ ਹੈ। ਪਰ ਜੇ ਆਪਾਂ ਅਮੀਰੀ ਦੇ ਲਿਹਾਜ਼ ਨਾਲ ਦੇਖੀਏ ਤਾਂ ਭਾਸ਼ਾ ਸਾਡੀ ਬਹੁਤ ਅਮੀਰ ਹੈ। ਦੁਨੀਆ ਦੇ ਵਿੱਚ ਮੈਂ ਕਈ ਅਜਿਹੇ ਦੇਸ਼ਾਂ ਨੂੰ ਜਾਣਦਾ ਜਿਹੜੇ ਅੰਗਰੇਜ਼ੀ ਦੀ ਬਜਾਏ ਸਾਇੰਸ, ਟੈਕਨੋਲੋਜੀ, ਮੈਡੀਕਲ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਹੈ। ਜੇ ਅਸੀਂ ਦੇਖੀਏ ਸਭ ਤੋਂ ਜ਼ਿਆਦਾ ਜਿਹੜੀਆਂ ਹੈਗੀਆਂ ਮੈਡੀਕਲ ਫੈਸਿਲਿਟੀ 'ਚ ਜਾਂ ਸਭ ਤੋਂ ਜ਼ਿਆਦਾ ਪਰ ਮਤਲਬ ਜਿਹੜੀ ਹੈਗੀ ਹੈ ਵਿਅਕਤੀ ਮੈਡੀਕਲ ਸਰਵਿਸਿਜ਼ ਹੈ ਜਿਹੜੀਆਂ ਉਹ ਦੁਨੀਆ ਦੇ ਵਿੱਚੋਂ ਨੰਬਰ 1 ਤੇ ਕਿਊਬਾ ਦੀਆਂ ਮੰਨੀਆਂ ਜਾਂਦੀਆਂ ਤੇ ਕਿਊਬਾ ਦੇ ਵਿੱਚ ਜਿਹੜੀ ਪੜ੍ਹਾਈ ਹੁੰਦੀ ਹੈ ਉਹਨਾਂ ਦੀ ਆਪਣੀ ਲੈਂਗੁਏਜ ਦੇ ਵਿੱਚ ਹੁੰਦੀ ਹੈ। ਜੇ ਆਪਾਂ ਦੇਖੀਏ ਵੀ ਅੱਜ ਵੀ ਭਾਵੇਂ ਠੀਕ ਆ ਸੋਵੀਅਤ ਯੂਨੀਅਨ ਟੁੱਟ ਗਿਆ, ਰੂਸ ਇੱਕ ਪਾਵਰ ਹੈ, ਰੂਸ ਦੇ ਵਿੱਚ ਵੀ ਜਿਹੜੀ ਡਾਕਟਰੀ ਦੀ ਪੜ੍ਹਾਈ ਹੁੰਦੀ ਹੈ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਹੁੰਦੀ ਹੈ। ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਨਹੀਂ ਕਿ ਅੰਗਰੇਜ਼ੀ ਨਹੀਂ ਪੜ੍ਹਾਉਣੀ ਚਾਹੀਦੀ, ਅੰਗਰੇਜ਼ੀ ਪੜ੍ਹਾਉਣੀ ਚਾਹੀਦੀ ਹੈ। ਜਾਣਕਾਰੀ ਤੁਹਾਨੂੰ ਹਰੇਕ ਚਾਹੀਦੀ ਹੈ, ਭਾਸ਼ਾਵਾਂ ਜਿੰਨੀਆਂ ਵੱਧ ਤੋਂ ਵੱਧ ਸਿੱਖਣੀਆਂ ਸਿੱਖੋ। ਪਰ ਮੇਰਾ ਪੁਆਇੰਟ ਇਹ ਹੈ, ਮੈਂ ਕਹਿੰਦਾ ਕਿ ਆਪਣੀ ਮਾਂ ਬੋਲੀ ਹੈ ਜਿਹੜੀ ਉਹਨੂੰ ਭੁਲਾਓ ਨਾ, ਉਹਨੂੰ ਜਿਹੜਾ ਹੈਗਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸਲ ਦੇ ਵਿੱਚ ਸਾਡੀ ਬੁਨਿਆਦ ਹੈ। ਜੇ ਜਿਹੜੀ ਮੁੱਢਲੀ ਸਿੱਖਿਆ ਤੁਸੀਂ ਮਾਂ ਬੋਲੀ 'ਚ ਲਓਗੇ ਉਹ ਸਿੱਖਿਆ ਤੁਹਾਡੀ ਜਿਹੜੀ ਹੈਗੀ ਉਹਨੂੰ ਅਸੀਂ ਬੁਨਿਆਦੀ ਸਿੱਖਿਆ ਕਹਿੰਦੇ ਹੁੰਦੇ ਆ, ਉਹ ਕੰਮ ਦਿੰਦੀ ਹੈ। ਜੀ ਧੰਨਵਾਦ ਢਿੱਲੋਂ ਸਾਹਿਬ। ਆਪਣੇ ਨਾਲ ਕਾਲਾਂ ਸਾਰੀਆਂ ਜੁੜੀਆਂ ਹੋਈਆਂ ਜੀ ਤੇ 30 ਸੈਕਿੰਡ ਦੇ ਵਿੱਚ ਵੀਰ ਜੀ ਜਲਦੀ ਨਿਬੇੜ ਦਿਓ ਕਿਉਂਕਿ ਸਭ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਜੀ ਵੀਰ ਜੀ ਆਉਣੇ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਜਿਹੜਾ ਦੇਖੋ 84 ਦੇ ਵਿੱਚ ਹੋਇਆ ਉਹਦਾ ਕਤਲੇਆਮ ਸੀ। ਇਹ ਦੋ ਫਿਰਕਿਆਂ ਵਿੱਚ ਨਹੀਂ ਸੀ। ਜਦੋਂ ਪੰਜਾਬ 'ਚ ਪੁਲਿਸ ਨੇ ਜਿਹੜੇ ਤਸ਼ੱਦਦ ਕੀਤੇ ਨੇ, ਜ਼ੁਲਮ ਕੀਤੇ ਨੇ, ਅਸੀਂ ਉਸ ਚੀਜ਼ ਦਾ ਵੀ ਕੰਡੈਮ ਕਰਦੇ ਹਾਂ। ਹੁਣ ਜਿਹੜਾ ਇੱਕ ਵੀਡੀਓ ਦਿੱਲੀ 'ਚ ਆਇਆ ਜਿਹੜਾ ਪੁਲਿਸ ਤੇ ਹਮਲਾ ਕਰ ਰਹੇ ਨੇ ਜਾਂ ਬੁਰਕਾ ਪਾ ਕੇ ਜਿਹੜੀਆਂ ਔਰਤਾਂ ਪੱਥਰਬਾਜ਼ੀ ਕਰ ਰਹੀਆਂ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਕੀ ਹੋਇਆ ਜਿਹੜਾ ਪੁਲਿਸ ਦੇ ਉੱਪਰ ਹੁੰਦਾ, ਜਿਹੜਾ ਪੱਥਰਬਾਜ਼ੀ ਕੀਤਾ ਗਿਆ ਔਰ ਘੇਰ ਕੇ ਉਹਨਾਂ ਨੂੰ ਦਿੱਲੀ ਦੇ ਵਿੱਚ ਮਾਰਿਆ ਗਿਆ, ਪਲੱਸ ਅਲੀਗੜ੍ਹ ਦੇ ਵਿੱਚ ਮੁਸਲਿਮ ਔਰਤਾਂ ਨੂੰ ਜ਼ਬਰਦਸਤੀ ਧਰਨਿਆਂ ਵਿੱਚ ਲਿਆਇਆ ਜਾ ਰਿਹਾ। ਉਹਨਾਂ ਨੇ ਜਾ ਕੇ SSP ਨੂੰ ਸ਼ਿਕਾਇਤ ਕੀਤੀ, ਸਾਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਨੇ। ਇਹਨਾਂ ਬਾਰੇ ਕੀ ਦੱਸਣਾ ਚਾਹੁੰਦੇ ਹੋ? ਥੈਂਕ ਯੂ ਜੀ। ਥੈਂਕ ਯੂ ਜੀ। ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਦਿੱਲੀ 'ਚ ਆਪਾਂ ਗੱਲ ਕਰਦੇ ਹਾਂ ਜੀ, ਜੋ ਕੁਝ ਦਿੱਲੀ 'ਚ ਹੋਇਆ। ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਇਕੱਠੇ 70 ਦਿਨ ਹੋਏ ਸੀ, 70-75 ਦਿਨ ਇਕੱਠੇ ਹੋਇਆ ਨੂੰ ਜੀ। ਹੁਣ ਦੇਖੋ ਲਾਗੇ ਲਾਗੇ ਘਰਾਂ ਦੇ ਵਿੱਚ ਵਾਸ਼ਰੂਮ ਕਾਰ ਜਾਂ ਕੁਛ ਵੀ ਕਰੋ, ਰੋਡ ਬੰਦ ਕੀਤੀ ਹੋਆ ਜੀ ਹੈ। ਚਲੋ ਮੈਂ ਤਾਂ ਬੜੀ ਫੇਰ ਵੀ ਇਹਨਾਂ ਦੀ ਨਰਮ ਦਿਲੀ ਚਾਹੁੰਦਾ ਵੀ ਜਿਹੜਾ ਪਹਿਲਾਂ ਨਹੀਂ ਵੀ ਕੁਝ ਹੋਇਆ, ਪਰ ਜੇ ਕੁਝ ਹੋਇਆ ਤਾਂ ਥੋੜਾ ਜਿਹਾ ਇਹਨਾਂ ਨੂੰ ਚਾਹੀਦਾ ਸੀਗਾ ਵੀ ਜੇ ਕਿਤੇ 44 ਲਾ ਕੇ ਤਾਂ ਅੰਦਰਲੇ ਬੰਦੇ ਅੰਦਰ ਰਹਿ ਜਾਂਦੇ, ਬਾਹਰਲੇ ਬੰਦੇ ਬਾਹਰ ਰਹਿ ਕੇ ਤਾਂ ਆਉਣ ਜਾਣ ਨਾ ਦਿੰਦੇ ਕਿਸੇ ਨੂੰ ਜੀ, ਤਾਂ ਹੌਲੀ ਹੌਲੀ ਠਾਲ ਦਿੰਦੇ। ਪਰ ਜਿਹੜੇ ਸ਼ਰਾਰਤੀ ਅਨਸਰ ਸੀ ਉਹਨੇ ਵੀ ਸ਼ਰਾਰਤ ਕਰਕੇ ਤਾਂ ਇਹ ਜੋ ਵੀ ਕਰਾਇਆ ਸ਼ਰਾਰਤੀ ਅਨਸਰ ਹੁੰਦੇ ਵਿੱਚ ਥੋੜਾ ਕੁਛ ਬੰਦੇ ਵਿੱਚੇ ਹੀ ਸਿੱਖਾਂ ਦੇ ਵਿੱਚੇ, ਮੁਸਲਮਾਨਾਂ ਵਿੱਚੇ, ਹਿੰਦੂਆਂ ਸਾਰਿਆਂ ਦੇ ਵਿੱਚ ਹੁੰਦੇ ਆ। ਪਰ ਇਹ ਵੀ ਜੋ ਆ ਪਰ ਇਹਨਾਂ ਨੂੰ ਵੀ ਚਾਹੀਦੇ ਮੁਸਲਮਾਨ ਭਾਈਚਾਰੇ ਨੂੰ ਵੀ ਨਹੀਂ ਇੰਨਾ ਕੁਛ ਕਰਨਾ ਚਾਹੀਦਾ। ਹੀ ਚੁੱਪ ਤੁਸੀਂ ਜਿੰਨਾ ਚਿਰ ਤੁਸੀਂ ਦੇਖੋ ਜਾ ਕੇ ਵਿਚਾਰੇ ਕੰਮਾਂ ਤੋਂ ਜਾਣ ਨੂੰ ਲੋਕ ਕਿੰਨਾ ਚਿਰ ਵੇਟ ਕਰਦੇ ਸੀਗੇ। ਥੈਂਕ ਯੂ ਵੀਰ ਜੀ, ਕਿਉਂਕਿ ਆਪਣੀਆਂ ਲਾਈਨਾਂ ਸਾਰੀਆਂ ਫਲੈਸ਼ ਕਰਦੇ ਹਾਂ, ਹੋਰ ਲਾਈਨਾਂ ਲੈ ਲਈਏ ਜੀ ਤੇ ਇੱਕ ਸਮਾਂ ਸਮਾਪਤੀ ਵਾਲਾ। ਧੰਨਵਾਦ ਜੀ, ਤੁਸੀਂ ਕਾਲ ਕੀਤੀ ਆ। ਜੀ ਵੀਰ ਜੀ ਸਵਾਗਤ ਹੈ ਤੁਹਾਡਾ ਜੀ। 11:33 ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਣੇ ਭਾਈ ਸਾਹਿਬ ਨੇ ਇੰਡੀਆ ਤੋਂ ਕਿਹਾ ਕਿ ਜਿਹੜੀ ਸਿੱਖੀ ਰੱਖੀ ਹੋਈ ਆ ਉਹ ਬਾਹਰਲੇ ਕੰਟਰੀਆਂ 'ਚ ਰੱਖੀ ਹੋਈ ਆ, ਇਹ ਮੈਂ ਐਗਰੀ ਕਰਦੀ ਆ। ਪਰ ਇੱਕ ਗੱਲ ਮੈਂ ਇੱਥੇ ਕਹਿਣਾ ਚਾਹੁੰਦੀ, ਸਿੱਖੀ ਜ਼ਰੂਰ ਰੱਖੀ ਹੋਈ ਆ, ਪਰ ਜਿਹੜੇ ਅੱਜ ਤੋਂ 20-30 ਸਾਲ ਪਹਿਲਾਂ ਜਿਹੜੀ ਸਿੱਖਾਂ ਦੀ ਪਹਿਚਾਣ ਹੁੰਦੀ ਸੀ ਕਿ ਮੈਂ ਸਿੱਖ ਆ, ਉਹ ਜਿਹੜੀ ਪੱਗ ਦਾ ਤੁਸੀਂ ਕਹਿ ਸਕਦੇ ਆ ਜਾਂ ਕੁਛ ਆ, ਉਹ ਸਿੱਖੀ ਸਾਡੀ ਬਹੁਤ ਘੱਟ ਹੁੰਦੀ ਜਾ ਰਹੀ ਆ। ਤੇ ਜਿਹੜੀ ਹੁਣ ਦੇ ਲੋਕ ਆ ਹੁਣ ਅੱਜ ਤੋਂ 15-20 ਸਾਲਾਂ ਦੀ ਉਹਦੇ ਨਾਲ ਉਹਨਾਂ ਨਾਲ ਜ਼ਿਆਦਾ ਕ੍ਰਾਈਮ ਇੱਥੇ ਵੱਧ ਗਏ ਆ ਸਿੱਖਾਂ ਨਾਲ। ਸੋ ਮੈਂ ਇਹੀ ਬੇਨਤੀ ਕਰੂੰਗੀ ਕਿ ਆਪਣੀ ਲੁੱਕ ਥੋੜੀ ਜਿਹੀ ਠੀਕ ਹੋ ਜਾਵੇ, ਉਹ ਬਹੁਤ ਵਧੀਆ। ਥੈਂਕ ਯੂ ਭੈਣ ਜੀ, ਧੰਨਵਾਦ ਤੁਸੀਂ ਕਾਲ ਕੀਤੀ ਹੈ। ਤੇ ਅਸੀਂ ਜਿਹੜੀਆਂ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ ਪਰ ਨਹੀਂ ਲੈ ਸਕਦੇ ਵੀਰ ਜੀ, ਮਾਫ ਕਰਨਾ। ਤੁਸੀਂ ਏਦਾਂ ਹੀ ਸਾਰੇ ਜਿੱਥੇ ਪਲੇਟਫਾਰਮ ਤੇ ਜੁੜੇ ਰਹਿਣਾ। ਤੇ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਇਸ ਤਰ੍ਹਾਂ ਜੁੜਦੇ ਹਾਂ। Does Brampton need a new hospital? Let's look at the current reality faced by the people of Brampton. Brampton possesses a single hospital building and its medical staff that address the pressing needs of 604,000 people. This is highly worrisome, and here's why.
Patients are forced to wait 19.9 hours for a bed in emergency care. This exceeds the provincial average by 5 hours. Brampton's single hospital deals with 4,000 hallway patients per year, with many forced to wait 40 to 70 hours for a bed. Brampton has less than 1 bed per 1,000 residents, while the national average is 2.7 beds per 1,000 residents. Brampton is a city with 604,000 people. Its population growth rate is 3.5%, which happens to be 3 times the provincial average. And Brampton receives roughly 40 new immigrants on a daily basis. Brampton is projected to rise to 680,000 people by 2021. This means that the beds per population ratio will become exponentially lower. This means more people waiting for a bed, longer wait times, more patients being treated in hallways, and more sick people being turned away from the hospital altogether. One thing becomes painfully clear. Brampton needs a new hospital. The choice to build a new hospital depends on the will of political leaders. The lives of your loved ones lie in their hands. The hands are theirs, but the voice is yours. Who will commit to building a new hospital? Stargate Logistics 24 ਘੰਟੇ ਤੇ ਹਫ਼ਤੇ ਦੇ 7 ਦਿਨ GTA ਵਿੱਚ 20 ਸਾਲ ਤੋਂ ਵੀ ਜ਼ਿਆਦਾ ਦੇ ਰਹੇ ਹਨ ਟਰਾਂਸਪੋਰਟੇਸ਼ਨ ਦੀਆਂ ਸੇਵਾਵਾਂ। Stargate Logistics ਨਾਲ ਤੁਸੀਂ ਫੁੱਲ ਲੋਡ, LTL, Expedite ਜਾਂ ਫਿਰ ਲੋਕਲ ਪਿਕਅਪ ਤੇ ਡਿਲੀਵਰੀ ਦੀ ਸਰਵਿਸ ਵੀ ਲੈ ਸਕਦੇ ਹੋ। ਸਰਵਿਸ ਅਵੇਲੇਬਲ ਆਲ ਓਵਰ ਨਾਰਥ ਅਮਰੀਕਾ ਐਂਡ ਲੋਕਲ। ਕਿਸੇ ਵੀ ਵੱਡੇ ਜਾਂ ਛੋਟੇ ਲੋਡ ਟਰਾਂਸਪੋਰਟੇਸ਼ਨ ਵਾਸਤੇ ਅੱਜ ਹੀ ਕਾਲ ਕਰੋ 905-602-5656 or visit stargatelogistic.ca. Stargate Prozen Auto and Collision and Repair, ਜਿੱਥੇ ਕਾਰਸ ਦੀ ਡੈਂਟਿੰਗ ਅਤੇ ਪੇਂਟਿੰਗ ਦਾ ਕੰਮ ਤਸੱਲੀ ਬਖਸ਼ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤੇ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਵੀ ਕੀਤੀ ਜਾਂਦੀ ਹੈ। 7089 Todd Road, Mississauga. ਸੰਪਰਕ ਕਰੋ 905-677-8585. Prozen Auto and Collision and Repair. KJS Transport stress-free work ਤੇ ਵਧੀਆ ਪੈਸੇ ਬਣਾਉਣ ਲਈ GTA ਦਾ ਜਾਣਿਆ ਪਛਾਣਿਆ ਨਾਮ। KJS Transport all over North America with long haul and short haul ਤੇ friendly dispatch ਨਾਲ ਕੰਮ ਕਰੋ। Brand new trucks and trailer ਨਾਲ long ਅਤੇ short routes also available. Driver ਤੇ owner operator ਅੱਜ ਹੀ ਕਾਲ ਕਰੋ ਕੁਲਵੰਤ ਸਿੰਘ ਜਾਂ ਜਿੰਦਰ ਬੁੱਟਰ 905-789-9500 ਜਾਂ ਅੱਜ ਹੀ ਪਹੁੰਚੋ 321 Orenda Road, Brampton, Ontario. KJS Transport GTA ਵਿੱਚ ਪਹਿਲੀ ਵਾਰ ਆਨਲਾਈਨ ਟਰੈਵਲਸ ਲੈ ਕੇ ਆਏ ਨੇ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਓਪਨ ਡੇਟ ਪੈਕੇਜ। ਜਦੋਂ ਵੀ ਤੁਹਾਡਾ ਦਿਲ ਦਰਸ਼ਨਾਂ ਨੂੰ ਲੋਚਦਾ ਹੈ ਤਾਂ ਤੁਸੀਂ ਆਨਲਾਈਨ ਟਰੈਵਲ ਤੱਕ ਪਹੁੰਚ ਬਣਾ ਕੇ ਪੈਕੇਜ ਲੈ ਸਕਦੇ ਹੋ। ਵਿਸਾਖੀ ਮੌਕੇ ਜਾਣ ਵਾਲੇ ਜਥੇ 'ਚ ਸਿਰਫ $985 ਦੇ ਕੇ ਪਾਕਿਸਤਾਨ ਦੇ तमाम ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ। ਇਸ ਵਿੱਚ ਇੰਸ਼ੋਰੈਂਸ ਵੀ ਇਨਕਲੂਡਡ ਹੋਵੇਗਾ। ਸਾਲ ਭਰ ਕਿਸੇ ਵੀ ਸਮੇਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਆਨਲਾਈਨ ਟਰੈਵਲ ਦੇ ਨੰਬਰਸ ਉੱਪਰ ਕਾਲ ਕਰਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ। ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ 22 ਗੁਰੂ ਘਰਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ। ਉਹ ਵੀ ਸਿਰਫ $985 ਦੇ ਵਿੱਚ। ਚਾਹਵਾਨ ਸੰਗਤਾਂ 15 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ। ਇੰਸ਼ੋਰੈਂਸ ਇਨਕਲੂਡਡ ਇਨ ਪਾਕਿਸਤਾਨ। ਅੱਜ ਹੀ ਸੰਪਰਕ ਕਰੋ ਆਲ ਲਿੰਕ ਟਰੈਵਲਸ ਦੇ ਕਿਸੇ ਵੀ ਦਫ਼ਤਰ ਦੇ ਨਾਲ। ਕੈਨੇਡਾ ਵਿੱਚ ਬੱਲੇ ਬੱਲੇ ਸਭ ਸਾਮਾਨ ਇੱਕੋ ਛੱਤ ਥੱਲੇ ਭਰ ਗੱਡੀਆਂ ਲੋਕ ਲੈ ਚੱਲੇ ਭਰ ਗੱਡੀਆਂ ਲੋਕ ਲੈ ਚੱਲੇ ਏਸ਼ੀਅਨ ਫੂਡ ਸੈਂਟਰ ਦੀ ਬੱਲੇ 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 AFC ਘੱਟ ਰੇਟ ਤੇ ਕੁਆਲਿਟੀ ਗ੍ਰੇਟ ਏਸ਼ੀਅਨ ਫੂਡ ਸੈਂਟਰ ਕਾਲ ਕਰੋ 416 740 3262 ਬੱਲੇ 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 ਏਸ਼ੀਅਨ ਫੂਡ ਸੈਂਟਰ। Humble Truck and Trailer Repair ਜੋ ਕਿ ਪਿਛਲੇ 30 ਸਾਲ ਤੋਂ ਕਿਸੇ ਵੀ ਤਰ੍ਹਾਂ ਦੇ ਮੇਕ ਐਂਡ ਮਾਡਲ ਦੇ ਟਰੱਕ ਐਂਡ ਟ੍ਰੇਲਰ ਜਿਵੇਂ Volvo, Peterbilt, Kenworth ਦੀ ਤਸੱਲੀ ਬਖਸ਼ ਰਿਪੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਤੁਸੀਂ ਇੰਜਨ ਰੀਬਿਲਡ, ਟਰਾਂਸਮਿਸ਼ਨ, 에ਅਰ ਫਿਲਟਰ, ਕਲਚ, ਡਿਫਰੈਂਸ਼ੀਅਲ ਤੇ ਡੈਲੋ ਦਾ ਹੈਵੀ ਡਿਊਟੀ ਡੀਜ਼ਲ ਇੰਜਨ ਆਇਲ ਵੀ ਪਵਾ ਸਕਦੇ ਹੋ। 24 ਆਵਰ ਰੋਡ ਸਰਵਿਸ ਦੇ ਨਾਲ ਹੀ ਇਲੈਕਟ੍ਰੀਕਲ ਤੇ ਟਰੱਕ ਡਾਇਗਨੋਸ ਵੀ ਕੀਤਾ ਜਾਂਦਾ ਹੈ। ਹਫਤੇ ਦੇ ਕਿਸੇ ਵੀ ਦਿਨ ਟਰੱਕ ਸਰਵਿਸ ਕਰਵਾਉਣ ਲਈ ਅੱਜ ਹੀ ਕਾਲ ਕਰੋ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਢਿੱਲੋਂ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ। ਸ਼ੁਕਰੀਆ ਜੀ। ਢਿੱਲੋਂ ਸਾਹਿਬ, ਆਪਣਾ PTN 24 ਦਾ ਪਰਿਵਾਰ ਫਿਰ ਆਪਣੇ ਨਾਲ ਜੁੜ ਚੁੱਕਾ ਹੈ ਜੀ। 1690 AM ਤੋਂ ਬਾਅਦ ਆਪਣਾ ਪ੍ਰੋਗਰਾਮ ਇਸ ਤਰ੍ਹਾਂ ਨਿਰੰਤਰ ਚੱਲਦਾ ਰਹਿੰਦਾ ਜੀ। ਜਿਹੜੀਆਂ ਡਿਟੇਲ ਦੇ ਵਿੱਚ ਆਪਾਂ ਖਬਰਾਂ ਹੁਣ ਢਿੱਲੋਂ ਸਾਹਿਬ ਦੇ ਕੋਲੋਂ ਲਵਾਂਗੇ। ਢਿੱਲੋਂ ਸਾਹਿਬ, ਭੜਕਾਊ ਬਿਆਨਬਾਜ਼ੀ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੀ ਕਰੋ, ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਜੀ। ਬਿਲਕੁਲ ਜੀ, ਭੜਕਾਊ ਜਿਹੜੀ ਭਾਸ਼ਣਬਾਜ਼ੀ ਹੈ, ਇਸ ਭਾਸ਼ਣਬਾਜ਼ੀ ਨੇ ਹੀ ਅਸਲ ਦੇ ਵਿੱਚ ਜੇ ਆਪਾਂ ਕਹੀਏ ਤਾਂ ਦਿੱਲੀ ਦਾ ਜਿਹੜਾ ਇਹ ਨਸਲਕੁਸ਼ੀ ਹੈ ਜੀ, ਇਹਦਾ ਮੁੱਢ ਬਣਿਆ ਸੀ। ਇਸ ਮੁੱਦੇ ਨੂੰ ਲੈ ਕੇ ਹਰਸ਼ਮੰਦਰ ਇੱਕ ਸਮਾਜ ਸੇਵੀ ਹੈ ਜੀ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਦਿੱਲੀ ਹਾਈ ਕੋਰਟ ਦੇ ਵਿੱਚ ਜੀ, ਔਰ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬ ਨੇ ਐਸ ਮੁਰਲੀਧਰ, ਜਦੋਂ ਇਹ ਮਾਮਲਾ ਉਹਨਾਂ ਦੇ ਪੇਸ਼ ਹੋਇਆ ਤਾਂ ਉਹਨਾਂ ਨੇ ਉਸੇ ਵੇਲੇ ਕਿਹਾ ਕਿ ਇਹਦੇ ਤੇ ਕਾਰਵਾਈ ਬਣਦੀ ਹੈ ਜੀ। ਲੇਕਿਨ ਸੋਲਿਸਿਟਰ ਜਨਰਲ ਜਿਹੜੇ ਦਿੱਲੀ ਪੁਲਿਸ ਨੂੰ, ਦਿੱਲੀ ਪ੍ਰਸ਼ਾਸਨ ਨੂੰ ਜਾਂ ਭਾਰਤ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਸੀ, ਉਹਨਾਂ ਨੇ ਕਿਹਾ ਜੀ ਨਹੀਂ, ਪਹਿਲਾਂ ਅਮਨ ਸ਼ਾਂਤੀ ਬਹਾਲ ਕਰਨਾ ਜ਼ਰੂਰੀ ਹੈ ਤੇ ਉਹ ਤੋਂ ਬਾਅਦ ਇਹ ਗੱਲ ਹੋ ਸਕਦੀ ਹੈ ਜੀ। ਤੇ ਜੱਜ ਸਾਹਿਬ ਨੇ ਕਿਹਾ ਸੀ ਕਿ ਵੱਡੇ ਪੱਧਰ ਦੇ ਉੱਤੇ ਹਿੰਸਾ ਹੋਈ ਹੈ, ਅਸੀਂ ਕਿੰਨੀ ਕੁ ਦੇਰ ਉਡੀਕਾਂਗੇ, ਹੁਣ ਹੋਰ ਉਡੀਕਿਆ ਨਹੀਂ ਜਾਂਦਾ। ਕੱਲ ਦੁਪਹਿਰ ਤੱਕ ਜਿਹੜਾ ਹੈਗਾ ਇਹਨਾਂ 3 ਬੰਦਿਆਂ ਦੇ ਖਿਲਾਫ ਅਨੁਰਾਗ ਠਾਕਰ, ਕਪਿਲ ਮਿਸ਼ਰਾ ਔਰ ਪ੍ਰਵੇਸ਼ ਵਰਮਾ, ਇਹਨਾਂ ਦੇ ਖਿਲਾਫ FIR ਦਰਜ ਕਰਕੇ ਸੂਚਿਤ ਕੀਤਾ ਜਾਵੇ। ਗੱਲ ਆਪਾਂ ਪਹਿਲਾਂ ਹੀ ਕਰ ਲਈ ਹੈ ਕਿ ਉਹਨਾਂ ਨੂੰ ਜੱਜ ਸਾਹਿਬ ਨੂੰ ਰਾਤੋਂ ਰਾਤ, ਹਾਲਾਂਕਿ ਅੰਡਰ ਟ੍ਰਾਂਸਫਰ ਸੀ, ਲੇਕਿਨ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ, ਜਲਦੀ ਜਾਓ, ਬਸ ਹੁਣ ਤੁਹਾਡੀ ਕੋਈ ਲੋੜ ਨਹੀਂ। ਕੇਂਦਰ ਸਰਕਾਰ ਨੇ ਕੁਲੋਜੀਅਮ ਦੀ ਰਿਪੋਰਟ ਨੂੰ ਪ੍ਰਵਾਨ ਕਰਕੇ ਉਹਨਾਂ ਦੀ ਟ੍ਰਾਂਸਫਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਰ ਦਿੱਤੀ ਸੀ ਜੀ, ਔਰ ਉਹ ਅੱਜ ਉੱਥੋਂ ਵਿਦਾ ਵੀ ਹੋ ਗਏ ਤੇ ਇਧਰ ਨੂੰ ਆ ਕੇ ਹੁਣ ਉਹ ਜੁਆਇਨ ਕਰਨਗੇ। ਲੇਕਿਨ ਅਗਲੇ ਦਿਨ ਜਦੋਂ ਹਾਈ ਕੋਰਟ ਜੁੜੀ, ਹਾਈ ਕੋਰਟ ਦਾ ਵੱਡਾ ਬੈਂਚ ਬੈਠਿਆ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ, ਜਿੰਨਾ ਟਾਈਮ ਦਿੱਲੀ ਪੁਲਿਸ ਨੇ ਮੰਗਿਆ ਉਹਨਾਂ ਟਾਈਮ ਹੀ ਦੇ ਦਿੱਤਾ। ਹੁਣ ਹਰਸ਼ਮੰਦਰ ਹੋਣੀ ਦੁਬਾਰਾ ਫਿਰ ਸੁਪਰੀਮ ਕੋਰਟ 'ਚ ਗਏ। ਉਹਨਾਂ ਨੇ ਕਿਹਾ ਜੀ ਵੀ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੋਇਆ, ਜਿਨ੍ਹਾਂ ਲੋਕਾਂ ਨੇ ਇਸ਼ਾਰਾ ਕੀਤਾ, ਜਿਨ੍ਹਾਂ ਲੋਕਾਂ ਨੇ ਪ੍ਰਵੋਕ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਇਹ ਗੱਲ ਮਾੜੀ ਹੈ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਵਕੀਲਾਂ ਨੇ ਬਹਿਸ ਕੀਤੀ ਤੇ ਫਿਰ ਸੋਲਿਸਿਟਰ ਜਨਰਲ ਨੇ ਉੱਥੇ ਆ ਕੇ ਕਿਹਾ, ਕਹਿੰਦੇ ਜੀ ਇਹ ਹਰਸ਼ਮੰਦਰ ਨੇ ਸੁਪਰੀਮ ਕੋਰਟ ਦੇ ਖਿਲਾਫ ਵੀ ਟਿੱਪਣੀਆਂ ਕੀਤੀਆਂ। ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਿਤੇ ਇਨਸਾਫ ਨਹੀਂ ਮਿਲਣਾ। ਉੱਥੇ ਇੱਕ ਭਾਸ਼ਣ ਕਰਦਿਆਂ ਕਿਹਾ ਸੀ ਸ਼ਾਹੀਨ ਬਾਗ 'ਚ ਜਾਂ ਕਿਤੇ ਹੋਰ ਕਿ ਸਾਨੂੰ ਇਨਸਾਫ ਨਹੀਂ ਮਿਲਣਾ, ਸੁਪਰੀਮ ਕੋਰਟ ਜਾਣਾ ਪਊਗਾ ਪਰ ਇਨਸਾਫ ਉੱਥੋਂ ਵੀ ਨਹੀਂ ਮਿਲਣਾ ਤੇ ਸਾਨੂੰ ਫਿਰ ਬਾਅਦ ਦੇ ਵਿੱਚ ਸੜਕਾਂ ਤੇ ਹੀ ਆਉਣਾ ਪੈਣਾ। ਉਹ ਕਹਿੰਦੇ ਜੀ ਤਾਂ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਗੀ ਤੇ ਸੁਪਰੀਮ ਕੋਰਟ ਨੇ ਕਹਿਤਾ ਜੀ ਅਸੀਂ ਉਨੀ ਦੇਰ ਤੱਕ ਫੈਸਲਾ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਜਿਹੜੇ ਹਰਸ਼ਮੰਦਰ ਹੈ ਉਹ ਇਹਦਾ ਜਵਾਬ ਨਹੀਂ ਦਿੰਦੇ, ਉਹਦੇ ਵਕੀਲ ਸਾਹਿਬ ਜਵਾਬ ਨਹੀਂ ਦਿੰਦੇ। ਜਿਹੜੇ ਵਕੀਲ ਸਾਹਿਬ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੇ ਕਹਿਤਾ ਜੀ ਨਹੀਂ, ਉਹਨੇ ਕੋਈ ਐਸੀ ਗੱਲ ਹੀ ਨਹੀਂ ਕੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਇਹਦੇ ਬਾਰੇ ਦੁਬਾਰਾ ਸੋਚਾਂਗੇ। ਪਰ ਸੁਪਰੀਮ ਕੋਰਟ ਨੇ ਇੱਕ ਗੱਲ ਦੇ ਉੱਤੇ ਨਾਖੁਸ਼ੀ ਪ੍ਰਗਟ ਕੀਤੀ ਹੈ ਕਿ ਦਿੱਲੀ ਹਾਈ ਕੋਰਟ ਨੇ ਜਿਹੜੀ ਐਡੀ ਲੰਬੀ ਤਰੀਕ ਦਿੱਤੀ, ਉਹ ਤਰੀਕ ਨਹੀਂ ਸੀ ਦੇਣੀ ਚਾਹੀਦੀ। ਇਹਦੀ ਸੁਣਵਾਈ ਜਲਦੀ ਹੋਣੀ ਚਾਹੀਦੀ ਸੀ, ਇਹ ਮਾਮਲਾ ਨਿਬੇੜਨਾ ਚਾਹੀਦਾ ਸੀ। ਦੋਨਾਂ ਤਰ੍ਹਾਂ ਦੇ ਵਕੀਲਾਂ ਨਾਲ ਬੈਠ ਕੇ ਗੱਲ ਕੀਤੀ ਜਾ ਸਕਦੀ ਸੀ ਕਿ ਮਾਮਲੇ ਨੂੰ ਕਿਵੇਂ ਨਿਬੇੜਿਆ ਜਾਵੇ, ਛੇਤੀ ਇਹਦੇ ਤੇ ਮਤਲਬ ਜਿਹੜਾ ਹੈਗਾ ਅਮਨ ਸ਼ਾਂਤੀ ਕਰਵਾਈ ਜਾਵੇ। ਪ੍ਰਾਇੋਰਟੀ ਦੇਣੀ ਚਾਹੀਦੀ ਸੀ ਅਮਨ ਸ਼ਾਂਤੀ ਨੂੰ। ਪਰ ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲ ਠੀਕ ਨਹੀਂ, ਹਦਾਇਤ ਅਸੀਂ ਦਿੰਦੇ ਕੋਈ ਨਹੀਂ, ਪਰ ਦਿੱਲੀ ਦੀ ਹਾਈ ਕੋਰਟ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ 6 ਤਾਰੀਖ ਨੂੰ ਉਹ ਇਸ ਮਾਮਲੇ ਤੇ ਨਿਪਟਾਰਾ ਕਰੇ। ਜਿਹੜੀ ਅਪ੍ਰੈਲ ਦੇ ਮਹੀਨੇ ਦੀ ਤਰੀਕ ਦਿੱਤੀ ਹੈ ਉਹ ਠੀਕ ਨਹੀਂ, 4 ਹਫ਼ਤਿਆਂ ਦਾ ਜਿਹੜਾ ਸਮਾਂ ਦਿੱਤਾ ਉਹ ਠੀਕ ਨਹੀਂ। ਹੁਣ ਕੱਲ ਨੂੰ ਜੀ ਦਿੱਲੀ ਹਾਈ ਕੋਰਟ ਦੇ ਵਿੱਚ ਇਹਦੇ ਤੇ ਜਿਹੜੀ ਭੜਕਾਊ ਭਾਸ਼ਣਬਾਜ਼ੀ ਹੈ ਉਹਦੇ ਤੇ ਸੁਣਵਾਈ ਹੋਣੀ ਹੈ। ਸ਼ਾਮ ਤੱਕ ਆਪਾਂ ਦੇਖਾਂਗੇ ਵੀ ਉਹਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ ਜੀ। ਹਾਂ ਬਿਲਕੁਲ ਢਿੱਲੋਂ ਸਾਹਿਬ, ਵੈਸੇ ਵੀ ਆਪਾਂ ਦੇਖਿਆ ਭਾਰਤ ਦੇ ਵਿੱਚ ਜੇ ਕੋਈ ਮਾੜਾ ਮੋਟਾ ਸਟੈਂਡ ਲੈ ਰਹੀ ਹੈ ਤੇ ਸਿਰਫ ਸੁਪਰੀਮ ਕੋਰਟ ਹੀ ਲੈ ਰਹੀ ਹੈ ਤੇ ਸਰਕਾਰ ਜਿਹੜੀ ਆ ਇਸ ਟਾਈਮ ਤੁਹਾਨੂੰ ਪਤਾ ਹੀ ਆ, ਕੁਛ ਕਹਿਣ ਦੀ ਲੋੜ ਨਹੀਂ, ਪੂਰੀ ਦੁਨੀਆ ਨੂੰ ਹੀ ਪਤਾ ਜੀ ਇਸ ਟਾਈਮ ਕੀ ਕਰ ਰਹੀ ਆ। ਤੇ ਹੁਣ ਆਪਾਂ ਗੱਲਬਾਤ ਕਰਦੇ ਜੀ ਦਿੱਲੀ ਦੇ ਵਿੱਚ ਜਿਹੜਾ ਨਿਰਭਇਆ ਕਾਂਡ ਵਾਪਰਿਆ ਸੀਗਾ, ਕਾਫੀ ਲੰਮਾ ਸਮਾਂ ਹੋ ਗਿਆ, ਬੜਾ ਕੁਛ ਹੋਇਆ, ਉਤਰਾਅ ਚੜ੍ਹਾਏ ਉਹਦੇ ਵਿੱਚ, ਕਈ ਵਾਰੀ ਉਹਦੀ ਫਾਂਸੀ ਦੀ ਜਿਹੜੀ ਆ ਉਹ ਡੈਥ ਵਾਰੰਟ ਜਾਰੀ ਕੀਤਾ ਗਿਆ, ਫਿਰ ਰਿਫਿਊਜ਼ ਕੀਤਾ ਗਿਆ, ਫਿਰ ਦੁਬਾਰਾ ਹੁਣ ਦੁਬਾਰਾ ਫਿਰ ਜਾਰੀ ਹੋ ਗਿਆ ਜੀ। ਨਿਰਭਇਆ ਕਾਂਡ ਦੇ ਦੋਸ਼ੀਆਂ ਨੂੰ ਕਹਿੰਦੇ 20 ਮਾਰਚ ਨੂੰ ਫਾਂਸੀ ਦੇਣ ਲਈ ਡੈਥ ਵਾਰੰਟ ਜਾਰੀ ਹੈ। ਬਿਲਕੁਲ ਜੀ, ਇਹ ਜਿਹੜਾ ਡੈਥ ਵਾਰੰਟ ਜਾਰੀ ਹੋਇਆ 20 ਮਾਰਚ ਲਈ, ਇਹ ਚੌਥਾ ਡੈਥ ਵਾਰੰਟ ਹੈ ਜੀ।
ਜਿਹੜਾ ਸਭ ਤੋਂ ਪਹਿਲਾ ਡੈਥ ਵਾਰੰਟ ਜਾਰੀ ਹੋਇਆ ਸੀ ਉਹ 22 ਜਨਵਰੀ ਨੂੰ ਹੋਇਆ ਸੀ। ਉਸ ਤੋਂ ਬਾਅਦ ਫਿਰ 1 ਫਰਵਰੀ ਨੂੰ ਹੋਇਆ ਔਰ ਆਖਰੀ ਜਿਹੜਾ ਸੀਗਾ ਉਹ 3 ਮਾਰਚ ਨੂੰ ਹੋਇਆ ਸੀ। ਪਰ ਇਹਨਾਂ ਜਿਹੜੀਆਂ ਤਾਰੀਖਾਂ ਮਿਥੀਆਂ ਹੋਈਆਂ ਸੀ ਹਾਈ ਕੋਰਟ ਨੇ, ਸੁਪਰੀਮ ਟ੍ਰਾਇਲ ਕੋਰਟ ਨੇ, ਇਹਨਾਂ ਤੇ ਅਮਲ ਇਸ ਕਰਕੇ ਨਹੀਂ ਹੋਇਆ ਕਿ ਕਾਨੂੰਨ ਦੇ ਵਿੱਚ ਜੋ ਪ੍ਰਾਵਧਾਨ ਹੈ, ਕਾਨੂੰਨ ਦੇ ਵਿੱਚ ਜੋ ਪ੍ਰਬੰਧ ਕੀਤੇ ਉਹਨਾਂ ਪ੍ਰਬੰਧਾਂ ਦੇ ਰਾਹੀਂ ਇਹ ਯਕੀਨੀ ਬਣਾਇਆ ਗਿਆ ਕਿ ਕਿਸੇ ਵੀ ਮੁਜਰਮ ਨੂੰ ਉਦੋਂ ਤੱਕ ਫਾਂਸੀ ਨਾ ਦਿੱਤੀ ਜਾਵੇ ਜਿੰਨੀ ਦੇਰ ਤੱਕ ਉਹ ਆਪਣੇ ਸਾਰੇ ਹੀਲੇ ਵਸੀਲੇ ਨਹੀਂ ਕਰ ਸਕਦਾ। ਕਿਉਂਕਿ ਇਸ ਕੇਸ ਦੇ ਵਿੱਚ ਬੰਦੇ 4 ਸੀ, 4 ਦੇ ਵਿੱਚੋਂ ਕੋਈ ਨਾ ਕੋਈ ਆਪਣੀ ਇੱਕ ਨੁਕਤਾ ਕੱਢ ਲੈਂਦਾ ਤੇ ਉਸ ਨੁਕਤੇ ਨੂੰ ਲੈ ਕੇ ਲੰਬਾ ਸਮਾਂ ਉਹ ਮਾਮਲਾ ਅਦਾਲਤਾਂ 'ਚ ਲਟਕਦਾ ਰਹਿੰਦਾ। ਰਹਿਣ ਦੀ ਅਪੀਲ ਲਟਕਦੀ ਰਹਿੰਦੀ, ਅਖੀਰ ਉਹ ਇੱਕ ਤੇ ਨਿਪਟਾਰਾ ਹੁੰਦਾ ਫਿਰ ਦੂਜਾ ਕਰ ਲੈਂਦਾ, ਦੂਜੇ ਦਾ ਨਿਪਟਾਰਾ ਹੁੰਦਾ ਤੀਜਾ ਕਰ ਲੈਂਦਾ। ਹੁਣ 3 ਦਾ ਨਿਪਟਾਰਾ ਹੋ ਗਿਆ ਸੀ ਤੇ ਚੌਥੇ ਦਾ ਰਹਿ ਗਿਆ ਸੀ ਜੀ। ਚੌਥੇ ਨੇ ਪਹਿਲਾਂ ਕਿਊਰੇਟਿਵ ਪਟੀਸ਼ਨ ਪਾਈ, ਉਹ ਕਿਊਰੇਟਿਵ ਪਟੀਸ਼ਨ ਉਹਦੀ ਖਤਮ ਹੋ ਗਈ। ਫਿਰ ਉਹਨੇ ਰਹਿਮ ਦੀ ਅਪੀਲ ਪਾਈ, 24 ਘੰਟਿਆਂ ਦੇ ਵਿੱਚ ਹੀ ਰਾਸ਼ਟਰਪਤੀ ਸਾਹਿਬ ਨੇ ਉਹਦਾ ਫੈਸਲਾ ਕਰਤਾ ਤੇ ਉਹ ਤੋਂ ਬਾਅਦ ਉਹ ਕਹਿੰਦੇ ਜੀ ਸਭ ਨੇ ਆਪੋ ਆਪਣਾ ਜਿਹੜੇ ਸੀ ਆਪਰਚੁਨਿਟੀ ਅਵੇਲ ਕਰਨੀ ਹੈ, ਇਸ ਲਈ ਇਹਨੂੰ ਚਾੜ ਦਿਓ। ਹਾਲੇ ਵੀ ਇੱਕ ਜਾਣੇ ਦੀ ਜਿਹੜੀ ਹੈਗੀ ਹੈ ਰਹਿਮ ਦੀ ਅਪੀਲ ਉਹ ਪੈਂਡਿੰਗ ਸੀ, ਉਹਦੇ ਤੇ ਫੈਸਲਾ ਕੀ ਹੋਇਆ ਰਾਸ਼ਟਰਪਤੀ ਸਾਹਿਬ ਦਾ ਇਹ ਗੱਲ ਹਾਲੇ ਸਾਹਮਣੇ ਨਹੀਂ ਹੋਈ, ਸਾਹਮਣੇ ਨਹੀਂ ਆਈ। ਲੇਕਿਨ ਅੱਜ ਜਿਹੜੀ ਟ੍ਰਾਇਲ ਕੋਰਟ ਸੀ, ਟ੍ਰਾਇਲ ਕੋਰਟ ਨੇ ਦੁਬਾਰਾ ਫਿਰ ਡੈਥ ਵਾਰੰਟ ਜਾਰੀ ਕਰ ਦਿੱਤਾ ਤੇ ਤਾਰੀਖ ਰੱਖਤੀ ਹੈ 20 ਮਾਰਚ। ਕਿਉਂਕਿ ਜਦੋਂ ਕਿਸੇ ਬੰਦੇ ਦੀ ਰਹਿਮ ਦੀ ਅਪੀਲ ਖਤਮ ਹੋ ਜੇ ਤੇ ਉਹਨੂੰ 14 ਦਿਨਾਂ ਦਾ ਨੋਟਿਸ ਦੇਣਾ ਪੈਂਦਾ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਭਾਈ ਤੂੰ ਆਪਣੀ ਪ੍ਰਾਪਰਟੀ ਨੂੰ ਲੈ ਕੇ ਆਪਣੀ ਜੋ ਲਿਖਤ ਪੜਤ ਕਰਨੀ ਹੈ, ਵਸੀਅਤ ਵਗੈਰਾ ਕਰਨੀ ਹੈ, ਉਹ ਕਰ ਸਕਦਾ ਹੈ। ਤੈਨੂੰ 14 ਦਿਨ ਦਿੱਤੇ ਤੇ 14 ਦਿਨਾਂ ਬਾਅਦ ਤੈਨੂੰ ਕਿਸੇ ਵੇਲੇ ਵੀ ਫਾਂਸੀ ਦਿੱਤਾ ਜਾ ਸਕਦਾ ਹੈ। ਉਹ 14 ਦਿਨਾਂ ਦੇ ਪਾੜੇ ਨੂੰ ਸਾਹਮਣੇ ਰੱਖਦੇ ਹੋਏ ਅਦਾਲਤ ਨੇ 20 ਤਾਰੀਖ ਮਿੱਤੀ ਹੈ ਤੇ ਮੇਰਾ ਖਿਆਲ ਹੈ ਵੀ 20 ਤਾਰੀਖ ਨੂੰ ਹੁਣ ਇਹ ਸ਼ਾਇਦ ਆਖਰੀ ਹੈ, ਇਹਨਾਂ ਨੂੰ ਫਾਂਸੀ ਹੋ ਜਾਣੀ ਹੈ। ਨਿਰਭਇਆ ਦੀ ਮਾਂ ਨੇ ਕਿਹਾ ਕਿ ਮੇਰਾ ਦਿਲ ਇਹ ਕਰਦਾ ਹੈ ਕਿ ਜਦੋਂ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ ਤੇ ਮੈਂ ਇਹਨੂੰ ਅੱਖਾਂ ਨਾਲ ਦੇਖਾਂ, ਇਹਨਾਂ ਨੂੰ ਮਰਦਿਆਂ ਨੂੰ ਦੇਖਾਂ ਜਿਵੇਂ ਮੇਰੀ ਧੀ ਨੂੰ ਇਹਨਾਂ ਨੇ ਕੋਹ ਕੇ ਮਾਰਿਆ ਸੀ। ਕਿਉਂਕਿ ਉਸ ਲੜਕੀ ਨੂੰ ਚਲਦੀ ਪਹਿਲਾਂ ਉਹਨੂੰ ਰੇਪ ਕੀਤਾ, ਰੇਪ ਦਰਿੰਦਗੀ ਨਾਲ ਕੀਤੀ, ਰੇਪ ਕੀਤਾ ਔਰ ਬਾਅਦ ਦੇ ਵਿੱਚ ਚਲਦੀ ਬੱਸ ਦੇ ਵਿੱਚ ਉਹਨੂੰ ਚਲਾ ਕੇ ਥੱਲੇ ਮਾਰਿਆ ਸੀਗਾ। ਉਹਦੀ ਹਾਲਤ ਕੁੜੀ ਦੀ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਉਹਦਾ ਦਿੱਲੀ ਦੇ ਵਿੱਚ ਇਲਾਜ ਹੀ ਸੰਭਵ ਨਹੀਂ ਸੀ ਤੇ ਫਿਰ ਉਹਨੂੰ ਚੁੱਕ ਕੇ ਭੇਜਿਆ ਗਿਆ ਸੀਗਾ ਸਿੰਗਾਪੁਰ ਜੀ। 14 ਦਿਨਾਂ ਬਾਅਦ ਉਹਦੀ ਵਿਚਾਰੀ ਦੀ 2 ਹਫ਼ਤਿਆਂ ਬਾਅਦ ਸਿੰਗਾਪੁਰ ਮੌਤ ਹੋ ਗਈ ਸੀ। 2012 ਦੀ ਇਹ ਘਟਨਾ ਤੇ ਇਸ ਘਟਨਾ ਨੇ ਸਾਰੀ ਸਿਵਲ ਸੁਸਾਇਟੀ ਨੂੰ ਹਲੂਣ ਕੇ ਰੱਖਤਾ ਸੀ। ਟੋਟਲ ਸਿਵਲ ਸੁਸਾਇਟੀ ਉਸ ਕੁੜੀ ਦੇ ਹੱਕ ਵਿੱਚ ਖੜੀ ਹੋਈ ਸੀ ਤਾਂ ਜਾ ਕੇ ਮਤਲਬ ਇਹ ਕੇਸ ਸਿਰੇ ਚੜਿਆ। ਹੁਣ ਉਮੀਦ ਹੈ ਕਿ 20 ਮਾਰਚ ਨੂੰ ਇਹਨਾਂ ਨੂੰ ਸਵੇਰੇ 5:30 ਵਜੇ ਫਾਂਸੀ ਤੇ ਟੰਗ ਦਿੱਤਾ ਜਾਊਗਾ। ਬਿਲਕੁਲ ਢਿੱਲੋਂ ਸਾਹਿਬ, ਜੋ ਵੀ ਘਟਿਆ ਸੀਗਾ ਪੂਰੀ ਦੁਨੀਆ ਜਿਹੜੀ ਇੱਕ ਵਾਰੀ ਉਦੋਂ ਸਦਕੇ ਦੇ ਵਿੱਚ ਆ ਗਈ ਸੀ, ਰੋਡਾਂ ਦੇ ਉੱਤੇ ਆ ਗਈ ਸੀ, ਹਾਹਾਕਾਰ ਮਚ ਗਈ ਸੀ ਪੂਰੀ ਦੁਨੀਆ ਦੇ ਵਿੱਚ ਜਦੋਂ ਇਹ ਕਾਂਡ ਵਾਪਰਿਆ ਸੀਗਾ। ਤੇ ਇਸੇ ਕਰਕੇ ਇਹ ਕਾਨੂੰਨ ਦੇ ਵਿੱਚ ਤਬਦੀਲੀ ਕਰ ਕੇ ਤੇ ਹੁਣ ਇਹਨਾਂ ਨੂੰ ਜਿਹੜਾ ਫਾਂਸੀ ਦਾ ਰਸਤਾ ਜਿਹੜਾ ਖੋਲ੍ਹਿਆ ਗਿਆ, ਸਖਤ ਸਜ਼ਾ ਮਿਲੂਗੀ ਤੇ ਸ਼ਾਇਦ ਉਹਦੇ ਨਾਲ ਕੁਛ ਨਾ ਕੁਛ ਜਿਹੜਾ ਦੂਜਿਆਂ 'ਤੇ ਵੀ ਅਸਰ ਹੋਊਗਾ ਵੀ ਅਸੀਂ ਗਲਤੀ ਕਰਾਂਗੇ ਤੇ ਸਾਨੂੰ ਵੀ ਇਹ ਕੰਮ ਹੋ ਸਕਦਾ। ਆਪਾਂ ਗੱਲਬਾਤ ਕੀਤੀ ਸੀ ਜੀ ਸਿੱਧੂ ਮੂਸੇਵਾਲੇ ਦੀ ਤੇ ਉਹ ਅਕਾਲ ਤਖਤ ਤੇ ਪੇਸ਼ ਹੋਏ ਤਾਂ ਹੁਣ ਖਬਰ ਆ ਜੀ ਕਹਿੰਦੇ ਸਿਰਸਾ ਜੀਕੇ ਹਿੱਤ ਤੇ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਵੀ ਪੇਸ਼ ਹੋਇਆ ਜੀ। ਹਾਂ ਬਿਲਕੁਲ ਜੀ, ਇਹ ਜਿਹੜੇ ਸਾਰੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਇਹ ਸਾਰੇ ਦੇ ਸਾਰੇ ਬੰਦੇ ਜਿਹੜੇ ਹੈਗੇ ਜੀ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਹੈ ਜੀ। ਅਸਲ ਦੇ ਵਿੱਚ ਹੋਇਆ ਕਿ ਅਵਤਾਰ ਸਿੰਘ ਹਿੱਤ ਜਿਹੜੇ ਪ੍ਰਧਾਨ ਹੁੰਦੇ ਸੀ ਦਿੱਲੀ ਅਕਾਲੀ ਦਲ ਦੇ ਵੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ, ਔਰ ਨਾਲ ਹੀ ਬਾਅਦ ਜਿਹੜਾ ਹੈਗਾ ਉਹ ਸ਼੍ਰੋਮਣੀ ਕਮੇਟੀ ਦੇ ਵੀ ਦਿੱਲੀ ਵਾਲੀ ਦੇ ਪ੍ਰਧਾਨ ਰਹੇ ਹੈ, ਗੁਰਦੁਆਰਾ ਕਮੇਟੀ ਦੇ ਪ੍ਰਧਾਨ। ਉਹਨਾਂ ਨੇ ਇੱਕ ਉੱਥੇ ਸਕੂਲ ਹੈ ਜੀ, ਉਹ ਸਕੂਲ ਕੋਈ ਟਰਸਟ ਬਣਿਆ ਹੋਇਆ ਮਾਈ ਸੁੱਖੋ ਦੇ ਨਾਂ ਥੱਲੇ ਜੀ। ਉਸ ਸਕੂਲ ਦੀ 2.99 ਏਕੜ ਜ਼ਮੀਨ ਹੈ ਤੇ ਇਹਦੀ ਕੀਮਤ ਹੈ ਕੋਈ 500 ਕਰੋੜ ਰੁਪਈਆ। ਇਹ ਉਹਨੇ ਹਥਿਆ ਲਈ ਸੀ। ਲੇਕਿਨ ਜਦੋਂ ਭਾਈ ਰਣਜੀਤ ਸਿੰਘ ਹੁਣੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੁੰਦੇ ਸੀ, ਜਥੇਦਾਰ ਹੁੰਦੇ ਸੀ, ਉਦੋਂ ਕਿਸੇ ਨੇ ਕੰਪਲੇਂਟ ਪਾਈ ਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਨੂੰ ਤਲਬ ਕੀਤਾ। ਭਾਈ ਰਣਜੀਤ ਸਿੰਘ ਦੇ ਦਬਦਬੇ ਬਾਰੇ ਆਪਾਂ ਸਾਰਾ ਜਾਣਦੇ ਹੀ ਹਾਂ ਕਿ ਉਹ ਸਖਤ ਸੁਭਾਅ ਦੇ ਸੀਗੇ ਤੇ ਉਸ ਵੇਲੇ ਅਵਤਾਰ ਸਿੰਘ ਹਿੱਤ ਨੇ ਆ ਕੇ ਐਫੀਡੈਵਿਟ ਦਿੱਤਾ ਸੀ ਜੀ ਮੇਰੇ ਕੋਲ ਇਹਦਾ ਪ੍ਰਬੰਧ ਜ਼ਰੂਰ ਸੀ ਤੇ ਮੈਂ ਆਹ ਪ੍ਰਬੰਧ ਛੱਡਤਾ।
ਅਦਾਲਤ 'ਚ ਜਿਹੜਾ ਕੇਸ ਚੱਲਦਾ ਤੇ ਮੈਂ ਉੱਥੇ ਜਾ ਕੇ ਬਿਆਨ ਦੇ ਦੂੰਗਾ। ਉਹਨੇ ਅਦਾਲਤ 'ਚ ਬਿਆਨ ਵੀ ਦਿੱਤੇ ਸੀ ਤੇ ਉਹਨੇ ਉਹ ਸਾਰਾ ਕੁਝ ਛੱਡਤਾ ਸੀ। ਬਾਅਦ ਦੇ ਵਿੱਚ ਹਾਲਾਤ ਬਦਲੇ, ਫਿਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਦੁਬਾਰਾ ਫੇਰ ਜਿਹੜੀ ਹੈਗੀ ਹੈ ਭਾਈ ਰਣਜੀਤ ਸਿੰਘ ਹੋਣੀ ਚਲੇ ਗਏ, ਜਿਹੜੀ ਲੀਡਰਸ਼ਿਪ ਚੇਂਜ ਹੋ ਗਈ ਕਮੇਟੀ ਦੀ। ਲੀਡਰਸ਼ਿਪ ਚੇਂਜ ਹੋਣ ਤੋਂ ਬਾਅਦ ਇੱਕ ਮੌਕਾ ਫੇਰ ਹੋਇਆ ਜਦੋਂ ਅਵਤਾਰ ਸਿੰਘ ਹਿੱਤ ਨੂੰ ਉਹਦਾ ਪ੍ਰਬੰਧ ਸੌਂਪਤਾ ਤੇ ਉਹ ਪ੍ਰਬੰਧ ਫੇਰ ਕਰਨ ਲੱਗ ਗਿਆ। ਕਿਉਂਕਿ ਜ਼ਮੀਨ ਇੱਕ ਵਾਰੀ ਜਿਹੜੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਚਲੀ ਗਈ ਸੀ, ਮਾਲਕੀ ਉਹਨਾਂ ਦੀ ਬਣ ਗਈ, ਪ੍ਰਬੰਧ ਇਹਨਾਂ ਦੇ ਕੋਲੇ ਸੀ। ਉਹਦੇ ਤੇ ਫੇਰ ਜਦੋਂ ਇਹਨਾਂ ਦੇ ਮਤਭੇਦ ਸਿਰਸੇ ਦੇ ਤੇ ਇਹਦੇ ਹੋਏ, ਉੱਥੋਂ ਫੇਰ ਜ਼ਮੀਨ ਦੀ ਛੱਡਾ ਛੜਾਈ ਹੋ ਗਈ। ਹੁਣ ਦੁਬਾਰਾ ਫੇਰ ਸਿਰਸਾ ਨੇ ਇਲਜ਼ਾਮ ਲਾਤਾ ਵੀ ਇਹ ਤਾਂ ਸਿਰਸਾ ਨੇ ਉਹ ਜਿਹੜੀ ਹੈਗੀ ਹੈ ਟਰਸਟ ਨੂੰ, ਪੁਰਾਣੇ ਟਰਸਟ ਨੂੰ ਬਹਾਲ ਕਰ ਲਿਆ। ਮਨਜੀਤ ਸਿੰਘ ਜੀ ਨੇ ਇਹ ਇਲਜ਼ਾਮ ਲਾਤਾ, ਇਹ ਸ਼ਿਕਾਇਤ ਕਰਤੀ ਕਿ ਸਿਰਸਾ 500 ਕਰੋੜ ਰੁਪਏ ਦੀ ਇਹ ਜਾਇਦਾਦ ਵਾਪਸ ਆ ਗਿਆ ਅਕਾਲ ਤਖਤ ਸਾਹਿਬ ਤੋਂ। ਉਹ ਕਹਿੰਦੇ ਉਹਨਾਂ ਦਾ ਮੁੰਡਾ ਜੀ ਉਹਦਾ ਦੋਸਤ ਆ ਜੀ, ਹੈ ਕੋਈ ਜਾਣਕਾਰੀ ਢਿੱਲੋਂ ਸਾਹਿਬ ਇਹਦੇ ਬਾਰੇ? ਨਹੀਂ ਜੀ, ਮੈਂ ਕੋਹਲੀ ਹੋਰਾਂ ਤੋਂ ਪੁੱਛ ਲੂੰਗਾ, ਜ਼ਰੂਰ ਹੋਊਗੀ ਗੱਲ। ਐਵੇਂ ਤਾਂ ਹੋ ਨਹੀਂ ਸਕਦਾ ਕਿ ਉਹ ਗਿਆ ਤੇ ਆਰਾਮ ਨਾਲ ਆ ਗਿਆ। ਆਹੀ ਤਾਂ ਚੀਜ਼ਾਂ ਜਿਹੜੀਆਂ ਅੰਦਰਲੀਆਂ ਗੱਲਾਂ ਦਾ ਪਤਾ ਲੱਗਦਾ। ਹਕੀਕਤ ਆਹੀ ਹੈ ਨਾ, ਸਾਡਾ ਬੇੜਾ ਗਰਕ ਹੋਰ ਕਿਉਂ ਹੁੰਦਾ ਧਰਮ ਦਾ? ਕਿਉਂ ਇਹ ਲੋਕ ਜਿਹੜੇ ਹੈਗੇ ਜੁਰਤ ਕਰਦੇ ਆ ਵੀ ਦੁਬਾਰਾ ਫਿਰ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ? ਬਿਲਕੁਲ ਜੀ, ਬਿਲਕੁਲ। ਆਪਾਂ ਚੱਲਦੇ ਅਗਲੀ ਖਬਰ ਤੇ। ਆਪਣੀ ਨਾਗਰਿਕਤਾ ਸਾਬਤ ਕਰਨ ਲਈ ਕਹਿੰਦੇ ਹਰਿਆਣਾ ਦੇ ਗਵਰਨਰ ਤੇ ਮੁੱਖ ਮੰਤਰੀ ਕੋਲ ਵੀ ਨਹੀਂ ਹਨ ਲੋੜੀਂਦੇ ਕਾਗਜ਼ਾਤ। ਉਹ ਕਿੱਦਾਂ ਕਰਨਗੇ ਜੀ ਕਿ ਉਹਨਾਂ ਨੂੰ ਵੀ ਪਾਕਿਸਤਾਨ ਭੇਜ ਦੇਣਗੇ ਫਿਰ? ਇਹ ਤੁਹਾਡੇ ਯਾਦ ਹੋਣਾ ਜਦੋਂ ਨਾਗਰਿਕਤਾ ਕਾਨੂੰਨ ਆਇਆ, NRC ਲਾਗੂ ਹੋਣ ਦਾ ਜ਼ਿਕਰ ਚੱਲਦਾ ਸੀ ਜੀ, ਉਦੋਂ ਮਨੋਹਰ ਲਾਲ ਖੱਟਰ ਸਾਹਿਬ ਨੇ ਇਹ ਗੱਲ ਕਹਿਤੀ ਸੀ ਕਿ ਜੀ ਅਸੀਂ ਸਾਰੇ ਜਿਹੜੇ ਹੈਗੇ ਆ ਹਿੰਦੂ, ਸਿੱਖ, ਈਸਾਈ, ਪਾਰਸੀ, ਬੋਧੀ, ਇਹਨਾਂ ਨੂੰ ਜਿਹੜੇ ਹੈਗੇ ਆ ਪਾਕਿਸਤਾਨ ਦੇ ਵਿੱਚ ਦੁਖੀ ਹੈ, ਬੰਗਲਾਦੇਸ਼ ਦੇ ਵਿੱਚ ਦੁਖੀ ਹੈ, ਅਫਗਾਨਿਸਤਾਨ ਦੇ ਵਿੱਚ ਦੁਖੀ ਹੈ, ਅਸੀਂ ਉਹਨਾਂ ਸਾਰਿਆਂ ਨੂੰ ਇੱਥੇ ਨਾਗਰਿਕਤਾ ਦੇਵਾਂਗੇ। ਲੇਕਿਨ ਮੁਸਲਮਾਨ ਸ਼ਰਨਾਰਥੀ ਇੱਕ ਪਰਿਵਾਰ ਸੀ ਉੱਥੇ, ਕਹਿੰਦੇ ਮੁਸਲਮਾਨਾਂ ਨੂੰ ਨਹੀਂ ਇਹ ਦਿੱਤਾ ਜਾ ਸਕਦਾ ਕਿਉਂਕਿ ਉਹ ਇੱਥੋਂ ਦੇ ਨਾਗਰਿਕ ਨਹੀਂ, ਉਹਨਾਂ ਨੂੰ ਆਪਣੇ ਕਾਗਜ਼ ਦਿਖਾਉਣੇ ਪੈਣਗੇ, ਦੱਸਣਾ ਪੈਣਾ ਕਿ ਅਸੀਂ ਆਪਦੇ ਨਾਗਰਿਕ ਹਾਂ। ਭਲਾ ਹੋਵੇ ਇੱਕ RTI ਐਕਟਿਵਿਸਟ ਦਾ, ਉਹ ਸ਼ਾਇਦ ਮੇਰਾ ਖਿਆਲ ਹੈ ਪਾਣੀਪਤ ਦੇ ਰਹਿਣ ਵਾਲੇ ਹੈ, ਉਹਨਾਂ ਨੇ ਇੱਕ RTI ਪਾਤੀ ਤੇ ਹੁਣ ਸੂਬਾ ਸਰਕਾਰ ਦੀ ਜਿਹੜੀ ਇਨਫੋਰਮੇਸ਼ਨ ਆਫਿਸਰ ਹੈ, ਸੂਚਨਾ ਅਫਸਰ ਹੈ, ਉਹਨੇ ਉਹਨਾਂ ਨੂੰ ਜਵਾਬ ਭੇਜਤਾ। ਉਹਨਾਂ ਨੇ ਕਿਹਾ ਜੀ ਸਾਡੇ ਰਿਕਾਰਡ ਦੇ ਵਿੱਚ ਉਹਨੇ ਜਿੱਦਾਂ ਲੋਕਾਂ ਦੇ ਮੰਗੇ ਸੀ, ਗਵਰਨਰ ਸਾਹਿਬ ਦਾ ਮੰਗਿਆ ਸੀ, ਖੱਟਰ ਸਾਹਿਬ ਦੇ ਮੰਗੇ ਸੀ ਕਾਗਜ਼ਾਤ, ਔਰ ਨਾਲ ਹੀ ਜਿਹੜੇ ਖੱਟਰ ਸਾਹਿਬ ਦੇ ਵਜ਼ੀਰ ਆ ਉਹਨਾਂ ਦੇ ਮੰਗੇ ਸੀ ਕਿ ਘੱਟੋ ਘੱਟ ਦੱਸੋ ਜੀ ਇਹਨਾਂ ਦੇ ਜਿਹੜੇ ਨਾਗਰਿਕਤਾ ਵਾਲੇ ਕਾਗਜ਼ ਆ ਸਾਨੂੰ ਉਹ ਦਿੱਤੇ ਜਾਣ, ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਤਾਂ ਕਿ ਦੇਖੀਏ ਇਹਨਾਂ ਕੋਲੇ ਹੈਗੇ ਹੈ। ਤੇ ਸੂਚਨਾ ਅਧਿਕਾਰੀ ਨੇ ਕਹਿਤਾ ਜੀ ਸਾਡੇ ਕੋਲੇ ਇਹਨਾਂ ਦਾ ਕੋਈ ਵੀ ਨਾਗਰਿਕ ਕਾਨੂੰਨ ਹੈ ਨਹੀਂਗਾ, ਜਿਹੜਾ ਨਾਗਰਿਕਤਾ ਲਈ ਜਿਹੜੇ ਲੋੜੀ ਦੇ ਦਸਤਾਵੇਜ਼ ਆ ਉਹ ਸਾਡੇ ਕੋਲੇ ਕੋਈ ਵੀ ਹੈ ਨਹੀਂ। ਇਸ ਕਾਨੂੰਨ ਦੇ ਮੁਤਾਬਕ ਜਿਹੜਾ ਇਹ ਕਾਨੂੰਨ NRC ਵਾਲਾ ਹੈ ਤੇ ਹੋ ਸਕਦਾ ਹੈ ਕਿ ਇਹਨਾਂ ਦੇ ਕਾਗਜ਼ਾਤ ਚੋਣ ਕਮਿਸ਼ਨ ਕੋਲੇ ਹੋ। ਹੁਣ ਚੋਣ ਕਮਿਸ਼ਨ ਕੋਲੇ ਕਾਗਜ਼ਾਤ ਕੀ ਕਰਦੇ? ਚੋਣ ਕਮਿਸ਼ਨ ਕੋਈ ਕਾਗਜ਼ ਸਾਂਭਣ ਵਾਲਾ ਅਦਾਰਾ ਥੋੜਾ ਹੈ, ਉਹਨਾਂ ਨੇ ਤਾਂ ਵੋਟਾਂ ਪਾਉਣੀਆਂ ਹੁੰਦੀਆਂ, ਚੋਣਾਂ ਕਰਵਾਉਣੀਆਂ, ਸਰਕਾਰ ਚੁਣਨੀ ਹੁੰਦੀ ਹੈ, ਸਰਕਾਰ ਬਣਵਾਉਣੀ ਹੁੰਦੀ ਹੈ, ਉਹ ਕੰਮ ਕਰੀ ਜਾਂਦੇ। ਕਿਉਂਕਿ ਜਿਹੜਾ ਸੂਬੇ ਦਾ ਇਨਫੋਰਮੇਸ਼ਨ ਕਮਿਸ਼ਨਰ ਹੈ ਉਹਦੇ ਕੋਲੇ ਹੱਕ ਹੁੰਦਾ ਹੈ ਕਿ ਜਿਹਦੇ ਬਾਰੇ ਇਹ ਸੂਚਨਾ ਮੰਗੀ ਗਈ ਹੈ
ਉਸ ਪਰਸਨ ਤੋਂ, ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਉਹ ਮੰਤਰੀ ਹੈ, ਚਾਹੇ ਉਹ ਗਵਰਨਰ ਹੈ, ਉਸ ਪਰਸਨ ਤੋਂ ਉਹ ਜਾਣਕਾਰੀ ਹਾਸਲ ਕਰ ਸਕਦੇ ਹੈ। ਉਹ ਪੁੱਛ ਸਕਦੇ ਆ ਵੀ ਦੱਸੋ ਜੀ ਤੁਹਾਡੇ ਕੋਲ ਜਿਹੜੇ ਕਾਗਜ਼ ਪੱਤਰ ਹੈਗੇ ਤੁਸੀਂ ਸਾਨੂੰ ਦਿਓ। ਇਹਦਾ ਮਤਲਬ ਹੈ ਕਿ ਜੇ ਸੂਚਨਾ ਅਧਿਕਾਰੀ ਕਾਗਜ਼ ਪੱਤਰ ਮੁਹੱਈਆ ਨਹੀਂ ਕਰਵਾ ਸਕੇ ਸੂਚਨਾ ਮੰਗਣ ਵਾਲਿਆਂ ਨੂੰ, ਤਾਂ ਇਹ ਕਾਗਜ਼ ਪੱਤਰ ਹੈ ਹੀ ਨਹੀਂ। ਬੇਸਿਕਲੀ ਕਾਗਜ਼ ਪੱਤਰ ਨਾ ਹੋਣ ਦਾ ਮਤਲਬ ਇਹ ਹੈ ਕਿ ਫਿਰ ਤਾਂ ਖੱਟਰ ਸਾਹਿਬ ਵੀ ਇੱਥੋਂ ਦੇ ਨਾਗਰਿਕ ਨਹੀਂ। ਮੈਂ ਇੱਥੇ ਇਹ ਵੀ ਜ਼ਿਕਰ ਕਰ ਦੇਵਾਂ ਕਿ ਜਿਵੇਂ ਉਹਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਮਾਂ ਪਿਓ ਉੱਤੇ ਜਿਹੜੀ ਹੈਗੀ ਹੈ ਜਨਮ ਤਾਰੀਖ ਹੋਣੀ ਚਾਹੀਦੀ ਹੈ, ਦਾਦੇ ਦੀ ਜਨਮ ਤਾਰੀਖ ਹੋਣੀ ਚਾਹੀਦੀ ਹੈ। ਖੱਟਰ ਸਾਹਿਬ ਦੇ ਤਾਂ ਫਿਰ ਮਾਪਿਆਂ ਦਾ ਮੈਨੂੰ ਨਹੀਂ, ਮੇਰੇ ਨਹੀਂ ਖਿਆਲ ਮੁਤਾਬਕ ਵੀ ਉਹਨਾਂ ਦਾ ਜਨਮ ਭਾਰਤ 'ਚ ਹੋਇਆ ਹੋਊਗਾ, ਕਿਉਂਕਿ ਖੱਟਰ ਸਾਹਿਬ ਦਾ ਜਿਹੜਾ ਮੈਨੂੰ ਜਿੰਨੀ ਜਾਣਕਾਰੀ ਹੈ ਇਹਨਾਂ ਦਾ ਪਿਛੋਕੜ ਵੀ ਪਾਕਿਸਤਾਨ 'ਚ ਹੈ। 1947 ਦੇ ਵਿੱਚ ਜਦੋਂ ਭਾਰਤ ਦੀ ਵੰਡ ਹੋਈ ਹੈ, ਇਹ ਵੀ ਵੰਡ ਵੇਲੇ ਉੱਧਰੋਂ ਆਏ ਸੀਗੇ। ਪੰਜਾਬੀ ਜ਼ਰੂਰ ਹੈ, ਲੇਕਿਨ ਇਹ ਲਹਿੰਦੇ ਪੰਜਾਬ ਦੇ ਪੰਜਾਬੀ ਹੈ। ਰਿਕਾਰਡ ਤਾਂ ਫਿਰ ਸਾਰਾ ਉੱਥੇ ਰਹਿ ਗਿਆ, ਹੁਣ ਇੱਥੇ ਦਾ ਰਿਕਾਰਡ ਨਹੀਂ ਹੈ। ਇਸ ਲਈ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਲੋਕ ਦੂਜਿਆਂ ਦੀ ਨਾਗਰਿਕਤਾ ਤੇ ਸਵਾਲ ਖੜੇ ਹੁੰਦੇ ਸੀ, ਉਹ ਤਾਂ ਨਾਗਰਿਕ ਆਪ ਵੀ ਨਹੀਂ ਬਣ ਸਕਦੇ, ਆਪ ਵੀ ਨਹੀਂ ਰਹਿ ਸਕਦੇ। ਨਾ ਗਵਰਨਰ ਸਾਹਿਬ ਹੈ, ਨਾ ਖੱਟਰ ਸਾਹਿਬ ਹੈ, ਨਾ ਉਹਨਾਂ ਦੇ ਕਈ ਮੰਤਰੀ ਹੈ। ਜੀ ਬਿਲਕੁਲ ਢਿੱਲੋਂ ਸਾਹਿਬ, ਫਿਰ ਖੱਟਰ ਸਾਹਿਬ ਹੋਣੀ ਤਾਂ ਪਾਕਿਸਤਾਨ ਜਾ ਵੀ ਸਕਦੇ ਜੀ, ਉੱਧਰੋਂ ਆਏ ਆ ਤੇ ਉਹਨਾਂ ਦਾ ਕੋਈ ਨਾ ਕੋਈ ਪਿਛੋਕੜ ਉੱਥੇ ਹੋਊਗਾ ਤਾਂ ਉੱਥੇ ਜਾ ਕੇ ਵੀ ਰਹਿ ਸਕਦੇ ਆ। ਜੇ ਲੋਕਾਂ ਨੂੰ ਭੇਜਣਾ ਤੇ ਆਪ ਵੀ ਉੱਥੇ ਜਾ ਕੇ ਰਹਿ ਸਕਦੇ। ਮੈਂ ਜਾਣਕਾਰੀ ਦਿੰਦਾ ਜੀ, ਆਪਣਾ ਜਿਹੜਾ ਪ੍ਰੋਗਰਾਮ ਆ ਮੰਡੇ ਤੋਂ 9:30 ਤੋਂ ਲੈ ਕੇ 11 ਵਜੇ ਤੱਕ 1690 AM ਤੇ, ਜਿੱਦਾਂ ਹੁਣ 10 ਤੋਂ 11 ਫਿਰ ਮੰਡੇ ਤੋਂ ਇਹ ਪ੍ਰੋਗਰਾਮ ਆਪਣਾ 9:30 ਤੋਂ 11 ਵਜੇ ਤੱਕ 1690 AM ਤੇ ਚੱਲਿਆ ਕਰੂਗਾ। ਤੇ ਉਸ ਤੋਂ ਬਾਅਦ ਆਪਾਂ ਨਾਲ ਹੀ TV ਤੇ ਵੀ ਚੱਲਦੇ ਹੁੰਦੇ ਆ ਜੀ, PTN 24 ਤੇ ਐਪ ਤੇ ਤੁਸੀਂ ਫੋਨਾਂ ਤੇ ਵੀ ਸੁਣ ਸਕਦੇ ਹੋ 4387002689 ਤੇ ਹਰ ਜਗ੍ਹਾ ਤੇ ਜਿਸ ਤਰ੍ਹਾਂ ਤਹਿਲਕਾ ਦੇ ਐਪ ਤੇ ਵੀ ਚੱਲਦਾ ਹੈ ਨਾਲ ਪ੍ਰੋਗਰਾਮ ਆਪਣਾ ਪੂਰਾ ਜੀ। 1690 ਰੇਡੀਓ ਤੇ ਵੀ ਚੱਲਦਾ। ਤੇ ਮੰਡੇ ਤੋਂ ਇਹ ਪ੍ਰੋਗਰਾਮ 9:30 ਵਜੇ ਤੋਂ ਸ਼ੁਰੂ ਹੋਇਆ ਕਰੂਗਾ। ਢਿੱਲੋਂ ਸਾਹਿਬ, ਆਪ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਨੂੰ ਪੁਲਿਸ ਨੇ ਅਦਾਲਤ 'ਚੋਂ ਕੀਤਾ ਗ੍ਰਿਫਤਾਰ। ਬਿਲਕੁਲ ਜੀ, ਤਾਹਿਰ ਹੁਸੈਨ ਨੇ ਅੱਜ ਆਪਣੇ ਆਪ ਨੂੰ ਸਰੈਂਡਰ ਕੀਤਾ ਸੀ ਇੱਕ ਅਦਾਲਤ ਦੇ ਵਿੱਚ। ਉਹਨੇ ਕਿਹਾ ਸੀ ਜੀ ਮੈਂ ਆਤਮ ਸਮਰਪਣ ਕਰਦਾ ਤੇ ਮੈਨੂੰ ਜਿਹੜਾ ਹੈਗਾ ਜੇਲ੍ਹ ਭੇਜਿਆ ਜਾਵੇ ਜੀ, ਲੇਕਿਨ ਅਦਾਲਤ ਨੇ ਉਹਦਾ ਆਤਮ ਸਮਰਪਣ ਦਾ ਜਿਹੜਾ ਪੱਤਰ ਸੀ ਉਹਨੂੰ ਪ੍ਰਵਾਨ ਨਹੀਂ ਕੀਤਾ। ਅਦਾਲਤ ਨੇ ਕਹਿਤਾ ਕਿ ਸਾਡੀ ਜੂਰਿਸਡਿਕਸ਼ਨ ਇਹ ਨਹੀਂ ਬਣਦੀ ਜੀ। ਅਸੀਂ ਭਾਈ, ਕਿਉਂਕਿ ਸਾਡੀ ਜਿਸ ਇਲਾਕੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਹ ਇਲਾਕਾ ਮੇਰੇ ਅਧੀਨ ਨਹੀਂ ਪੈਂਦਾ, ਮੇਰੇ ਅਧਿਕਾਰ ਖੇਤਰ ਵਿੱਚ ਨਹੀਂ, ਇਸ ਕਰਕੇ ਮੈਂ ਤੇਰੀ ਜਿਹੜੀ ਆਤਮ ਸਮਰਪਣ ਦੀ ਦਰਖਾਸਤ ਹੈ ਇਹਨੂੰ ਪ੍ਰਵਾਨ ਨਹੀਂ ਕਰ ਸਕਦਾ, ਸੌਰੀ ਜੀ। ਔਰ ਉਹਦੇ ਤੇ ਫਿਰ ਉਹ ਬਾਹਰ ਆਇਆ। ਬਾਹਰ ਆ ਕੇ ਜਦੋਂ ਪਾਰਕਿੰਗ ਕੋਲੇ ਆਇਆ, ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸੇ ਵੇਲੇ ਜਿਹੜੀ ਹੈਗੀ ਪੁਲਿਸ ਦੀ ਪਾਰਟੀ ਤਿਆਰ ਸੀ। ਉਹਨਾਂ ਨੇ ਕਹਿਤਾ ਆਓ ਜੀ, ਤੇ ਉਹ ਕਹਿੰਦਾ ਚਲੋ ਜੀ। ਉਹ ਪੁਲਿਸ ਦੇ ਨਾਲ ਉੱਠ ਕੇ ਤੁਰ ਗਿਆ। ਮੀਡੀਆ ਦੇ ਸਾਹਮਣੇ ਗ੍ਰਿਫਤਾਰੀ ਹੋਈ ਹੈ। ਇਸ ਲਈ ਅਦਾਲਤ ਦੇ ਵਿੱਚ ਵੀ ਉਹਦਾ ਆਉਣ ਦਾ ਮਤਲਬ ਇਹ ਸੀ ਕਿ ਮੈਨੂੰ ਇਹ ਕਿਤੇ ਮੈਂ ਜੇ ਉੱਥੇ ਸਰੈਂਡਰ ਪੁਲਿਸ ਦੇ ਸਾਹਮਣੇ ਕਰਤਾ ਤਾਂ ਉਹਨਾਂ ਨੇ ਕਹਿਣਾ ਜੀ ਅਸੀਂ ਇਹਨੂੰ ਗ੍ਰਿਫਤਾਰ ਕੀਤਾ, ਕਈ ਦਿਨ ਮੈਨੂੰ ਦਿਖਾਉਣਾ ਨਹੀਂ, ਟੌਰਚਰ ਵਗੈਰਾ ਕਰਨਗੇ। ਤੇ ਜੇ ਅਦਾਲਤ ਦੇ ਜਰੀਏ ਜਾਊਂਗਾ ਤਾਂ ਸ਼ਾਇਦ ਪਤਾ ਲੱਗ ਜੇ, ਪਤਾ ਦੁਨੀਆ ਨੂੰ ਹੁਣ ਵੀ ਲੱਗ ਗਿਆ। ਵੈਸੇ ਵੀ ਮੇਰਾ ਖਿਆਲ ਆ ਵੀ ਉਹ ਮਾਨਸਿਕ ਤੌਰ ਤੇ ਤਿਆਰ ਸੀ, ਕਿਉਂਕਿ ਉਹ ਤੋਂ ਪਹਿਲਾਂ ਉਹ 1-2 ਮੀਡੀਆ ਚੈਨਲਾਂ ਕੋਲੇ ਗਿਆ ਤੇ ਉੱਥੇ ਜਾ ਕੇ ਉਹਨੇ ਆਪਣੀ ਗੱਲ ਦੱਸੀ ਹੈ। ਉਹਨੇ ਕਿਹਾ ਕਿ ਅਸਲ ਦੇ ਵਿੱਚ 24 ਤਾਰੀਖ ਨੂੰ ਹੀ ਜਦੋਂ ਇਹ ਘਟਨਾਕ੍ਰਮ ਵਾਪਰਦਾ, ਸ਼ੁਰੂਆਤ ਹੁੰਦੀ ਹੈ ਵਾਇਲੈਂਸ ਦੀ, ਮੇਰੇ ਘਰ ਦੇ ਉੱਤੇ ਹਮਲਾ ਹੋਇਆ ਸੀ, ਮੇਰੇ ਘਰ ਦੇ ਉੱਤੇ ਪੱਥਰਬਾਜ਼ੀ ਵੀ ਹੋਈ, ਮੇਰੇ ਦਰਵਾਜ਼ੇ ਨੂੰ ਤੋੜਨ ਲੱਗੇ। ਮੈਂ ਟੈਲੀਫੋਨ ਕੀਤੀ ਪੁਲਿਸ ਅਫਸਰਾਂ ਨੂੰ, ਥਾਣੇ ਵਾਲਿਆਂ ਨੂੰ ਕੀਤੀ, 2 ਸੀਨੀਅਰ ਪੁਲਿਸ ਅਫਸਰਾਂ ਦੇ ਸਾਹਮਣੇ ਮੈਂ ਉੱਥੋਂ ਨਿਕਲਿਆ। ਪੁਲਿਸ ਦੀ ਕਸਟਡੀ ਦੇ ਵਿੱਚੋਂ ਮੈਂ ਆਪਣਾ ਘਰ ਨਿਕਲਿਆ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨਿਕਲਿਆ ਘਰੋਂ, ਔਰ ਸਾਰਾ ਘਰ ਖਾਲੀ ਕਰਤਾ ਸੀ। ਮੇਰਾ ਘਰ ਹੈ ਜਿਹੜਾ ਪੁਲਿਸ ਦੇ ਕਬਜ਼ੇ ਵਿੱਚ ਆ ਗਿਆ ਸੀ। ਉਸ ਤੋਂ ਬਾਅਦ ਜਿਹੜਾ ਜੋ ਕੁਝ ਮੇਰੇ ਘਰ ਤੋਂ ਪੱਥਰਬਾਜ਼ੀ ਹੋਈ ਹੈ, ਉੱਥੇ ਜੋ ਕੁਝ ਹੋਇਆ ਉਹ ਉਦੋਂ ਹੋਇਆ ਜਦੋਂ ਮੈਂ ਨਹੀਂ ਸੀ। ਬਾਅਦ ਦੀ ਘਟਨਾ ਕਰਨਾ ਸਾਰਾ ਇਹ ਜਿਹਨਾਂ ਲੋਕਾਂ ਨੇ ਮੇਰੇ ਘਰ ਤੇ ਕਬਜ਼ਾ ਕੀਤਾ ਸੀ, ਇਹ ਸਭ ਕੁਝ ਉਹਨਾਂ ਨੇ ਕੀਤਾ ਹੋਣਾ। ਮੇਰੀ ਕੋਈ ਇਹਦੇ ਵਿੱਚ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ। ਮੈਂ ਗੁਨਾਹਗਾਰ ਨਹੀਂ, ਮੈਂ ਤਾਂ ਆਪ ਆਪਣੀ ਜਾਨ ਲੁਕਾਉਂਦਾ ਫਿਰਦਾ ਸੀ। ਔਰ ਅਗਲੇ ਦਿਨ ਵੀ ਜਦੋਂ ਮੈਂ ਦੇਖਣ ਵਾਸਤੇ ਆਇਆ ਉਦੋਂ ਵੀ ਮੇਰੀ ਜਾਨ ਲਈ ਖਤਰਾ ਪੈਦਾ ਹੋ ਗਿਆ ਸੀ। ਉਹਨੇ 2 ਅਫਸਰਾਂ ਦੇ ਨਾਂ ਵੀ ਲਏ ਹੈ। ਇੱਕ ਤਾਂ ਉਹਨੇ ਪੂਰੇ ਦਾਅਵੇ ਨਾਲ ਕਿਹਾ ਕਿ ਇਸ ਅਫਸਰ ਦੀ ਵਜ੍ਹਾ ਕਾਰਨ ਹੀ ਮੈਂ ਘਰੋਂ ਨਿਕਲਿਆ, ਉਹਨੂੰ ਪਤਾ ਕਿ ਮੈਂ ਨਿਕਲਿਆ, ਪਰ ਮੇਰੇ ਤੇ ਇੱਕ ਕੇਸ ਝੂਠਾ ਬਣਾਇਆ ਜਾ ਰਿਹਾ। ਇਹਦੇ ਬਾਵਜੂਦ ਮੈਂ ਭਾਰਤ ਦੇ ਕਾਨੂੰਨ ਨੂੰ ਮੰਨਦਾ, ਭਾਰਤ ਦੇ ਕਾਨੂੰਨ ਦੀ ਕਦਰ ਕਰਦਾ ਤੇ ਮੈਂ ਆਤਮ ਸਮਰਪਣ ਕਰਦਾ। ਬਿਲਕੁਲ ਜੀ, ਬਿਲਕੁਲ। ਧੰਨਵਾਦ ਢਿੱਲੋਂ ਸਾਹਿਬ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ ਜੀ। ਕੱਲ ਨੂੰ ਫੇਰ ਆਪਾਂ ਪਹਿਲਾਂ ਰੇਡੀਓ ਤੇ ਜੁੜਾਂਗੇ ਤੇ ਉਸ ਤੋਂ ਬਾਅਦ ਨਾਲ TV ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੁੰਦੀ ਹੈ ਜੀ, ਭਾਵੇਂ ਰੇਡੀਓ ਤੇ ਭਾਵੇਂ TV ਤੇ 905 867 2770 ਤੇ ਟੋਲ ਫਰੀ ਨੰਬਰ 1866 247 8624। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਕੱਲ ਨੂੰ ਫੇਰ। ਸਤਿ ਸ਼੍ਰੀ ਅਕਾਲ।
9057950487। ਜਦੋਂ ਹੋਵੇ ਪ੍ਰੋਪਰ ਇਨਸੂਲੇਸ਼ਨ ਤਾਂ ਕਦੇ ਨਹੀਂ ਹੁੰਦੀ ਬਿਜਲੀ ਦੇ ਬਿੱਲ ਦੀ ਟੈਨਸ਼ਨ। ਟ੍ਰੋਪੀਕਲ ਇਨਸੂਲੇਸ਼ਨ ਪਿਛਲੇ 35 ਸਾਲਾਂ ਤੋਂ 100,000 ਤੋਂ ਵੀ ਵੱਧ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਤੇ ਇੰਡਸਟਰੀਅਲ ਬਿਲਡਿੰਗ